हाँ जी, सत श्री अकाल जी साਰਿਆਂ ਨੂੰ। A very good evening to all of you. Welcome to Success Tree. सफलता ਦੇ ਰੁੱਖ ਉਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਮੇਰਾ ਨਾਮ ਹੈ ਰੋਹਿਤ ਮਿੱਡਾ ਤੇ ਅੱਜ ਦਾ ਸਾਡਾ ਪਹਿਲਾ ਕਲਾਸ, ਅੱਜ ਦੀ ਸਾਡੀ ਪਹਿਲੀ ਕਲਾਸ, ਠੀਕ ਹੈ, ਪਹਿਲੀ ਕਲਾਸ ਹੈ ਅੱਜ ਸਾਡੀ ਦੀ, ਜਿਸ ਦੇ ਵਿੱਚ ਆਪਾਂ ਜ਼ਿਕਰ ਕਰਾਂਗੇ, ਡਿਸਕਸ ਕਰਾਂਗੇ ਇੰਡੀਅਨ ਪੋਲਿਟੀ। ਬੇਸਿਕਲੀ ਪੋਲਿਟੀ ਜਿਹੜਾ ਹੈਗਾ ਉਹ ਸਾਡਾ ਜਨਰਲ ਸਟੱਡੀਜ਼ ਦਾ ਇੱਕ ਪਾਰਟ ਹੈਗਾ। ਬਿਲਕੁਲ ਬੇਸਿਕ ਤੋਂ ਲੈ ਕੇ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਪੋਲਿਟੀ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਕਵਰ ਹੁੰਦੀਆਂ ਨੇ। ਠੀਕ ਹੈ, ਆਪਾਂ ਪੜ੍ਹਾਈ ਵੀ ਕਰਾਂਗੇ, ਚੀਜ਼ਾਂ ਸਮਝਾਂਗੇ ਵੀ ਕਿ ਪੇਪਰ ਦੇ ਵਿੱਚ ਕਿੱਦਾਂ ਦੇ ਕੁਐਸਚਨ ਆਉਂਦੇ ਨੇ, ਪੋਲਿਟੀ ਦੇ ਵਿੱਚ ਕੀ ਚੀਜ਼ਾਂ ਆਪਾਂ ਕਵਰ ਕਰਨੀਆਂ ਨੇ, ਜੀਐਸ ਦੇ ਵਿੱਚ ਕੀ ਹੁੰਦਾ ਹੈਗਾ, ਸਾਰਾ ਕੁਝ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸਟਾਰਟ ਕਰਾਂਗੇ ਇੰਡੀਅਨ ਪੋਲਿਟੀ ਦਾ ਅੱਜ ਦਾ ਸੈਸ਼ਨ। ਤਾਂ ਸਟਾਰਟ ਕਰਨ ਤੋਂ ਪਹਿਲਾਂ ਜਸਟ ਮੈਨੂੰ ਇੱਕ ਵਾਰੀ ਇੰਨਾ ਦੱਸ ਦਿਓ ਕਿ ਮੇਰੀ ਆਵਾਜ਼ ਵਗੈਰਾ ਸਭ ਕੁਝ ਤੁਹਾਨੂੰ ਪ੍ਰੋਪਰ ਆ ਰਹੀ ਹੈ, ਆਈ ਐਮ ਆਡੀਬਲ, ਸਭ ਕੁਝ ਪ੍ਰੋਪਰ ਆ ਰਿਹਾ, ਸਕਰੀਨ ਤੁਹਾਨੂੰ ਵਿਜ਼ੀਬਲ ਹੈ, ਸਭ ਕੁਝ ਇੱਕ ਵਾਰੀ ਦੱਸ ਦਿਓ ਫਟਾਫਟ, ਦੈਨ ਆਪਾਂ ਸਟਾਰਟ ਕਰਦੇ ਹਾਂ। ਹਾਂਜੀ, ਫਟਾਫਟ ਸਾਰੇ ਬੱਚੇ ਜਲਦੀ ਇੱਕ ਵਾਰੀ ਮੈਨੂੰ ਦੱਸ ਦੇਣ ਕਿ ਸਭ ਕੁਝ ਉਹਨਾਂ ਨੂੰ ਪ੍ਰੋਪਰ ਹੈ, ਉਹਨਾਂ ਨੂੰ ਕੋਈ ਦਿੱਕਤ ਤਾਂ ਨਹੀਂ ਆ ਰਹੀ, ਆਵਾਜ਼ ਪ੍ਰੋਪਰ ਆ ਰਹੀ ਹੈ ਤੇ ਸਕਰੀਨ ਵਿਜ਼ੀਬਲ ਹੈ। ਹਾਂਜੀ, ਸਭ ਬੱਚੇ ਦੱਸ ਦੇਣ ਜਲਦੀ ਫਟਾਫਟ। ਚਲੋ ਜੀ, ਕਲੀਅਰ ਹੈ ਤਾਂ ਆਪਾਂ ਸਟਾਰਟ ਕਰਦੇ ਹਾਂ ਅੱਜ ਦਾ ਸਾਡਾ ਲੈਕਚਰ। ਠੀਕ ਹੈ, ਕਲਾਸ ਦੀ ਜਿਹੜੀ ਮੈਂ ਲੈਂਗੁਏਜ ਯੂਜ਼ ਕਰੂੰਗਾ, ਭਾਸ਼ਾ ਜਿਹੜੀ ਹੋਏਗੀ ਉਹ ਪੰਜਾਬੀ ਤੇ ਇੰਗਲਿਸ਼ ਰਹੇਗਾ। ਠੀਕ ਹੈ, ਕਲਾਸ ਦਾ ਜਿਹੜਾ ਲੈਂਗੁਏਜ ਰਹੇਗੀ ਉਹ ਪੰਜਾਬੀ ਤੇ ਇੰਗਲਿਸ਼ ਰਹੇਗੀ, ਬਾਈਲੈਂਗੁਅਲ ਰਹੇਗਾ। ਤਾਂ ਇੰਡੀਅਨ ਪੋਲਿਟੀ ਦਾ ਸਾਡਾ ਫਰਸਟ ਲੈਕਚਰ ਹੈ, ਬੇਸਿਕਲੀ ਇੰਟਰੋਡਕਸ਼ਨ ਪਾਰਟ ਹੈਗਾ। ਤਾਂ ਇਸ ਇੰਟਰੋਡਕਸ਼ਨ ਪਾਰਟ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਬੱਚੇ ਤਿਆਰੀ ਕਰ ਰਹੇ ਨੇ, ਠੀਕ ਹੈ, ਕੁਝ ਬੱਚੇ ਇਦਾਂ ਦੇ ਹੋਣਗੇ ਜਿਹੜੀ ਕਿ ਪਹਿਲੇ ਤੋਂ ਤਿਆਰੀ ਕਰ ਰਹੇ ਨੇ, ਕੁਝ ਬੱਚੇ ਇਦਾਂ ਦੇ ਹੋਣਗੇ ਜਿਨ੍ਹਾਂ ਨੇ ਹਾਲੇ ਤਿਆਰੀ ਕਰਨੀ ਸਟਾਰਟ ਕੀਤੀ ਹੈ ਜਾਂ ਕਰਨੀ ਹੈ, ਕਿਉਂਕਿ ਪੰਜਾਬ ਸਰਕਾਰ ਨੇ 25000 ਵੈਕੈਂਸੀਜ਼ ਅਨਾਉਂਸ ਕੀਤੀਆਂ। ਉਹਨਾਂ 25000 ਵੈਕੈਂਸੀਜ਼ ਨੂੰ ਲੈ ਕੇ ਅੱਜ ਬੱਚਾ ਹੈਗਾ ਕਿ ਸਾਨੂੰ ਵੀ ਨੌਕਰੀ ਮਿਲੇ। ਪਹਿਲੇ ਬੱਚਾ ਸੀਗਾ ਬਾਹਰ ਭੱਜਦਾ ਸੀਗਾ, ਠੀਕ ਹੈ, ਤਾਂ ਪੰਜਾਬ ਸਰਕਾਰ ਕੀ ਕਹਿੰਦੀ ਹੈ ਕਿ ਅਸੀਂ ਬੱਚਿਆਂ ਨੂੰ ਬਾਹਰ ਨਹੀਂ ਜਾਣ ਦੇਣਾ, ਅਸੀਂ ਇੱਥੇ ਹੀ ਉਹਨਾਂ ਨੂੰ ਨੌਕਰੀਆਂ ਦੇਵਾਂਗੇ। ਠੀਕ ਹੈ, ਤਾਂ ਉਸੇ ਦੇ ਚੱਲਦੇ ਹੋਏ ਆਪਾਂ ਸਟਾਰਟ ਕਰ ਰਹੇ ਹਾਂ ਪੜ੍ਹਾਈ। ਹੁਣ ਪੜ੍ਹਾਈ ਸਟਾਰਟ ਕਰਦੇ ਹਾਂ ਤਾਂ ਇਸ ਦੇ ਵਿੱਚ ਇੱਕ ਸਬਜੈਕਟ ਸਾਡੇ ਕੋਲ ਆਉਂਦਾ ਹੈਗਾ ਜਨਰਲ ਸਟੱਡੀਜ਼, ਜਾਂ ਆਪਾਂ ਇਹਨੂੰ ਜੀਕੇ ਵੀ ਕਹਿ ਦਿੰਦੇ ਆ, ਸ਼ਾਰਟ ਦੇ ਵਿੱਚ ਜੀਐਸ ਵੀ ਕਹਿ ਦਿੰਦੇ ਹੈਗੇ ਆ, ਜਨਰਲ ਨੌਲੇਜ ਵੀ ਕਹਿੰਦੇ ਆ, ਜਨਰਲ ਸਟੱਡੀਜ਼ ਵੀ ਕਹਿੰਦੇ ਆ, ਜਨਰਲ ਅਵੇਅਰਨੈਸ ਵੀ ਕਹਿ ਦਿੰਦੇ ਆ। ਤਾਂ ਇਸ ਜਨਰਲ ਸਟੱਡੀਜ਼ ਦੇ ਵਿੱਚ ਸਾਡੇ ਕੋਲ ਕੀ ਕੁਝ ਕਵਰ ਹੁੰਦਾ ਜਿਸ ਨੂੰ ਲੈ ਕੇ ਸਾਡੇ ਪੰਜਾਬ ਦੇ ਪੇਪਰਾਂ ਦੇ ਵਿੱਚ ਕੁਐਸਚਨ ਪੁੱਛੇ ਜਾਂਦੇ ਨੇ, ਜਸਟ ਲਾਈਕ ਪੋਲਿਟੀ ਜਾਂ ਇੰਡੀਅਨ ਪੋਲਿਟੀ ਵੀ ਆਪਾਂ ਇਹਨੂੰ ਕਹਿ ਦਿੰਦੇ ਆ। ਠੀਕ ਹੈ ਜੀ, ਹਿਸਟਰੀ। ਹੁਣ ਹਿਸਟਰੀ ਅੱਗੋਂ ਤਿੰਨ ਹਿੱਸਿਆਂ 'ਚ ਵੰਡੀ ਜਾਂਦੀ ਹੈਗੀ ਹੈ, ਹਿਸਟਰੀ ਅੱਗੋਂ ਤਿੰਨ ਹਿੱਸਿਆਂ 'ਚ ਵੰਡੀ ਜਾਂਦੀ ਹੈ। ਠੀਕ ਹੈ, ਦੈਟ ਇਜ਼ ਏਸ਼ੀਅਨ ਹਿਸਟਰੀ, ਮਿਡੀਵਲ ਹਿਸਟਰੀ ਤੇ ਮਾਡਰਨ ਹਿਸਟਰੀ। यानी कि तुसी सुनिया होगा पहले सिविलाइजेशन, दैट इज हड़प्पा सिविलाइजेशन, इंडस वैली सिविलाइजेशन, ठीक है, किद्दां किद्दां सिविलाइजेशन फाउंड्स हुई। उस तो बाद मिडीवल राज आ गया, दैट इज मिडीवल हिस्ट्री, राजे महाराजे मुगल राजे आए। उस तो बाद गल करिए मॉडर्न हिस्ट्री, साडा इंडियन फ्रीडम स्ट्रगल वाला पार्ट आ गया। ठीक है, 1857 उस तो बाद जिहड़ा साडा आजादी दा समाग्राम चलिया वो असीं हिस्ट्री दे विच काउंट करदे हां। उस तो बाद गल करिए तां जियोग्राफी आ जांदी है। ठीक है, जियोग्राफी आ गई साडे कोल। जियोग्राफी तो बाद अगे चलिए तो इकोनॉमी आ गई साडे कोल। ठीक है, इकोनॉमी आ जूगी। उस तो बाद अगे गल करिए तो साइंस आ जाती है। साइंस तो बाद अगे गल करिए तो साडे कोल आ जूगी पंजाब जीके, पंजाब दी हिस्ट्री, पंजाब दी इकोनॉमी, पंजाब दी पॉलिटी, पंजाब दा सारा कुछ। ठीक है जी, ਤਾਂ ਇਹ ਸਾਰੇ ਪਾਰਟ ਸਾਡੇ ਸਾਹਮਣੇ ਨਿਕਲ ਕੇ ਆਉਂਦੇ ਨੇ ਜਨਰਲ ਸਟੱਡੀਜ਼ ਦੇ। ਤਾਂ ਜਨਰਲ ਸਟੱਡੀਜ਼ ਦਾ ਸਭ ਤੋਂ ਇੱਕ ਇੰਪੋਰਟੈਂਟ ਪਾਰਟ ਪੋਲਿਟੀ, ਅੱਜ ਇਸ ਨੂੰ ਆਪਾਂ ਸਟਾਰਟ ਕਰਾਂਗੇ। ਪੋਲਿਟੀ ਨੂੰ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ। ਤਾਂ ਪੋਲਿਟੀ ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰੀਏ ਕਿ ਪੋਲਿਟੀ ਦੇ ਵਿੱਚ ਕੀ ਹੁੰਦਾ, ਪੋਲਿਟੀ ਇਜ਼ ਵਾਟ ਆਲ ਅਬਾਊਟ। ਪੋਲਿਟੀ ਇਜ਼ ਆਲ ਅਬਾਊਟ ਦਾ ਕਨਸਟੀਟਿਊਸ਼ਨ। ਠੀਕ ਹੈ, ਪੋਲਿਟੀ ਦੇ ਵਿੱਚ ਕਿਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾਂਦੇ ਨੇ। ਦੇਖੋ ਪੋਲਿਟੀ ਹੁੰਦੀ ਕੀ ਹੈ, ਕੋਈ ਵੀ ਅਗਰ ਕੋਈ ਪਾਰਟਿਕੂਲਰ ਏਰੀਆ ਹੁੰਦਾ ਉਹਨੂੰ ਗਵਰਨ ਕਰਨ ਵਾਸਤੇ, ਉਹਨੂੰ ਚਲਾਉਣ ਵਾਸਤੇ ਕੁਝ ਰੂਲਸ ਐਂਡ ਰੈਗੂਲੇਸ਼ਨਸ ਦੀ ਜ਼ਰੂਰਤ ਪੈਂਦੀ ਹੈ। ਠੀਕ ਹੈ, ਕੁਝ ਸਟੈਂਡਰਡ ਸੈੱਟ ਕਰਨ ਦੀ ਜ਼ਰੂਰਤ ਪੈਂਦੀ ਹੈ। ਦੈਟ ਇਜ਼ ਆਰ ਕਨਸਟੀਟਿਊਸ਼ਨ। ਉਹ ਕੀ ਹੈਗਾ, ਸਾਡਾ ਸੰਵਿਧਾਨ ਜਿਸ ਨੂੰ ਬਣਾਇਆ ਗਿਆ। ਹੁਣ ਸੰਵਿਧਾਨ ਜਿਹੜਾ ਬਣਾਇਆ ਗਿਆ, ਠੀਕ ਹੈ, ਇਸੇ ਨੂੰ ਲੈ ਕੇ ਹੀ ਪੇਪਰ ਦੇ ਵਿੱਚ ਕੁਐਸਚਨ ਆਉਂਦੇ ਨੇ ਕਿ ਸੰਵਿਧਾਨ 'ਚ ਕੀ ਕੁਝ ਹੈਗਾ, ਸੰਵਿਧਾਨ ਦੀ ਐਸਟੈਬਲਿਸ਼ਮੈਂਟ ਕਿੱਦਾਂ ਕੀ ਹੋਈ, ਜਿਹੜੇ ਨੋਰਮਸ ਨੇ, ਰੂਲਸ ਐਂਡ ਰੈਗੂਲੇਸ਼ਨਸ ਨੇ, ਇਹਨਾਂ ਨੂੰ ਲੈ ਕੇ ਕੁਐਸਚਨ ਆਉਂਦੇ ਨੇ। ਮੈਂ ਐਂਡ ਤੇ ਕੁਐਸਚਨ ਵੀ ਦੱਸੂਗਾ ਕਿ ਕਿੱਦਾਂ ਦੇ ਕੁਐਸਚਨ ਆਉਂਦੇ ਨੇ, ਕੁਐਸਚਨਸ ਵੀ ਕਰਵਾਉਂਗਾ ਤੁਹਾਨੂੰ ਕਲਾਸ ਦੇ ਵਿੱਚ, ਅੱਜ ਦੀ ਕਲਾਸ ਦੇ ਵਿੱਚ। ਠੀਕ ਹੈ, ਕਿ ਕਿੱਦਾਂ ਦੇ ਕੁਐਸਚਨ ਇੱਥੇ ਪੁੱਛੇ ਜਾਂਦੇ ਨੇ। ਬਟ ਤੁਸੀਂ ਇੰਨਾ ਕਰਨਾ ਹੈ ਕਿ ਅਗਰ ਤੁਹਾਨੂੰ ਕਿਸੇ ਪੁਆਇੰਟ ਤੇ ਕਿਤੇ ਵੀ ਕੁਝ ਸਮਝ ਨਹੀਂ ਆ ਰਿਹਾ, ਕੁਝ ਕਨਫਿਊਜ਼ਨ ਲੱਗ ਰਹੀ ਹੈ, ਠੀਕ ਹੈ, ਤਾਂ ਮੈਨੂੰ ਉਸੇ ਵੇਲੇ ਜ਼ਰੂਰ ਆਪਣਾ ਕੁਐਸਚਨ ਰੇਜ਼ ਕਰ ਲੈਣਾ ਕਿ ਸਰ ਇਹ ਚੀਜ਼ ਕਿੱਦਾਂ ਹੋਈ, ਸਾਨੂੰ ਦੁਬਾਰਾ ਦੱਸ ਦਿਓ ਜਾਂ ਸਾਨੂੰ ਸਮਝ ਨਹੀਂ ਆਈ। ਤਾਂ ਮੈਂ ਤੁਹਾਨੂੰ ਡੈਫੀਨੇਟਲੀ ਉਸੇ ਪੁਆਇੰਟ ਤੇ ਤੁਹਾਨੂੰ ਦੁਬਾਰਾ ਕਲੀਅਰ ਕਰਨ ਦੀ ਕੋਸ਼ਿਸ਼ ਕਰੂੰਗਾ, ਆਪਣੀ ਵੱਲੋਂ ਪੂਰੀ ਕੋਸ਼ਿਸ਼ ਕਰੂੰਗਾ। ਤਾਂ ਕਨਸਟੀਟਿਊਸ਼ਨ ਯਾਨੀ ਕਿ ਸਾਡਾ ਸੰਵਿਧਾਨ। ਠੀਕ ਹੈ, ਹੁਣ ਸੰਵਿਧਾਨ ਦੇ ਵਿੱਚ ਅਗਰ ਆਪਾਂ ਗੱਲਾਂ ਕਰੀਏ ਕਿ ਸੰਵਿਧਾਨ ਦੇ ਵਿੱਚ ਬੇਸਿਕਲੀ ਕੀ ਚੀਜ਼ਾਂ ਸਾਡੇ ਪੇਪਰ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਨੇ। ਤਾਂ ਸੰਵਿਧਾਨ ਕਿੱਦਾਂ ਬਣਿਆ, ਠੀਕ ਹੈ, ਕਿੱਦਾਂ ਇਹ ਸਾਹਮਣੇ ਆਇਆ, ਸੰਵਿਧਾਨ ਤੋਂ ਪਹਿਲੇ ਕੀ ਹੁੰਦਾ ਸੀਗਾ, ਸੰਵਿਧਾਨ ਜਦੋਂ ਨਹੀਂ ਸੀਗਾ ਉਸ ਤੋਂ ਪਹਿਲੇ ਕੀ ਸੀਗਾ, ਸੰਵਿਧਾਨ ਕਿੱਦਾਂ ਬਣਿਆ,
ਤੇ ਸੰਵਿਧਾਨ ਦੇ ਵਿੱਚ ਕੀ ਚੀਜ਼ਾਂ ਦੀ ਜ਼ਰੂਰਤ ਪਈ ਇਹਨੂੰ ਬਣਾਉਣ ਵਾਸਤੇ। ਉਸ ਤੋਂ ਬਾਅਦ ਸਾਡਾ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਹੈਗਾ, ਭਾਰਤੀ ਸੰਵਿਧਾਨ ਹੈਗਾ, ਇਸ ਦੇ ਕੀ ਫੀਚਰ ਨੇ, ਇਸ ਦਾ ਕੀ ਸਟਰਕਚਰ ਹੈਗਾ, ਠੀਕ ਹੈ, ਕੀ ਸੁਵਿਧਾਵਾਂ ਦੇ ਰਿਹਾ ਹੈਗਾ, ਕੀ ਇਸ ਦੀ ਬੇਸਿਕਲੀ ਸਪੈਸ਼ਲਾਈਜੇਸ਼ਨ ਹੈਗੀ ਹੈ, ਉਹ ਸਾਰੀਆਂ ਚੀਜ਼ਾਂ ਆਪਾਂ ਡਿਸਕਸ ਕਰਨੀਆਂ ਨੇ। ਉਸ ਤੋਂ ਬਾਅਦ ਪ੍ਰੈambਲ ਹੈਗਾ ਬੇਸਿਕਲੀ ਸ਼ੁਰੂਆਤ, ਇੰਟਰੋਡਕਸ਼ਨ। ਕਨਸਟੀਟਿਊਸ਼ਨ ਦਾ ਜਿਹੜਾ ਇੱਕ ਹੁੰਦਾ ਨਾ ਸਮਰੀ ਹੁੰਦੀ ਹੈ, ਸ਼ੋਰਟ ਦੇ ਵਿੱਚ ਇੱਕ ਨਾਮ ਦਿੱਤਾ ਜਾਂਦਾ ਹੈ ਕਿ ਕਨਸਟੀਟਿਊਸ਼ਨ ਇਹਦੇ ਵਿੱਚ ਹੈਗਾ ਕੀ ਹੈ। ਜਦੋਂ ਆਪਾਂ ਕੋਈ ਕਿਤਾਬ ਖੋਲਦੇ ਹਾਂ, ਕਿਤਾਬ ਦੇ ਪਹਿਲੇ ਪੰਨੇ ਤੇ ਲਿਖਿਆ ਹੁੰਦਾ ਨਾ ਸਮਰੀ ਕਿ ਇਸ ਦੇ ਕਿਤਾਬ ਦੇ ਵਿੱਚ ਇਹ ਚੀਜ਼ਾਂ ਡਿਫਾਈਨ ਕੀਤੀਆਂ ਹੋਈਆਂ ਨੇ, ਉਹ ਹੈਗਾ ਇੱਥੇ ਪ੍ਰੈambਲ ਕਨਸਟੀਟਿਊਸ਼ਨ ਦਾ, ਠੀਕ ਹੈ, ਪ੍ਰੈambਲ। ਉਸ ਤੋਂ ਬਾਅਦ ਸਿਟੀਜ਼ਨਸ਼ਿਪ ਯਾਨੀ ਕਿ ਨਾਗਰਿਕਤਾ ਨੂੰ ਲੈ ਕੇ ਗੱਲ ਹੋਊਗੀ। ਉਸ ਤੋਂ ਬਾਅਦ ਗੱਲ ਕਰਾਂਗੇ ਫੰਡਾਮੈਂਟਲ ਰਾਈਟਸ ਦੀ, ਯਾਨੀ ਕਿ ਸਾਡੇ ਮੌਲਿਕ ਅਧਿਕਾਰ ਜਿਹੜਾ ਸਾਨੂੰ ਪ੍ਰੋਵਾਈਡ ਕੀਤੇ ਜਾਂਦੇ ਨੇ, ਇਹਨਾਂ ਨੂੰ ਡਿਟੇਲ ਦੇ ਵਿੱਚ ਸਮਝਾਂਗੇ। ਦੇਖੋ ਪੋਲਿਟੀ ਇੱਕ ਇਦਾਂ ਦਾ ਸਬਜੈਕਟ ਹੈਗਾ, ਕਨਸਟੀਟਿਊਸ਼ਨ ਇੱਕ ਇਦਾਂ ਦੀ ਚੀਜ਼ ਹੈਗੀ ਹੈ ਜਿਹਨੂੰ ਅਗਰ ਅਸੀਂ ਪੜ੍ਹਦੇ ਹਾਂ, ਅਗਰ ਅਸੀਂ ਚੰਗੀ ਤਰ੍ਹਾਂ ਸਮਝਿਆ ਹੋਇਆ ਹੈ, ਸਿਰਫ ਪੇਪਰ ਪੁਆਇੰਟ ਆਫ ਵਿਊ ਤੋਂ ਨਹੀਂ, ਸਾਨੂੰ ਸਮਾਜ ਦੇ ਵਿੱਚ ਰਹਿਣ ਦੇ ਆਧਾਰ ਤੋਂ ਵੀ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ। ਅੱਜ ਤੱਕ ਅਗਰ ਆਪਾਂ ਪੜ੍ਹੇ ਨੇ ਤਾਂ ਆਪਾਂ ਰੱਟੇ ਮਾਰਦੇ ਆਏ, ਆਪਾਂ ਕਦੀ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਇਹ ਚੀਜ਼ਾਂ ਕੀ ਹੈਗੀਆਂ ਨੇ, ਬਟ ਆਪਾਂ ਪ੍ਰੋਪਰ ਸਮਝ ਕੇ ਚੱਲਣਾ ਹੈਗਾ ਕਿ ਇਹ ਚੀਜ਼ਾਂ ਕੀ ਨੇ, ਠੀਕ ਹੈ, ਕਿੱਦਾਂ ਬਣੀਆਂ ਨੇ ਤੇ ਕੀ ਰਾਈਟ ਸਾਨੂੰ ਪ੍ਰੋਵਾਈਡ ਕਰ ਰਹੇ ਨੇ, ਤਾਂ ਕਿ ਆਪਾਂ ਬੇਸਿਕਲੀ ਸਿਰਫ ਪੇਪਰ ਦੇ ਵਿੱਚ ਕ੍ਰੈਕ ਨਹੀਂ ਕਰਨਾ, ਅਸੀਂ ਨੌਲੇਜ ਵੀ ਗੇਨ ਕਰ ਰਹੇ ਹਾਂ ਨਾਲ ਦੀ ਨਾਲ, ਤਾਂ ਕਿ ਐਗਜ਼ਾਮ ਦੇ ਵਿੱਚ ਵੀ ਅੱਗੇ ਵਧ ਸਕੀਏ, ਦੁਨੀਆ ਦੇ ਵਿੱਚ ਵੀ ਅਸੀਂ ਅੱਗੇ ਵਧ ਸਕੀਏ, ਸਾਡੇ ਆਸ-ਪਾਸ ਜੋ ਚੀਜ਼ਾਂ ਹੁੰਦੀਆਂ ਨੇ ਉਹਨੂੰ ਆਪਾਂ ਸਮਝ ਸਕੀਏ ਕਿ ਸੰਵਿਧਾਨ ਦੇ ਵਿੱਚ ਇਸ ਨੂੰ ਲੈ ਕੇ ਕੀ ਪ੍ਰਾਵਧਾਨ ਦਿੱਤੇ ਗਏ ਨੇ, ਕੀ ਰੂਲਸ ਐਂਡ ਰੈਗੂਲੇਸ਼ਨਸ ਦਿੱਤੇ ਗਏ ਨੇ। ਤਾਂ ਸਾਡੇ ਮੌਲਿਕ ਅਧਿਕਾਰ, ਫੰਡਾਮੈਂਟਲ ਰਾਈਟਸ। ਉਸ ਤੋਂ ਬਾਅਦ ਡੀਪੀਐਸਪੀ ਯਾਨੀ ਕਿ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ। ਇਹ ਕੀ ਹੁੰਦੇ ਨੇ? ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀਜ਼ ਮਤਲਬ ਸੈਂਟਰ ਗਵਰਨਮੈਂਟ ਨੇ ਸਟੇਟ ਗਵਰਨਮੈਂਟ ਨੂੰ ਕੁਝ ਇਨਸਟਰਕਸ਼ਨਸ ਦਿੱਤੀਆਂ ਨੇ, ਠੀਕ ਹੈ, ਕਿ ਤੁਸੀਂ ਇਦਾਂ ਦਾ ਕਰਨਾ ਹੈ। ਸੈਂਟਰ ਜਿਹੜੀ ਸਰਕਾਰ ਹੈਗੀ ਹੈ, ਕੇਂਦਰ ਸਰਕਾਰ ਹੈਗੀ ਹੈ, ਉਹ ਰਾਜ ਦੀ ਸਰਕਾਰ ਨੂੰ ਆਦੇਸ਼ ਨਹੀਂ ਦਿੰਦੀ ਹੈਗੀ, ਇੰਸਟਰਕਸ਼ਨ ਦਿੰਦੀ ਹੈਗੀ ਹੈ, ਠੀਕ ਹੈ। ਆਦੇਸ਼ ਤਾਂ ਹੁੰਦਾ ਕਿ ਤੁਹਾਨੂੰ ਇਹ ਕਰਨਾ ਹੀ ਪਊਗਾ, ਇੰਸਟਰਕਸ਼ਨਸ ਹੁੰਦਾ ਕਿ ਸਲਾਹ ਦੇਣੀ, ਤਾਂ ਸਲਾਹਾਂ ਦਿੱਤੀਆਂ ਜਾਂਦੀਆਂ ਕਿ ਏਦਾਂ ਕਰ ਲਓ, ਮੰਨਣਾ ਜਾਂ ਨਹੀਂ ਮੰਨਣਾ ਉਹ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੈ, ਉਹਦੀ ਮਰਜ਼ੀ ਹੈ। that is directive principles of the state policy। ਉਸ ਤੋਂ ਬਾਅਦ ਸਾਡਾ ਕਨਸਟੀਟਿਊਸ਼ਨ ਸਾਨੂੰ ਕੁਝ ਮੌਲਿਕ ਕਰਤੱਵ, ਠੀਕ ਹੈ, ਡਿਊਟੀਜ਼, ਫੰਡਾਮੈਂਟਲ ਡਿਊਟੀਜ਼ ਪ੍ਰੋਵਾਈਡ ਕਰਦਾ ਹੈਗਾ, ਉਸ ਦੀ ਆਪਾਂ ਗੱਲ ਕਰਾਂਗੇ। ਉਸ ਤੋਂ ਬਾਅਦ ਯੂਨੀਅਨ ਐਗਜ਼ੀਕਿਊਟਿਵ ਤੇ ਲੈਜਿਸਲੇਚਰ ਯਾਨੀ ਕਿ ਕੇਂਦਰ ਦਾ ਜਿਹੜਾ ਕਾਨੂੰਨ ਹੈਗਾ, ਠੀਕ ਹੈ, ਕੇਂਦਰ ਦਾ ਜਿਹੜਾ ਸਿਸਟਮ ਹੈਗਾ, ਸੈਂਟਰ ਗਵਰਨਮੈਂਟ ਕਿੱਦਾਂ, ਲੋਕ ਸਭਾ ਹੈ ਕਿੱਦਾਂ, ਰਾਜ ਸਭਾ, ਤੁਸੀਂ ਇਹਨਾਂ ਵਰਡਸ ਬਾਰੇ ਸੁਣਿਆ ਜ਼ਰੂਰ ਹੋਊਗਾ, ਬਟ ਅੱਜ ਤੱਕ ਹੋ ਸਕਦਾ ਕਿ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਬਾਰੇ ਪਤਾ ਹੀ ਨਾ ਹੋਵੇ। ਤਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਬਰੀਫ ਦੇ ਵਿੱਚ ਬਹੁਤ ਹੀ ਸਿੰਪਲੈਸਟ ਵੇ ਦੇ ਵਿੱਚ, ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਊਗੀ, ਠੀਕ ਹੈ, ਬਹੁਤ ਸਿੰਪਲ ਵੇ ਦੇ ਨਾਲ। ਉਸ ਤੋਂ ਬਾਅਦ ਸਟੇਟ ਦਾ ਕਾਨੂੰਨ, ਜਿੱਦਾਂ ਸੈਂਟਰ ਦੀ ਗੱਲ ਕੀਤੀ ਉਦਾਂ ਹੀ ਸਟੇਟ ਦੀ, ਤੇ ਕੋਰਟ ਵਿਵਸਥਾ ਵੀ, ਯਾਨੀ ਕਿ ਸੁਪਰੀਮ ਕੋਰਟ, ਹਾਈ ਕੋਰਟ, ਜੁਡੀਸ਼ਰੀ ਸਿਸਟਮ ਸਾਡਾ ਕਿੱਦਾਂ ਕੰਮ ਕਰਦਾ ਹੈਗਾ। ਸਟੇਟ ਤੇ ਸੈਂਟਰ ਦੇ ਰਿਲੇਸ਼ਨ, ਕੇਂਦਰ ਸਰਕਾਰ ਦੇ ਨਾਲ ਰਾਜ ਸਰਕਾਰ ਦੇ ਰਿਸ਼ਤੇ ਕਿੱਦਾਂ ਹੁੰਦੇ ਨੇ, ਐਮਰਜੈਂਸੀ ਦੇ ਪ੍ਰਾਵਧਾਨ ਕਿੱਦਾਂ ਹੁੰਦੇ ਨੇ, ਕੀ ਐਮਰਜੈਂਸੀ ਸਿਸਟਮ ਹੈਗਾ। ਉਸ ਤੋਂ ਬਾਅਦ ਲੋਕਲ ਸੈਲਫ ਗਵਰਨਮੈਂਟ, ਲੋਕਲ ਸੈਲਫ ਗਵਰਨਮੈਂਟ ਕੀ ਹੁੰਦਾ, ਪੰਚਾਇਤ, ਮੁਨਸਿਪਲ ਕਾਰਪੋਰੇਸ਼ਨਸ, ਠੀਕ ਹੈ, ਇਹਨਾਂ ਨੂੰ ਸਮਝਾਂਗੇ। ਉਸ ਤੋਂ ਬਾਅਦ ਕਨਸਟੀਟਿਊਸ਼ਨਲ ਬਾਡੀਜ਼, ਬਹੁਤ ਸਾਰੀਆਂ ਇਦਾਂ ਦੀਆਂ ਸੰਸਥਾਵਾਂ ਜਾਂ ਇੰਸਟੀਟਿਊਸ਼ਨਸ ਨੇ ਜਿਹੜੀਆਂ ਕਿ ਸਾਡੇ ਸੰਵਿਧਾਨ ਦੇ ਤਹਿਤ ਬਣਾਈਆਂ ਗਈਆਂ ਨੇ, ਉਹਨਾਂ ਸਾਰਿਆਂ ਨੂੰ ਡਿਸਕਸ ਕਰਾਂਗੇ। ਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਇਦਾਂ ਦੀਆਂ ਬਾਡੀਜ਼ ਵੀ ਨੇ ਜਿਨ੍ਹਾਂ ਨੂੰ ਸੰਵਿਧਾਨ ਦੇ ਤਹਿਤ ਨਹੀਂ ਬਣਾਇਆ ਗਿਆ, ਬਟ ਪਾਰਲੀਮੈਂਟ ਦੇ ਵਿੱਚ ਇੱਕ ਸੈਪਰੇਟ ਐਕਟ ਪਾਸ ਕਰਕੇ ਬਣਾਇਆ ਗਿਆ, ਬਟ ਇਹ ਬਾਡੀਜ਼ ਸਾਡੀ ਡੇਲੀ ਲਾਈਫ ਦੇ ਨਾਲ ਵੀ ਕਿਤੇ ਨਾ ਕਿਤੇ ਰਿਲੇਟ ਕਰਦੀਆਂ ਨੇ। ਆਪਾਂ ਇਹਨਾਂ ਨੂੰ ਵੀ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ, ਤੁਹਾਨੂੰ ਪ੍ਰੋਪਰਲੀ ਸਮਝ ਆਊਗਾ। ਜਿੰਨੀਆਂ ਵੀ ਚੀਜ਼ਾਂ ਮੈਂ ਇੱਥੇ ਦੱਸ ਰਿਹਾ, ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਸਾਡੇ ਐਗਜ਼ਾਮਸ ਦੇ ਵਿੱਚ ਕੁਐਸਚਨਸ ਆਉਂਦੇ ਨੇ, ਐਂਡ ਮੈਂ ਤੁਹਾਨੂੰ ਗਾਰੰਟੀ ਦੇਣਾ ਕਿ ਜਦੋਂ ਆਪਾਂ ਪੋਲਿਟੀ ਵਾਲਾ ਪਾਰਟ ਕਵਰ ਕਰ ਲਵਾਂਗੇ, ਜਦੋਂ ਮੈਂ ਇਹਨਾਂ ਨੂੰ ਇੱਕ ਇੱਕ ਟੌਪਿਕ ਨੂੰ ਤੁਹਾਨੂੰ ਪੜ੍ਹਾ ਦੇਵਾਂਗਾ, ਤਾਂ ਤੁਸੀਂ ਇੱਕ ਵੀ ਕੁਐਸਚਨ ਇਦਾਂ ਦਾ ਖੁਦ ਰੇਜ਼ ਨਹੀਂ ਕਰੋਗੇ ਕਿ ਜਿਹੜਾ ਤੁਸੀਂ ਕਹੋਗੇ ਕਿ ਸਰ ਸਾਨੂੰ ਨਹੀਂ ਆਂਦਾ। ਤੁਹਾਨੂੰ ਸਾਰੇ ਕੁਐਸਚਨਸ ਆਉਂਦੇ ਹੋਣਗੇ, ਚਾਹੇ ਪੇਪਰ ਦੀ ਗੱਲ ਕਰੀਏ, ਚਾਹੇ ਮੈਂ ਟੈਸਟ ਦਊਂਗਾ ਉਹਦੀ ਗੱਲ ਕਰੀਏ। ਪੜਨ ਤੋਂ ਬਾਅਦ ਅਗਰ ਤੁਸੀਂ ਮੇਰਾ ਸਾਥ ਦਿਓਗੇ, ਪ੍ਰੋਪਰਲੀ ਜਿਵੇਂ ਚੀਜ਼ਾਂ ਮੈਂ ਪੜ੍ਹਾ ਰਿਹਾ ਸਿੰਪਲੈਸਟ ਵੇ ਦੇ ਵਿੱਚ ਤੁਸੀਂ ਉਦਾਂ ਹੀ ਅਗਰ ਉਹਨੂੰ ਪੜ੍ਹਦੇ ਰਹੋਗੇ, ਤਾਂ ਤੁਸੀਂ, ਮੈਂ ਗਾਰੰਟੀ ਦੇ ਰਿਹਾ ਕਿ ਤੁਸੀਂ ਇੱਕ ਵੀ ਕੁਐਸਚਨ ਇਦਾਂ ਦਾ ਨਹੀਂ ਹੋਊਗਾ ਜਿਹੜਾ ਤੁਸੀਂ ਨਾ ਅਟੈਂਪਟ ਕਰ ਪਾਓਗੇ। ਬਟ ਪੜਨ ਤੋਂ ਬਾਅਦ, ਠੀਕ ਹੈ, ਇੱਕ ਟੌਪਿਕ ਪੜਾਉਂਗਾ, ਉਸ ਦੇ ਨਾਲ ਉਸਦੇ ਕੁਐਸਚਨਸ ਵੀ ਕਰਾਉਂਗਾ, ਐਂਡ ਕੁਐਸਚਨਸ ਤੁਸੀਂ ਈਜ਼ੀਲੀ ਅਟੈਂਪਟ ਕਰ ਪਾਓਗੇ। ਉਸ ਤੋਂ ਬਾਅਦ ਟੈਸਟ ਵੀ ਲਵਾਂਗਾ, ਠੀਕ ਹੈ ਜੀ, ਠੀਕ ਹੈ ਜੀ। ਤਾਂ ਇੱਥੇ ਆਪਾਂ ਗੱਲ ਕਰਦੇ ਹਾਂ, ਹਾਂਜੀ, ਇੱਥੇ ਬੱਚੇ ਦਾ ਕੁਐਸਚਨ ਆ ਰਿਹਾ ਕਿ ਸਰ ਕਿਹੜੇ ਐਗਜ਼ਾਮ ਲੈਵਲ ਦੀ ਤਿਆਰੀ ਕਰਾਓਗੇ। ਦੇਖੋ ਐਗਜ਼ਾਮ ਲੈਵਲ ਦੀ ਅਗਰ ਮੈਂ ਗੱਲ ਕਰਾਂ ਤਾਂ ਦੇਖੋ ਪੀਪੀਐਸਸੀ ਦੇ ਜਿਹੜੇ ਐਗਜ਼ਾਮ ਹੁੰਦੇ ਨੇ, ਠੀਕ ਹੈ, ਪੀਪੀਐਸਸੀ ਦੇ ਜਿਹੜੇ ਸਾਡੇ ਐਗਜ਼ਾਮ ਹੁੰਦੇ ਨੇ, ਪੀਪੀਐਸਸੀ ਦੇ ਐਗਜ਼ਾਮਸ, PSSB ਦੇ ਐਗਜ਼ਾਮ, ਪੀਪੀਐਸਸੀ ਯਾਨੀ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਜਿਹੜੇ ਐਗਜ਼ਾਮ, ਜਸਟ ਲਾਈਕ ਨਾਇਬ ਤਹਿਸੀਲਦਾਰ, ਕੋਆਪਰੇਟਿਵ ਇੰਸਪੈਕਟਰ, ਐਨਾਲਿਸਟ ਦੀਆਂ ਵੈਕੈਂਸੀਆਂ ਆਣਗੀਆਂ, ਠੀਕ ਹੈ, ਫੰਕਸ਼ਨਲ ਮੈਨੇਜਰ ਦੀ ਵੈਕੈਂਸੀ ਨਿਕਲੀ ਹੋਈ ਹੈ ਆਲਰੇਡੀ, ਸੀਨੀਅਰ ਅਸਿਸਟੈਂਟ ਹੋ ਗਿਆ, ਇਦਾਂ ਦੀ ਵੈਕੈਂਸੀਜ਼ ਹੋ ਗਈਆਂ। ਜਾਂ ਫਿਰ PSSB ਯਾਨੀ ਕਿ ਇਹ ਬੋਰਡ ਜਿਹੜਾ ਹੈਗਾ, PSSB ਜਿਹੜਾ ਹੈਗਾ, ਇਹ ਗਰੁੱਪ C ਤੇ D ਦੀ ਰਿਕਰੂਟਮੈਂਟਸ ਕਰਦਾ, ਦੈਟ ਇਜ਼ ਪੰਜਾਬ ਸਬਆਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ।
ਪਟਵਾਰੀ ਦੀ ਵੈਕੈਂਸੀ ਹੋਗੀ, ਜੇਲ੍ਹ ਵਾਰਡਨ ਦੀ ਵੈਕੈਂਸੀਜ਼ ਹੋਗੀ, ਪਟਵਾਰੀ ਦੀਆਂ ਹੋਰ ਵੈਕੈਂਸੀ ਆਣਗੀਆਂ ਉਹਨਾਂ ਦੀ ਗੱਲ ਕਰੀਏ, FCI ਦੀਆਂ ਵੈਕੈਂਸੀਆਂ ਆਣਗੀਆਂ ਉਹਨਾਂ ਦੀ ਗੱਲ ਕਰੀਏ, ਰੂਰਲ ਪੰਚਾਇਤ ਦੀਆਂ ਵੈਕੈਂਸੀ ਆਣਗੀਆਂ ਉਹਨਾਂ ਦੀ ਗੱਲ ਕਰੀਏ, ਤਾਂ ਜਿਹੜੀਆਂ ਵੀ ਵੈਕੈਂਸੀਜ਼ ਆਣਗੀਆਂ, ਠੀਕ ਹੈ, ਉਹਨਾਂ ਬਾਰੇ ਆਪਾਂ ਡਿਟੇਲ ਦੇ ਵਿੱਚ ਪੜਾਂਗੇ ਸਾਰਾ ਕੁਝ ਉਹਨਾਂ ਬਾਰੇ। ਉਹਨਾਂ ਦੇ ਵਿੱਚ ਜੋ ਜੋ ਕੁਐਸਚਨਸ ਆਉਂਦੇ ਨੇ, ਪੋਲਿਟੀ ਦੇ ਸਾਰੇ ਕੁਐਸਚਨਸ ਨੂੰ ਮੈਂ ਕਵਰ ਕਰਾਉਂਗਾ, ਸਭ ਕੁਝ ਡਿਟੇਲ ਦੇ ਵਿੱਚ ਸਮਝਾਂਗੇ, ਆਪਾਂ ਪੜਾਂਗੇ ਐਂਡ पूरी कोशिश रहेगी कि ਤੁਹਾਨੂੰ पूरी तरह सपोर्ट किया जाए, पूरी तरह गाइडेंस देके पूरी तरह पढ़ाया जाए। चलो अगे बढ़ते हैं, स्टार्ट करते हैं पढ़ाई वाला पार्ट भी, ठीक है। बेसिक चीज़ां समझ आ गई होणगियां, किसी को कोई डाउट हैगा तो पूछ सकते हो, ठीक है। हुण थोड़ा पढ़ाई वाल बढ़ते हैं, पढ़ाई स्टार्ट करते हैं, पढ़ना स्टार्ट करते हैं कि एक्चुअल दे विच चीज़ां दी शुरुआत किद्दां हुई, ठीक है। बाकी दे सब्जेक्ट भी पढ़ाए जाएंगे, ठीक है, डिफरेंट टीचर्स तुहानूं टीच करनगे डिफरेंट सब्जेक्ट्स, ठीक है जी। तो बाकी दे पार्ट्स दी भी गल करांगे एंड ਅੱਜ ਆਪਾਂ ਪੋਲਿਟੀ ਵਾਲਾ ਆਪਣਾ ਪਾਰਟ ਸਟਾਰਟ ਕਰਦੇ ਹਾਂ, ਠੀਕ ਹੈ। ਪੋਲਿਟੀ ਵਾਲਾ ਪਾਰਟ ਸਟਾਰਟ ਕਰਦੇ ਹਾਂ। ਦੇਖੋ ਸਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਸਾਨੂੰ ਆਜ਼ਾਦੀ ਮਿਲੀ 1947 ਦੇ ਵਿੱਚ, 15 ਅਗਸਤ 1947 ਨੂੰ ਭਾਰਤ ਆਜ਼ਾਦ ਹੁੰਦਾ ਹੈਗਾ। ਬਟ ਆਜ਼ਾਦੀ ਤੋਂ ਪਹਿਲੇ ਕੀ ਸੀਗਾ? ਬ੍ਰਿਟਿਸ਼ ਰੂਲ। ਹੁਣ ਜਿਹੜਾ ਬ੍ਰਿਟਿਸ਼ ਰੂਲ ਸੀਗਾ ਇਹ ਇੰਡੀਆ ਦੇ ਵਿੱਚ ਕਿੱਦਾਂ ਆਇਆ ਸੀਗਾ? ਤਾਂ ਸਨ 1600 ਈਸਵੀ ਦੇ ਵਿੱਚ ਕੁਝ ਅੰਗਰੇਜ਼, ਕੁਝ ਬ੍ਰਿਟਿਸ਼ਰ ਬਿਜ਼ਨਸ ਕਰਨ ਦੇ ਨਾਮ ਤੋਂ ਇੰਡੀਆ ਦੇ ਵਿੱਚ ਆਉਂਦੇ ਨੇ, ਜਿਹਨੂੰ ਆਪਾਂ ਕਹਿੰਦੇ ਆ ਈਸਟ ਇੰਡੀਆ ਕੰਪਨੀ। ਯਾਨੀ ਕਿ ਬ੍ਰਿਟਿਸ਼ ਗਵਰਨਮੈਂਟ ਇੱਕ ਕੁਝ ਬੰਦਿਆਂ ਨੂੰ ਕੁਝ ਪਾਵਰਸ ਦੇ ਕੇ ਇੱਥੇ ਭੇਜਦੀ ਹੈ ਕਿ ਜਾਓ ਇੰਡੀਆ ਦੇ ਵਿੱਚ ਜਾ ਕੇ ਬਿਜ਼ਨਸ ਕਰੋ ਐਂਡ ਉਸ ਨੂੰ ਨਾਮ ਦਿੱਤਾ ਜਾਂਦਾ ਈਸਟ ਇੰਡੀਆ ਕੰਪਨੀ। ਈਸਟ ਇੰਡੀਆ ਕੰਪਨੀ ਇੱਥੇ ਆਂਦੀ ਹੈਗੀ ਆ, ਠੀਕ ਹੈ, ਸਨ 1600 ਈਸਵੀ ਦੇ ਵਿੱਚ, ਤੇ ਇੱਥੇ ਆ ਕੇ ਬਿਜ਼ਨਸ ਦੇ ਪਰਪਸ ਤੋਂ, ਟ੍ਰੇਡਿੰਗ ਦੇ ਪਰਪਸ ਤੋਂ ਈਸਟ ਇੰਡੀਆ ਕੰਪਨੀ ਇੱਥੇ ਆ ਕੇ ਆਪਣਾ ਕੰਮ ਸਟਾਰਟ ਕਰਦੀ ਹੈ। ਤਾਂ ਇੱਥੇ ਆ ਕੇ ਸਟਾਰਟ ਕਰਦੀ ਆ, ਹੌਲੀ ਹੌਲੀ ਬਿਜ਼ਨਸ ਨੂੰ ਐਕਸਪੈਂਡ ਕਰਦੇ ਜਾਂਦੇ ਨੇ। ਇੱਥੇ ਦੇ ਜਿਹੜੇ ਰਾਜੇ ਮਹਾਰਾਜੇ ਸੀ ਉਹਨਾਂ ਨੂੰ ਆਪਸ 'ਚ ਲੜਾ ਰਹੇ ਨੇ, ਮਿਲਦੇ ਜੁਲਦੇ ਜਾ ਰਹੇ ਨੇ ਉਹਨਾਂ ਦੇ ਨਾਲ, ਤੇ ਹੌਲੀ ਹੌਲੀ ਕੀ ਕਰਦੇ ਨੇ? ਵਪਾਰ ਤਾਂ ਕਰ ਹੀ ਰਹੇ ਸੀ, ਵਪਾਰ ਤਾਂ ਸਾਰਾ ਆਪਣੇ ਕਬਜ਼ੇ 'ਚ ਕਰ ਹੀ ਲਿਆ, ਪ੍ਰਾਈਵੇਟ ਸਭ ਖਤਮ ਕਰਤਾ, ਵਪਾਰ ਸਾਰਾ ਆਪਣੇ ਕੰਟਰੋਲ 'ਚ ਕਰ ਲਿਆ। ਵਪਾਰ ਦੇ ਨਾਲ ਨਾਲ ਹੁਣ ਇਹਨਾਂ ਦੀ ਨੀਤੀ ਆ ਗਈ ਕਿ ਅਸੀਂ ਇੱਥੇ ਰਾਜ ਵੀ ਚਲਾਵਾਂਗੇ, ਗਵਰਨੈਂਸ ਵੀ ਕਰਾਂਗੇ, ਠੀਕ ਹੈ। ਇੱਥੇ ਦਾ ਜਿਹੜਾ ਸ਼ਾਸਨ ਹੈਗਾ ਉਸ ਨੂੰ ਵੀ ਆਪਣੇ ਅਧੀਨ ਲੈ ਕੇ ਆਵਾਂਗੇ। ਤਾਂ ਉਸੇ ਚੀਜ਼ ਨੂੰ ਅੱਗੇ ਵਧਾਉਂਦੇ ਹੋਏ ਇਹਨਾਂ ਨੇ ਕੁਝ ਰੂਲਸ ਐਂਡ ਰੈਗੂਲੇਸ਼ਨਸ ਨੂੰ ਸੈੱਟ ਕਰਨਾ ਇੱਥੇ ਸਟਾਰਟ ਕੀਤਾ, ਸਾਰੀ ਪਾਵਰਸ ਆਪਣੇ ਅਧੀਨ ਲੈਣੀ ਸ਼ੁਰੂ ਕੀਤੀ। ਉੱਥੇ ਬ੍ਰਿਟੇਨ ਦੇ ਵਿੱਚ ਰਾਣੀ ਬੈਠੀ, ਕਿੰਗ ਬੈਠਾ, ਉਹ ਸ਼ਾਸਨ ਚਲਾ ਰਹੇ ਸੀਗੇ। ਇੱਥੇ ਇੰਡੀਆ ਦੇ ਵਿੱਚ ਕੰਪਨੀ ਜਿਹੜੀ ਸੀਗੀ, ਈਸਟ ਇੰਡੀਆ ਕੰਪਨੀ ਸੀਗੀ, ਉਹਨੂੰ ਇੱਥੇ ਸਪੋਰਟ ਪ੍ਰੋਵਾਈਡ ਕੀਤੀ ਜਾਂਦੀ ਸੀਗੀ। ਤੇ ਬ੍ਰਿਟਿਸ਼ ਇੰਡੀਆ ਦੇ ਚੱਲਦੇ ਹੋਏ ਇੱਥੇ ਕਈ ਸਾਰੇ ਰੂਲਸ, ਕਈ ਸਾਰੇ ਸੈਟਿੰਗਸ ਜਿਹੜੀਆਂ ਸੀਗੀਆਂ ਉਹ ਬ੍ਰਿਟਿਸ਼ ਦੇ ਦੁਆਰਾ ਇੱਥੇ ਸੈਟਅਪ ਕਰਨੀਆਂ ਸ਼ੁਰੂ ਹੋ ਗਈਆਂ। ਯਾਨੀ ਕਿ ਪਹਿਲਾਂ ਸਿਰਫ ਬਿਜ਼ਨਸ ਸੀਗਾ, ਵਪਾਰ ਸੀਗਾ, ਬਟ ਹੁਣ ਰਾਜ ਆ ਗਿਆ, ਰਾਜ ਕਰਨ ਲੱਗ ਗਏ। ਤਾਂ ਰਾਜ ਉਹ ਕਰਨ ਲੱਗ ਗਏ, ਉਹ ਸਾਰੀਆਂ ਚੀਜ਼ਾਂ ਆਪਾਂ ਹਿਸਟਰੀ ਦਾ ਪਾਰਟ ਮੰਨਦੇ ਆ। ਬਟ ਜਿਹੜੇ ਉਹਨਾਂ ਨੇ ਇੱਥੇ ਰੂਲਸ ਐਂਡ ਰੈਗੂਲੇਸ਼ਨਸ ਨੂੰ ਸੈੱਟ ਕੀਤਾ ਚੀਜ਼ਾਂ ਨੂੰ ਚਲਾਉਣ ਵਾਸਤੇ, ਗਵਰਨੈਂਸ ਜਿਹੜੀ ਉਹ ਲੈ ਕੇ ਆਏ, ਠੀਕ ਹੈ, ਉਹ ਸਾਡਾ ਇੱਥੇ ਪੋਲਿਟੀ ਦਾ ਹਿੱਸਾ ਮੰਨਿਆ ਜਾਂਦਾ, ਉਹ ਇੱਥੇ ਸਾਡਾ ਪੋਲਿਟੀ ਦਾ ਹਿੱਸਾ ਮੰਨਿਆ ਜਾਂਦਾ। ਤਾਂ ਇਹਨਾਂ ਨੇ ਕੀ ਕੀਤਾ, ਠੀਕ ਹੈ। ਉਸ ਤੋਂ ਬਾਅਦ ਅੰਗਰੇਜ਼ਾਂ ਦੇ ਅਗਰ ਮੈਂ ਸ਼ਾਸਨ ਕਾਲ ਦੀ ਗੱਲ ਕਰਾਂ ਤਾਂ ਅੰਗਰੇਜ਼ਾਂ ਦਾ ਸ਼ਾਸਨ ਕਾਲ ਆਪਾਂ ਦੋ ਹਿੱਸਿਆਂ 'ਚ ਵੰਡਦੇ ਹਾਂ। ਅੰਗਰੇਜ਼ਾਂ ਦਾ ਜਿਹੜਾ ਸ਼ਾਸਨ ਕਾਲ ਸੀਗਾ ਉਹ ਆਪਾਂ ਦੋ ਹਿੱਸਿਆਂ 'ਚ ਵੰਡਦੇ ਹਾਂ, ਕਿਉਂਕਿ ਸਭ ਤੋਂ ਪਹਿਲਾਂ ਇੱਥੇ ਆਈ ਈਸਟ ਇੰਡੀਆ ਕੰਪਨੀ। ਉਸ ਤੋਂ ਬਾਅਦ ਕੀ ਹੋਇਆ? ਈਸਟ ਇੰਡੀਆ ਕੰਪਨੀ ਨੂੰ ਖਤਮ ਕਰਕੇ ਅੰਗਰੇਜ਼ ਆਪ ਆ ਗਏ, ਬ੍ਰਿਟਿਸ਼ਰਸ ਜਿਹੜੇ ਸੀਗੇ ਉਹ ਆਪ ਆ ਗਏ, ਠੀਕ ਹੈ, ਬ੍ਰਿਟਿਸ਼ਰ ਜਿਹੜੇ ਸੀਗੇ ਉਹ ਆਪ ਆ ਗਏ। ਤਾਂ ਇਸ ਕਰਕੇ ਆਪਾਂ ਜਿਹੜਾ ਇੰਡੀਆ ਦੇ ਵਿੱਚ ਕਾਨੂੰਨ ਚੱਲਿਆ, ਜਿਹੜਾ ਬ੍ਰਿਟਿਸ਼ਰਸ ਦਾ ਰੂਲ ਚੱਲਿਆ, ਉਹਨੂੰ ਦੋ ਹਿੱਸਿਆਂ 'ਚ ਵੰਡਦੇ ਆ, ਈਸਟ ਇੰਡੀਆ ਕੰਪਨੀ ਤੇ ਬ੍ਰਿਟਿਸ਼ ਰੂਲ। ਤਾਂ ਜਿਹਨੂੰ ਆਪਾਂ ਕਹਿੰਦੇ ਆ ਦਾ ਕੰਪਨੀਜ਼ ਐਡਮਿਨਿਸਟ੍ਰੇਸ਼ਨ ਐਂਡ ਦਾ ਕਰਾਊਨ ਐਡਮਿਨਿਸਟ੍ਰੇਸ਼ਨ। ਕਰਾਊਨ ਮਤਲਬ ਬ੍ਰਿਟੇਨ ਤੋਂ ਜਿਹੜਾ ਕਰਾਊਨ ਚੱਲ ਰਿਹਾ, ਕਿੰਗ ਕੁਈਨ ਚੱਲ ਰਹੇ ਨੇ, ਉਹ ਰਾਜ ਕਰ ਰਹੇ ਨੇ, ਤੇ ਉਸ ਤੋਂ ਪਹਿਲਾਂ ਕੰਪਨੀ ਰਾਜ ਕਰ ਰਹੀ ਸੀਗੀ। ਤਾਂ ਇਹਨਾਂ ਨੇ ਇੱਥੇ ਕੁਝ ਰੈਗੂਲੇਸ਼ਨਸ ਲੈ ਕੇ ਆਂਦੀ, ਕੁਝ ਐਕਟਸ ਲੈ ਕੇ ਆਂਦੇ, ਜਿਨ੍ਹਾਂ ਨੂੰ ਆਪਾਂ ਡਿਸਕਸ ਕਰਾਂਗੇ, ਜਿਨ੍ਹਾਂ ਨੂੰ ਲੈ ਕੇ ਸਾਡੇ ਪੇਪਰ ਦੇ ਵਿੱਚ ਕੁਐਸਚਨਸ ਆਂਦੇ ਨੇ, ਠੀਕ ਹੈ। ਮੈਂ ਦੱਸ ਰਿਹਾ ਇੰਡੀਪੈਂਡੈਂਸ ਤੋਂ ਕਿੰਨੀ ਦੇਰ ਪਹਿਲਾਂ ਦੀ ਗੱਲ ਹੈ, ਆਪਾਂ ਸਾਰੀ ਡਿਸਕਸ਼ਨ ਕਰਾਂਗੇ। ਤਾਂ ਸਭ ਤੋਂ ਪਹਿਲਾਂ ਕੰਪਨੀਜ਼ ਐਡਮਿਨਿਸਟ੍ਰੇਸ਼ਨ ਦੀ ਅਗਰ ਆਪਾਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਕੋਲ ਇੱਕ ਐਕਟ ਆਂਦਾ ਹੈਗਾ, ਦੈਟ ਇਜ਼ ਦਾ ਰੈਗੂਲੇਟਿੰਗ ਐਕਟ ਆਫ 1773। ਐਕਚੁਅਲ ਦੇ ਵਿੱਚ ਗਵਰਨੈਂਸ ਦੀ ਅਗਰ ਮੈਂ ਗੱਲ ਕਰਾਂ, ਯਾਨੀ ਕਿ ਸ਼ਾਸਨ ਵਾਸਤੇ ਰੂਲਸ ਐਂਡ ਰੈਗੂਲੇਸ਼ਨਸ ਦੀ ਅਗਰ ਆਪਾਂ ਗੱਲ ਕਰੀਏ ਤਾਂ ਕੰਪਨੀ ਨੇ ਆਪਣਾ ਐਡਮਿਨਿਸਟ੍ਰੇਸ਼ਨ ਇੱਥੇ ਵਰਕ ਕਰਨਾ ਸਟਾਰਟ ਕੀਤਾ 1773 ਈਸਵੀ ਦੇ ਵਿੱਚ ਇੱਕ ਐਕਟ ਦੇ ਨਾਲ। 1773 ਈਸਵੀ ਦੇ ਵਿੱਚ ਇੱਕ ਐਕਟ ਪਾਸ ਕੀਤਾ ਜਾਂਦਾ, 1773 ਦੇ ਵਿੱਚ ਇੱਕ ਐਕਟ ਪਾਸ ਕੀਤਾ ਜਾਂਦਾ, ਜਿਹਨੂੰ ਕਹਿੰਦੇ ਆ ਰੈਗੂਲੇਟਿੰਗ ਐਕਟ ਆਫ 1773। ਹੁਣ ਐਕਟ ਜਿਹੜਾ ਸੀਗਾ ਕੁਝ ਰੂਲਸ ਐਂਡ ਰੈਗੂਲੇਸ਼ਨਸ ਨੂੰ ਇੰਡੀਆ ਦੇ ਵਿੱਚ ਸੈੱਟ ਕਰਦਾ ਸੀਗਾ। ਤਾਂ ਕੀ ਚੇਂਜਸ ਲੈ ਕੇ ਆਇਆ, ਕੀ ਪ੍ਰਾਵਧਾਨ ਲੈ ਕੇ ਆਇਆ ਇੰਡੀਆ ਦੇ ਵਿੱਚ? ਤਾਂ ਦੇਖੋ, ਸਭ ਤੋਂ ਪਹਿਲਾਂ ਇੱਥੇ ਕੀ ਹੁੰਦਾ ਸੀਗਾ, ਬੰਗਾਲ ਦੇ ਵਿੱਚ ਇੱਕ ਗਵਰਨਰ ਹੁੰਦਾ ਸੀਗਾ। ਇੰਡੀਆ ਦੇ ਵਿੱਚ ਬੇਸਿਕਲੀ 1773 ਤੋਂ ਪਹਿਲਾਂ ਬੰਗਾਲ ਦੇ ਵਿੱਚ ਇੱਕ ਗਵਰਨਰ ਹੁੰਦਾ ਸੀਗਾ। ਬਟ ਜਦੋਂ ਈਸਟ ਇੰਡੀਆ ਕੰਪਨੀ ਕਮਾਂਡ ਆਪਣੇ ਅੰਦਰ ਲੈਂਦੀ ਹੈ, ਗਵਰਨੈਂਸ ਨੂੰ ਰੀਫਾਰਮ ਕਰਦੀ ਹੈ, ਆਪਣੇ ਕੰਟਰੋਲ 'ਚ ਲੈ ਕੇ ਆਉਂਦੀ ਹੈ,
ਤਾਂ ਬੰਗਾਲ ਦਾ ਜਿਹੜਾ ਗਵਰਨਰ ਸੀਗਾ ਉਸ ਦੀ ਪੋਸਟ ਬਦਲ ਕੇ ਹੁਣ ਬਣਾ ਦਿੱਤੀ ਗਈ ਗਵਰਨਰ ਜਨਰਲ ਆਫ ਬੰਗਾਲ। ਗਵਰਨਰ ਜਨਰਲ ਯਾਨੀ ਕਿ ਪੋਸਟ ਨੂੰ ਹੋਰ ਅੱਗੇ ਹੋਰ ਉੱਚਾ ਕਰ ਦਿੱਤਾ ਗਿਆ, ਉਹਨੂੰ ਹੋਰ ਪਾਵਰ ਦੇ ਦਿੱਤੀਆਂ ਗਈਆਂ। ਨਾਓ ਗਵਰਨਰ ਆਫ ਬੰਗਾਲ ਵਿਲ ਬਿਕੇਮ ਦਾ ਗਵਰਨਰ ਜਨਰਲ ਆਫ ਬੰਗਾਲ, ਉਹਨੂੰ ਬਣਾ ਦਿੱਤਾ ਗਿਆ ਗਵਰਨਰ ਜਨਰਲ। ਪਹਿਲੇ ਬੰਦਾ ਸੀਗਾ ਇੱਕ ਗਵਰਨਰ, ਹੁਣ ਆਪਣਾ ਬੰਦਾ ਅਪਾਇੰਟ ਕਰਕੇ ਉਹਨੂੰ ਗਵਰਨਰ ਜਨਰਲ ਬਣਾਤਾ। ਠੀਕ ਹੈ ਜੀ। ਉਸ ਤੋਂ ਬਾਅਦ ਆ ਗਵਰਨਰ ਜਨਰਲ ਨੂੰ ਅਸਿਸਟ ਕਰਨ ਵਾਸਤੇ ਯਾਨੀ ਕਿ ਇਹਦੇ ਅੰਡਰ ਕੰਮ ਕਰਨ ਵਾਸਤੇ 4 ਬੰਦਿਆਂ ਦੀ ਇੱਕ ਕਮੇਟੀ ਬਣਾਤੀ। 4 ਬੰਦਿਆਂ ਦੀ ਇੱਕ ਕਮੇਟੀ ਬਣਾਤੀ ਜਿਹਨੂੰ ਕਹਿੰਦੇ ਸੀਗੇ ਐਗਜ਼ੀਕਿਊਟਿਵ ਕਾਉਂਸਲ। ਐਗਜ਼ੀਕਿਊਟਿਵ ਕਾਉਂਸਲ ਇਹ 4 ਬੰਦੇ ਕੀ ਕਰਨਗੇ, ਜਿਹੜਾ ਕੁਝ ਗਵਰਨਰ ਜਨਰਲ ਕਹੂਗਾ ਉਹਦੇ ਅਧੀਨ ਕੰਮ ਕਰਨਗੇ, ਉਹਦੇ ਅਧੀਨ ਕੰਮ ਕਰਨਗੇ। 4 ਬੰਦਿਆਂ ਦੀ ਇੱਕ ਕਮੇਟੀ। ਤਾਂ ਜਿਹੜੇ ਪਹਿਲੇ ਗਵਰਨਰ ਜਨਰਲ ਇੱਥੇ ਬੰਗਾਲ ਦੇ ਬਣਾਏ ਗਏ, ਪਹਿਲੇ ਗਵਰਨਰ ਜਨਰਲ ਬਣਾਏ ਗਏ, ਇਹਨਾਂ ਦਾ ਨਾਮ ਸੀਗਾ ਵਾਰਨ ਹਾਸਟਿੰਗ। ਵਾਰਨ ਹਾਸਟਿੰਗ ਪਹਿਲੇ ਗਵਰਨਰ ਜਨਰਲ ਬਣਾਏ ਗਏ, ਪਹਿਲੇ ਗਵਰਨਰ ਜਨਰਲ। ਕਲੀਅਰ ਜੀ। ਨਹੀਂ ਪੰਜਾਬ ਜੀਕੇ ਦੀ ਬੁੱਕ ਵਿੱਚ ਸਾਰਾ ਕੁਝ ਅਵੇਲੇਬਲ ਨਹੀਂ ਹੈਗਾ। ਠੀਕ ਹੈ, ਪੰਜਾਬ ਜੀਕੇ ਦੀ ਕਿਤਾਬ 'ਚ ਸਾਰਾ ਕੁਝ ਅਵੇਲੇਬਲ ਨਹੀਂ ਹੈ ਕਿਉਂਕਿ ਆਪਾਂ ਹਲੇ ਇੰਡੀਆ ਦੀ ਗੱਲ ਕਰ ਰਹੇ ਹਾਂ, ਆਪਾਂ ਇਕੱਲੇ ਪੰਜਾਬ ਦੀ ਗੱਲ ਨਹੀਂ ਕਰ ਰਹੇ। ਠੀਕ ਹੈ ਜੀ। Oppo A53 ਜੋ ਵੀ ਬੇਸਿਕਲੀ ਰੀਅਲ ਨੇਮ ਨਹੀਂ ਮੈਨੂੰ ਪਤਾ ਹੈਗਾ, ਤਾਂ ਬੇਸਿਕਲੀ ਆਪਾਂ ਗੱਲ ਇੱਥੇ ਕਰ ਰਹੇ ਹਾਂ ਕਿਹਦੀ, ਪੰਜਾਬ ਜੀਕੇ ਦੀ ਨਹੀਂ, ਇੰਡੀਅਨ ਪੋਲਿਟੀ ਦੀ ਗੱਲ ਕਰ ਰਹੇ ਹਾਂ। ਠੀਕ ਹੈ। ਤਾਂ ਵਾਰਨ ਹੈਸਟਿੰਗ ਪਹਿਲੇ ਗਵਰਨਰ ਜਨਰਲ ਬਣੇ ਬੰਗਾਲ ਦੇ, ਤੇ ਗਵਰਨਰ ਜਨਰਲ ਨੂੰ ਅਸਿਸਟ ਕਰਨ ਵਾਸਤੇ 4 ਬੰਦਿਆਂ ਦੀ ਇੱਕ ਕਾਉਂਸਲ ਐਗਜ਼ੀਕਿਊਟਿਵ ਕਾਉਂਸਲ ਬਣਾ ਦਿੱਤੀ ਗਈ। ਉਸ ਤੋਂ ਬਾਅਦ ਗੱਲ ਕਰੀਏ, ਸੁਪਰੀਮ ਕੋਰਟ ਬਣਾਇਆ ਗਿਆ ਇੰਡੀਆ ਦੇ ਵਿੱਚ। ਪਹਿਲਾ ਸੁਪਰੀਮ ਕੋਰਟ ਇੰਡੀਆ ਦੇ ਵਿੱਚ ਬਣਿਆ ਸੀਗਾ ਕਲਕੱਤਾ ਦੇ ਵਿੱਚ, ਜਿਸ ਦੇ ਵਿੱਚ ਇੱਕ ਚੀਫ ਜਸਟਿਸ ਆਫ ਡੈਟ ਕੋਰਟ ਸੀਗਾ ਤੇ 3 ਜੱਜ ਸੀਗੇ। 3 ਜੱਜ ਬਣਾਏ ਗਏ ਤੇ ਇੱਕ CGI, ਯਾਨੀ ਕਿ ਟੋਟਲ 4 ਬੰਦੇ ਬਿਠਾ ਕੇ ਸੁਪਰੀਮ ਕੋਰਟ ਦੀ ਸ਼ੁਰੂਆਤ ਇੱਥੇ ਹੁੰਦੀ ਹੈਗੀ ਹੈ ਕਲਕੱਤਾ ਤੋਂ। ਤਾਂ ਬੇਸਿਕਲੀ ਇੱਕ ਕੁਐਸਚਨ ਪੇਪਰ ਦੇ ਵਿੱਚ ਇਦਾਂ ਦਾ ਵੀ ਆਂਦਾ ਹੈਗਾ ਕਿ ਇੰਡੀਆ ਦੇ ਵਿੱਚ ਸੁਪਰੀਮ ਕੋਰਟ, ਪਹਿਲਾ ਸੁਪਰੀਮ ਕੋਰਟ ਕਿੱਥੇ ਬਣਾਇਆ ਗਿਆ ਸੀਗਾ, ਪਹਿਲਾ ਸੁਪਰੀਮ ਕੋਰਟ, ਤਾਂ ਪਹਿਲਾ ਸੁਪਰੀਮ ਕੋਰਟ ਬਣਿਆ ਸੀਗਾ ਕਲਕੱਤਾ ਦੇ ਵਿੱਚ। ਕਿਹੜੇ ਐਕਟ ਦੇ ਤਹਿਤ ਬਣਾਇਆ ਗਿਆ ਸੀਗਾ, 1773 ਦਾ ਰੈਗੂਲੇਟਿੰਗ ਐਕਟ। ਇਦਾਂ ਦੇ ਕੁਐਸਚਨ ਪੇਪਰ ਦੇ ਵਿੱਚ ਆ ਚੁੱਕੇ ਨੇ। ਠੀਕ ਹੈ ਜੀ। ਅੱਗੇ ਗੱਲ ਕਰਾਂਗੇ। ਉਸ ਤੋਂ ਬਾਅਦ ਜਿਹੜੇ ਸਰਵੈਂਟ ਸੀਗੇ, ਜਿਹੜੇ ਨੌਕਰ ਸੀਗੇ, ਇਹਨਾਂ ਨੂੰ ਪ੍ਰਾਈਵੇਟ ਟ੍ਰੇਡ ਕਰਨ ਤੋਂ ਮਨਾ ਕਰ ਦਿੱਤਾ ਗਿਆ। ਪ੍ਰਾਈਵੇਟ ਟ੍ਰੇਡ ਨਹੀਂ ਹੋਗੀ ਕਿ ਕਿਸੇ ਵੀ ਤਰ੍ਹਾਂ ਦੀ ਪ੍ਰਾਈਵੇਟ ਟ੍ਰੇਡ ਤੁਸੀਂ ਨਹੀਂ ਕਰ ਸਕਦੇ ਹੈਗੇ, ਮਤਲਬ ਪ੍ਰਾਈਵੇਟ ਤਰ੍ਹਾਂ ਦੇ ਪ੍ਰਾਈਵੇਟ ਲੈਵਲ ਤੇ ਵਪਾਰ ਨਹੀਂ ਹੋਏਗਾ। ਹੁਣ ਜੋ ਵੀ ਹੋਊਗਾ ਇਹ ਕੰਪਨੀ ਦੀ ਪਰਮਿਸ਼ਨ ਦੇ ਨਾਲ ਹੋਊਗਾ, ਕਿਸੇ ਤਰ੍ਹਾਂ ਦੀ ਰਿਸ਼ਵਤ ਨਹੀਂ ਚੱਲੂਗੀ। ਠੀਕ ਹੈ, ਯਾਨੀ ਕਿ ਤੁਸੀਂ ਆਪਣੇ ਲੈਵਲ ਤੇ ਕੰਪਨੀ ਤੋਂ ਬਚਦੇ ਬਚਾਉਂਦੇ ਜਿਹੜੇ ਵਰਕਰਸ ਹੈਗੇ ਨੇ, EMPLOYEES ਹੈਗੇ ਨੇ, ਆਪਣੇ ਲੈਵਲ ਤੇ ਰਿਸ਼ਵਤ ਲੈ ਕੇ ਜਿਹੜੇ ਹੁੰਦੇ ਆ ਨਾ ਕੰਮ ਚੱਲਦਾ, ਅੱਜ ਕੱਲ ਸਰਕਾਰਾਂ ਦੇ ਵਿੱਚ ਵੀ ਚੱਲਦਾ ਸੀ, ਉਹ ਸਾਰਾ ਚੀਜ਼ ਪਹਿਲੇ ਵੀ ਚੱਲਦਾ ਸੀ, ਉਸ ਨੂੰ ਰੋਕਣ ਵਾਸਤੇ ਇੱਥੇ ਰੈਗੂਲੇਟਿੰਗ ਐਕਟ ਆਇਆ। ਉਸ ਤੋਂ ਬਾਅਦ ਕੋਰਟ ਆਫ ਡਾਇਰੈਕਟਰ ਬਣਾਏਗੇ, ਇੱਕ ਅਲੱਗ ਤੋਂ ਬਾਡੀ ਬਣਾਏਗੀ ਕੋਰਟ ਆਫ ਡਾਇਰੈਕਟਰਸ। ਇਹ ਕੋਰਟ ਆਫ ਡਾਇਰੈਕਟਰ ਜਿੰਨੇ ਵੀ ਈਸਟ ਇੰਡੀਆ ਕੰਪਨੀ ਦੇ ਕੰਮ ਸੀਗੇ ਇੰਡੀਆ ਦੇ ਵਿੱਚ, ਜਿਹੜੀ ਈਸਟ ਇੰਡੀਆ ਕੰਪਨੀ ਜਿਹੜੀ ਸੀਗੀ ਇੰਡੀਆ ਦੇ ਵਿੱਚ ਜੋ ਵੀ ਕਰ ਰਹੀ ਹੈ, ਈਸਟ ਇੰਡੀਆ ਕੰਪਨੀ ਇੰਡੀਆ ਦੇ ਵਿੱਚ ਜੋ ਵੀ ਕਰ ਰਹੀ ਹੈ, ਇਸ ਦੀ ਜਾਣਕਾਰੀ ਉੱਥੇ ਬ੍ਰਿਟੇਨ ਦੇ ਵਿੱਚ, UK ਦੇ ਵਿੱਚ ਬੈਠੇ ਹੋਏ ਜਿਹੜਾ ਕਰਾਊਨ ਹੈਗਾ, ਠੀਕ ਹੈ, ਉਹਨੂੰ ਪਹੁੰਚਾ ਰਿਹਾ। ਠੀਕ ਹੈ, ਈਸਟ ਇੰਡੀਆ ਕੰਪਨੀ ਦੀ ਜਿੰਨੀ ਵੀ ਬੇਸਿਕਲੀ ਫੰਕਸ਼ਨਿੰਗ ਹੈਗੀ ਹੈ, ਇਸ ਦੇ ਜਿਹੜੇ ਕੰਮ ਹੈਗੇ ਨੇ, ਉੱਥੇ ਦੀ ਗਵਰਨਮੈਂਟ ਨੂੰ ਪਹੁੰਚਾ ਰਿਹਾ ਕਿਉਂਕਿ ਇਹ ਉਹਦੇ ਅਧੀਨ ਹੀ ਕੰਮ ਕਰ ਰਿਹਾ। ਇਹ ਕੋਰਟ ਆਫ ਡਾਇਰੈਕਟਰ। ਹਾਂਜੀ, ਕਲੀਅਰ ਹੋ ਰਿਹਾ? ਕਿਸੇ ਨੂੰ ਕੋਈ ਡਾਊਟ ਆ ਰਿਹਾ ਤਾਂ ਦੱਸ ਸਕਦੇ ਹੋ। ਹਾਲੇ ਤੱਕ ਜਿੰਨਾ ਵੀ ਮੈਂ ਦੱਸਿਆ, ਅਗਰ ਕਿਸੇ ਨੂੰ ਕੋਈ ਡਾਊਟ ਆਇਆ ਤਾਂ ਤੁਸੀਂ ਪੁੱਛ ਸਕਦੇ ਹੋ। ਸਮਝ ਦੇ ਵਿੱਚ ਆਇਆ ਜਾਂ ਨਹੀਂ ਆਇਆ ਮੈਨੂੰ ਦੱਸ ਦਿਓ ਇੱਕ ਵਾਰੀ। ਕੁਝ ਔਖਾ ਤਾਂ ਨਹੀਂ ਲੱਗਿਆ ਇਹਦੇ ਵਿੱਚ, ਮੈਨੂੰ ਦੱਸੋ ਹਾਲੇ ਤੱਕ ਜਿੰਨਾ ਪੜਿਆ। ਹੁਣ ਅੱਗੋਂ ਕੀ ਹੋਊਗਾ, ਨਵੀਆਂ ਚੀਜ਼ਾਂ ਕੁਝ ਐਡ ਹੋਣਗੀਆਂ ਤੇ ਕੁਝ ਇਹਦੇ ਵਿੱਚ ਹੀ ਰੀਫਾਰਮਸ ਹੋਈ ਜਾਣੇ ਨੇ, ਜਿਵੇਂ ਜਿਵੇਂ ਅੱਗੇ ਐਕਟ ਆਪਾਂ ਚੱਲਾਂਗੇ। ਹਾਂਜੀ, ਇੱਕ ਵਾਰੀ ਫਟਾਫਟ ਦੱਸ ਦਿਓ ਕਿਸੇ ਨੂੰ ਕੋਈ ਕਨਫਿਊਜ਼ਨ ਜਾਂ ਡਾਊਟ। ਠੀਕ ਹੈ, ਕੁਝ ਪ੍ਰੋਬਲਮ? ਹਾਂਜੀ ਦੱਸ ਦਿਓ ਇੱਕ ਵਾਰੀ। ਸਰਵੈਂਟ ਬਾਰੇ ਇੱਕ ਵਾਰੀ ਫਿਰ ਦੱਸ ਦਿਓ। ਸਰਵੈਂਟ ਦੇਖੋ ਬੇਸਿਕਲੀ, ਦੇਖੋ ਕੰਪਨੀ ਦੇ ਅਧੀਨ ਜਿਹੜੇ ਵੀ ਬੰਦੇ ਕੰਮ ਕਰਦੇ ਸੀਗੇ, ਜਿਹੜੇ ਕਿ ਉੱਥੇ ਆਫੀਸਰ, ਕਲਰਕ, ਜਿਹੜੇ ਵੀ ਬੰਦੇ ਵਰਕ ਕਰਦੇ ਸੀਗੇ, ਉਹ ਆਪਣੇ ਲੈਵਲ ਤੇ ਮੰਨ ਲਓ ਹੇਰਾਫੇਰੀ ਕਰਦੇ ਸੀਗੇ, ਸਮਾਨ ਦੀ ਹੇਰਾਫੇਰੀ ਕਰਤੀ, ਰਿਸ਼ਵਤ ਲੈ ਲਈ, ਸਮਾਨ ਦੇਤਾ, ਟ੍ਰੇਡ ਕਰਤੀ, ਇਲੀਗਲ ਟ੍ਰੇਡ ਕਰਾਤੀ। ਠੀਕ ਹੈ, ਇਹ ਸਾਰਾ ਕੁਝ ਨਹੀਂ ਹੋਊਗਾ। ਇਹ ਸਾਰੀਆਂ ਚੀਜ਼ਾਂ ਤੇ ਬੈਨ ਲਗਾ ਦਿੱਤਾ ਗਿਆ। ਸਟ੍ਰਿਕਟ ਤੋਂ ਸਟ੍ਰਿਕਟ ਕਾਨੂੰਨ ਬਣਾਏ ਗਏ। ਇਹ ਚੀਜ਼ਾਂ ਨਹੀਂ ਚੱਲਣਗੀਆਂ, ਰਿਸ਼ਵਤਖੋਰੀ ਨਹੀਂ ਚੱਲੂਗੀ, ਕਿਸੇ ਤਰ੍ਹਾਂ ਦੀ ਰਿਸ਼ਵਤ ਨਹੀਂ ਲਓਗੇ ਟ੍ਰੇਡ ਕਰਨ ਵਾਸਤੇ ਕਿ ਸਮਾਨ ਉਧਰ ਪਹੁੰਚਾਣਾ ਸੀਗਾ, ਤੁਸੀਂ ਸਮਾਨ ਇੱਧਰ ਦੇਤਾ ਰਿਸ਼ਵਤ ਲੈ ਕੇ। ਕਲਰਕ ਜਿਹੜਾ ਹੁੰਦਾ ਆਪਣੇ ਲੈਵਲ ਤੇ ਕਰ ਲੈਂਦੀ, ਹੇਰਾਫੇਰੀ ਕਰ ਲੈਂਦੇ ਨੇ, ਉਹ ਚੀਜ਼ਾਂ ਨਹੀਂ ਚੱਲਣਗੀਆਂ। ਬੱਚੇ ਬੁక్స్ ਦੀ ਅਗਰ ਤੁਸੀਂ ਗੱਲ ਕਰ ਰਹੇ ਹੋ, ਬੇਸਿਕਲੀ ਇੰਡੀਅਨ ਪੋਲਿਟੀ ਦੀ ਕੋਈ ਕਿਤਾਬ ਲੈ ਸਕਦੇ ਹੋ ਤੁਸੀਂ, ਲక్ష్ਮੀਕਾਂਤ ਲੈ ਸਕਦੇ ਹੋ। ਬੇਸਿਕਲੀ ਤੁਹਾਨੂੰ ਨੋਟਸ ਪ੍ਰੋਵਾਈਡ ਕੀਤੇ ਜਾਣਗੇ, ਡੋਂਟ ਵਰੀ। ਤੁਹਾਨੂੰ ਇਹ ਵੀ PDF ਮਿਲੂਗੀ, ਨੋਟਸ ਵੀ ਦਿੱਤੇ ਜਾਣਗੇ, ਡੋਂਟ ਵਰੀ। ਠੀਕ ਹੈ ਜੀ, ਕਲਾਸ ਲਗਾ ਲਓ, ਕਲਾਸ ਤੋਂ ਬਾਅਦ ਤੁਹਾਨੂੰ ਨੋਟਸ ਜ਼ਰੂਰ ਮਿਲ ਜਾਣਗੇ, ਇਹਦੀ PDF ਵੀ ਮਿਲ ਜਾਏਗੀ। ਇੱਕ ਵਾਰੀ ਜਸਟ ਇੱਧਰ ਫੋਕਸ ਕਰੋ। ਠੀਕ ਹੈ, ਇੱਧਰ ਫੋਕਸ ਕਰੋਗੇ, ਮੈਂ ਰਿਵੀਜ਼ਨ ਵੀ ਕਰਾਉਂਗਾ, ਪ੍ਰੈਕਟਿਸ ਵੀ ਕਰਾਉਂਗਾ। ਤੁਸੀਂ ਮੈਨੂੰ ਪ੍ਰੈਜ਼ੈਂਟਲੀ ਤੁਹਾਡਾ ਫੋਕਸ ਸਿਰਫ ਮੇਰੇ ਤੇ ਹੋਣਾ ਚਾਹੀਦਾ। ਠੀਕ ਹੈ, ਮੇਰੇ ਤੇ ਫੋਕਸ ਰੱਖੋ ਸਿਰਫ, ਤੇ ਕੋਈ ਕਿਤਾਬ ਕੁਤੂਬ ਸਭ ਭੁੱਲ ਜਾਓ ਇੱਕ ਵਾਰੀ।
जस्ट फोकस ऑन मी, ठीक है। अगर मैं जो पढ़ा रहा कुछ नहीं समझते बच आ रहा उदो तुसीं मैनूं दसो, इत्थे किताब की गल आपां बाद दे विच करदे हां। क्लियर। CGI दी फुल फॉर्म चीफ जस्टिस ऑफ इंडिया इत्थे बोलिया जांदा हैगा, चीफ जस्टिस ऑफ इंडिया, मुख न्यायाधीश, मुख न्यायाधीश जिन्हों आपां कहने आ, ठीक है, मुख न्यायाधीश। क्लियर हो गया जी कोमल जी। चलो जी अगे चलते हैं। नेक्स्ट उस तो बाद आंदा हैगा अमेंडिंग एक्ट ऑफ 1781। देखो 1773 ਦੇ ਵਿੱਚ ਜਿਹੜੇ ਕਾਨੂੰਨ ਆਏ, 1773 ਦੇ ਵਿੱਚ ਜੋ ਚੀਜ਼ਾਂ ਆਈਆਂ ਉਸ ਨੂੰ ਕਰੈਕਸ਼ਨ ਦੇ ਵਿੱਚ ਲੈ ਕੇ ਆਉਣ ਵਾਸਤੇ, ਠੀਕ ਹੈ, ਉਸ ਦੇ ਵਿੱਚ ਜਿਹੜੀਆਂ ਕਮੀਆਂ ਰਹਿ ਗਈਆਂ, ਉਸ ਦੇ ਵਿੱਚ ਜੋ ਕਮੀਆਂ ਇੱਥੇ ਰਹਿ ਗਈਆਂ ਸੀਗੀਆਂ ਉਹਨਾਂ ਚੀਜ਼ਾਂ ਨੂੰ ਕਵਰ ਅਪ ਕਰਨ ਵਾਸਤੇ ਇੱਕ ਐਕਟ ਇੱਥੇ ਦਿਖਾਇਆ ਜਾਂਦਾ, ਦੈਟ ਇਜ਼ ਦਾ ਅਮੈਂਡਿੰਗ ਐਕਟ ਆਫ 1781। ਇਹ ਐਕਟ ਤੁਹਾਨੂੰ ਕਈ ਕਿਤਾਬਾਂ ਵਿੱਚ ਨਹੀਂ ਵੀ ਮਿਲੂਗਾ, ਇਹ ਵੀ ਮੈਂ ਤੁਹਾਨੂੰ ਦੱਸ ਦਿੰਦਾ, ਬਟ ਇੱਥੇ ਇਸ ਦੇ ਬਾਰੇ ਕਵਰ ਕਰਨਾ ਬਹੁਤ ਜ਼ਰੂਰੀ ਹੈਗਾ ਕਿਉਂਕਿ ਕਿਹੜੇ ਡਿਫੈਕਟਸ ਇੱਥੇ ਉਸ ਐਕਟ ਦੇ ਵਿੱਚ ਸੀਗੇ ਜਿਸ ਨੂੰ ਕਵਰ ਅਪ ਕਰਨ ਵਾਸਤੇ ਇਹ ਚੀਜ਼ਾਂ ਆਈਆਂ, ਇਹ ਸਾਡਾ ਪੜਨਾ ਬਹੁਤ ਜ਼ਰੂਰੀ ਹੈ, ਠੀਕ ਹੈ। ਤਾਂ ਜਿਹੜਾ ਐਕਟ ਸੀਗਾ, ਇਹ ਜਿਹੜੇ ਰੈਗੂਲੇਟਿੰਗ ਐਕਟ ਦੇ ਡਿਫੈਕਟ ਸੀਗੇ ਉਹਨੂੰ ਕਵਰ ਕਰਨ ਵਾਸਤੇ ਆ ਗਏ। ਹੁਣ ਇਹਦੇ ਵਿੱਚ ਕੀ ਸੀਗਾ, ਜਿਹੜਾ ਗਵਰਨਰ ਜਨਰਲ ਸੀਗਾ, ਠੀਕ ਹੈ, ਜਿਹੜਾ ਗਵਰਨਰ ਜਨਰਲ ਸੀਗਾ ਉਹਨੂੰ ਤੇ ਜਿਹੜੀ ਉਹਦੀ ਕਾਉਂਸਲ ਸੀਗੀ, 4 ਬੰਦਿਆਂ ਦੀ ਜਿਹੜੀ ਉਹਦੀ ਕਾਉਂਸਲ ਸੀਗੀ ਉਹਨੂੰ ਸੁਪਰੀਮ ਕੋਰਟ ਦੀ ਜੁਰਿਸਡਿਕਸ਼ਨ ਤੋਂ ਪਰਾ ਰੱਖਦਾ ਸੀਗਾ। ਯਾਨੀ ਕਿ ਦੇਖੋ ਇੰਡੀਆ ਦੇ ਵਿੱਚ ਕੀ ਹੁੰਦਾ, ਅੱਜ ਇੰਡੀਆ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ, ਤੁਸੀਂ ਕੋਰਟ ਦੇ ਵਿੱਚ ਜਾਂਦੇ ਹੋ, ਤੁਸੀਂ ਕੋਰਟ ਦੇ ਵਿੱਚ ਜਾਂਦੇ ਹੋ, ਠੀਕ ਹੈ। ਸਰਕਾਰ ਕੋਈ ਇਹੋ ਜਿਹੀ ਨੀਤੀ ਲੈ ਕੇ ਆਂਦੀ ਜਿਹੜੀ ਤੁਹਾਨੂੰ ਨਹੀਂ ਪਸੰਦ ਹੈਗੀ, ਤੁਸੀਂ ਕੋਰਟ ਦੇ ਵਿੱਚ ਜਾਂਦੇ ਹੋ, ਤੁਸੀਂ ਸੁਪਰੀਮ ਕੋਰਟ ਜਾ ਸਕਦੇ ਹੋ, ਠੀਕ ਹੈ। ਸਾਡੇ ਕੋਲ ਇੰਡੀਆ ਦੇ ਵਿੱਚ ਕੋਰਟ ਕਿੱਥੇ ਕਿੱਥੇ ਹੁੰਦੇ ਨੇ, ਡਿਸਟ੍ਰਿਕਟ ਕੋਰਟ, ਹਾਈ ਕੋਰਟ, ਸੁਪਰੀਮ ਕੋਰਟ, ਠੀਕ ਹੈ। ਸੁਪਰੀਮ ਕੋਰਟ ਦੇ ਵਿੱਚ ਤੁਸੀਂ ਕਦੋਂ ਕਦੋਂ ਜਾ ਸਕਦੇ ਹੋ, ਅਗਰ ਮੈਂ ਗੱਲ ਕਰਾਂ, ਠੀਕ ਹੈ, ਤਾਂ ਸੁਪਰੀਮ ਕੋਰਟ ਦੇ ਵਿੱਚ ਜਾਂ ਤਾਂ ਤੁਸੀਂ ਆਪਣੀ ਫੰਡਾਮੈਂਟਲ ਰਾਈਟਸ ਦੀ ਵਾਇਓਲੇਸ਼ਨ ਵਾਸਤੇ ਜਾ ਸਕਦੇ ਹੋ ਕਿ ਸਾਡੇ ਫੰਡਾਮੈਂਟਲ ਰਾਈਟਸ ਦਾ ਸ਼ੋਸ਼ਣ ਹੋ ਰਿਹਾ ਹੈ। ਦੂਸਰਾ ਤੁਸੀਂ ਕੋਈ ਤੁਹਾਡਾ ਕੋਈ ਕੇਸ ਚੱਲ ਰਿਹਾ ਸੀਗਾ ਹਾਈ ਕੋਰਟ ਦੇ ਵਿੱਚ, ਹਾਈ ਕੋਰਟ ਨੇ ਜੋ ਜਜਮੈਂਟ ਦਿੱਤੀ ਤੁਸੀਂ ਉਹ ਤੋਂ ਖੁਸ਼ ਨਹੀਂ ਹੋ, ਤੁਸੀਂ ਸੈਟੀਸਫਾਈ ਨਹੀਂ ਹੋ, ਤਾਂ ਤੁਸੀਂ ਅਪਰੋਚ ਕਰ ਲੋਗੇ ਹਾਇਰ ਕੋਰਟ ਯਾਨੀ ਕਿ ਸੁਪਰੀਮ ਕੋਰਟ ਦੇ ਵਿੱਚ। ਹੁਣ ਸੁਪਰੀਮ ਕੋਰਟ ਨੇ ਜਿਹੜੀ ਜੁਰਿਸਡਿਕਸ਼ਨ ਜਿਹੜੀ ਸੁਪਰੀਮ ਕੋਰਟ ਦੀ ਹੈਗੀ, ਜਿਹੜੀ ਜਜਮੈਂਟ ਉਹਨੇ ਦਿੱਤੀ, ਹਾਈ ਕੋਰਟ ਨੇ ਜਿਹੜੀ ਜਜਮੈਂਟ ਦਿੱਤੀ ਉਹ ਸੈਂਟਰ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਤੇ ਵੀ ਲਾਗੂ ਹੁੰਦੀ ਹੈ। ਜੁਡੀਸ਼ਰੀ ਸਭ ਤੋਂ ਉੱਪਰ ਹੈ, ਜੁਡੀਸ਼ਰੀ ਵਾਲਾ ਪਾਰਟ ਸਭ ਤੋਂ ਉੱਪਰ ਹੁੰਦਾ, ਕੋਰਟ ਜਿਹੜਾ ਸਭ ਤੋਂ ਉੱਪਰ ਹੈਗਾ, ਠੀਕ ਹੈ। ਜਿਹੜੇ ਗਵਰਨਮੈਂਟ ਨੇ ਨਾ ਇਹਨਾਂ ਤੋਂ ਵੀ ਉੱਪਰ ਇੱਕ ਚੀਜ਼ ਹੈਗੀ ਆ ਕੋਰਟ, ਹਾਈ ਕੋਰਟ, ਸੁਪਰੀਮ ਕੋਰਟ, ਠੀਕ ਹੈ। ਤੁਹਾਨੂੰ ਮੰਨ ਲਓ ਪੰਜਾਬ ਸਰਕਾਰ ਕੋਈ ਕਾਨੂੰਨ ਲੈ ਕੇ ਆਉਂਦੀ ਹੈਗੀ, ਕੋਈ ਏਦਾਂ ਦੀ ਨੀਤੀ ਬਣਾਤੀ ਪੰਜਾਬ ਸਰਕਾਰ ਨੇ, ਤੁਸੀਂ ਸੈਟੀਸਫਾਈ ਨਹੀਂ ਹੈਗੇ, ਤੁਸੀਂ ਖੁਸ਼ ਨਹੀਂ ਹੈਗੇ ਉਸ ਨੀਤੀ ਤੋਂ, ਤੁਸੀਂ ਕਹਿੰਦੇ ਹੋ ਕਿ ਮੇਰੇ ਅਧਿਕਾਰਾਂ ਦਾ ਸ਼ੋਸ਼ਣ ਕਰਦੀ ਹੈ ਨੀਤੀ, ਤੁਸੀਂ ਉਹ ਤੇ ਕੇਸ ਫਾਈਲ ਕਰ ਸਕਦੇ ਹੋ, ਠੀਕ ਹੈ, ਤੁਸੀਂ ਉਹਦੇ ਤੇ ਕੇਸ ਫਾਈਲ ਕਰ ਸਕਦੇ ਹੋ। ਉਹ ਕੇਸ ਫਾਈਲ ਜਿਹੜਾ ਹੋਊਗਾ, ਠੀਕ ਹੈ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਤੁਸੀਂ ਕੇਸ ਫਾਈਲ ਕਰਤਾ, ਹੁਣ ਕੋਰਟ ਨੇ ਜਜਮੈਂਟ ਦੇਤੀ, ਜਿਹੜਾ ਜੱਜ ਬੈਠਾ ਸੀ ਉਹਨੇ ਜਿਹੜੀ ਜਜਮੈਂਟ ਸੀਗੀ ਤੁਹਾਡੇ ਫੇਵਰ ਚ ਦੇਤੀ ਕਿ ਨਹੀਂ ਇਹ ਬੰਦਾ ਸਹੀ ਕਹਿ ਰਿਹਾ ਹੈਗਾ, ਸੌਰੀ, ਜਿਹੜਾ ਬੰਦਾ ਕਹਿ ਰਿਹਾ ਸਹੀ ਕਹਿ ਰਿਹਾ ਹੈਗਾ, ਪੰਜਾਬ ਸਰਕਾਰ ਨੇ ਗਲਤ ਕੀਤਾ ਹੈਗਾ, ਤਾਂ ਪੰਜਾਬ ਸਰਕਾਰ ਦੇ ਖਿਲਾਫ ਜਿਹੜੀ ਜਜਮੈਂਟ ਕੋਰਟ ਨੇ ਦੇਤੀ ਪੰਜਾਬ ਸਰਕਾਰ ਨੂੰ ਉਹ ਮੰਨਣੀ ਪਊਗੀ, ਠੀਕ ਹੈ, ਪੰਜਾਬ ਸਰਕਾਰ ਨੂੰ ਮੰਨਣੀ ਪਊਗੀ। ਤਾਂ ਉਸੇ ਤਰ੍ਹਾਂ ਇੱਥੇ ਕੀ ਹੋਇਆ ਕਿ ਜਿਹੜਾ ਸੁਪਰੀਮ ਕੋਰਟ ਸੀਗਾ ਉਸ ਦੀ ਜਿਹੜੀ ਜੁਰਿਸਡਿਕਸ਼ਨ ਤੇ ਜਜਮੈਂਟ ਸੀਗੀ ਇਹਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਗਵਰਨਰ ਜਨਰਲ ਤੇ ਉਹਦੀ ਕਾਉਂਸਲ, ਯਾਨੀ ਕਿ ਗਵਰਨਰ ਜਨਰਲ ਜਿਹੜਾ ਸੀਗਾ ਉਹ ਜੋ ਵੀ ਸ਼ਾਸਨ ਕਰੇਗਾ, ਸੌਰੀ, ਠੀਕ ਹੈ, ਉਹ ਜੋ ਵੀ ਕਾਨੂੰਨ ਇੱਥੇ ਚਲਾਏਗਾ, ਉਹ ਜੋ ਵੀ ਕਾਨੂੰਨ ਇੱਥੇ ਚਲਾਏਗਾ ਐਂਡ ਉਹਦੀ ਜਿਹੜੀ ਕਾਉਂਸਲ ਜੋ ਵੀ ਰੂਲਸ ਐਂਡ ਰੈਗੂਲੇਸ਼ਨਸ ਲੈ ਕੇ ਆਏਗੀ ਉਹ ਉਹਦੇ ਉੱਤੇ ਸੁਪਰੀਮ ਕੋਰਟ ਕੋਈ ਵੀ ਆਪਣਾ ਫੈਸਲਾ ਨਹੀਂ ਦੇ ਸਕਦਾ, ਉਹਨਾਂ ਦੇ ਵਿੱਚ ਸੁਪਰੀਮ ਕੋਰਟ ਆਪਣੀ ਟੰਗ ਨਹੀਂ ਅੜਾ ਸਕਦਾ। ਇਹ ਇੱਥੇ ਇੱਕ ਰੂਲ ਸੈੱਟ ਕੀਤਾ ਗਿਆ, ਇੱਕ ਰੂਲ ਸੈੱਟ ਕਰ ਦਿੱਤਾ ਗਿਆ, ਯਾਨੀ ਕਿ ਇਹ ਬੰਦੇ ਕੁਝ ਵੀ ਕਰ ਸਕਦੇ, ਇਹਨਾਂ ਦੀ ਪਾਵਰਸ ਨੂੰ ਹੋਰ ਵਧਾ ਦਿੱਤਾ ਗਿਆ, ਇਹਨਾਂ ਦੀ ਪਾਵਰਸ ਨੂੰ ਹੋਰ ਇੰਕਰੀਜ਼ ਕਰ ਦਿੱਤਾ ਗਿਆ, ਠੀਕ ਹੈ ਜੀ, ਇਹਨਾਂ ਦੀ ਪਾਵਰਸ ਨੂੰ ਹੋਰ ਇੰਕਰੀਜ਼ ਕਰ ਦਿੱਤਾ ਗਿਆ। ਇਹ ਚੀਜ਼ ਇੱਥੇ ਆ ਗਈ, ਦੈਟ ਇਜ਼ ਦਾ ਗਵਰਨਰ ਜਨਰਲ ਤੇ ਉਹਦੀ ਜਿਹੜੀ ਕਾਉਂਸਲ ਸੀਗੀ ਇਹਨੂੰ ਸੁਪਰੀਮ ਕੋਰਟ ਦੀ ਜੁਰਿਸਡਿਕਸ਼ਨ ਤੋਂ ਬਾਹਰ ਕਰ ਦਿੱਤਾ ਗਿਆ, ਠੀਕ ਹੈ ਜੀ। ਉਸ ਤੋਂ ਬਾਅਦ ਜਿਹੜੇ ਰੈਵਨਿਊ ਮੈਟਰ ਸੀਗੇ, ਪੈਸੇ ਵਾਲੇ ਮੈਟਰ ਸੀਗੇ, ਜਿਹੜੀ ਵੀ ਬੇਸਿਕਲੀ ਸਰਕਾਰ ਪੈਸਾ ਕਮਾ ਰਹੀ ਸੀਗੀ, ਠੀਕ ਹੈ, ਬ੍ਰਿਟਿਸ਼ ਗਵਰਨਮੈਂਟ, ਈਸਟ ਇੰਡੀਆ ਕੰਪਨੀ ਜਿਹੜਾ ਪੈਸਾ ਇੱਥੇ ਕਮਾ ਰਹੀ ਸੀਗੀ, ਰੈਵਨਿਊ ਦੇ ਮੈਟਰ, ਟੈਕਸ ਜਿਹੜਾ ਰੂਲ ਆਇਆ ਸੀਗਾ, ਇਹਨਾਂ ਮੈਟਰਸ ਤੋਂ ਵੀ ਸੁਪਰੀਮ ਕੋਰਟ ਨੂੰ ਪਰਾ ਕਰ ਦਿੱਤਾ ਗਿਆ ਕਿ ਸੁਪਰੀਮ ਕੋਰਟ ਰੈਵਨਿਊ ਮੈਟਰਸ ਦੇ ਵਿੱਚ ਵੀ ਨਹੀਂ ਬੋਲ ਸਕਦਾ, ਆਪਣੀ ਟੰਗ ਨਹੀਂ ਅੜਾ ਸਕਦਾ। ਇਹ ਇੱਥੇ ਸੈੱਟ ਕਰ ਦਿੱਤਾ ਗਿਆ, ਇੱਥੇ ਸੈੱਟ ਕਰ ਦਿੱਤਾ ਗਿਆ। ਦੇਖੋ ਮੈਂ ਹੁਣੇ ਇੱਕ ਚੀਜ਼ ਦੱਸੀ ਕਿ ਸਾਡੀ ਜਿਹੜੀ ਗਵਰਨਮੈਂਟਸ ਨੇ, ਸਟੇਟ ਗਵਰਨਮੈਂਟ, ਸੈਂਟਰ ਗਵਰਨਮੈਂਟ, ਇਹਨਾਂ ਤੋਂ ਉੱਤੇ ਇੱਕ ਚੀਜ਼ ਹੈਗੀ ਹੈ ਜੁਡੀਸ਼ਰੀ, ਬਟ ਜੁਡੀਸ਼ਰੀ ਤੋਂ ਉੱਪਰ ਵੀ ਇੱਕ ਚੀਜ਼ ਹੈ ਕਨਸਟੀਟਿਊਸ਼ਨ, ਰੂਲਸ ਐਂਡ ਰੈਗੂਲੇਸ਼ਨਸ। ਦੇਖੋ ਸਭ ਤੋਂ ਉੱਪਰ ਇੱਕ ਹੀ ਚੀਜ਼ ਹੈ ਰੂਲਸ ਐਂਡ ਰੈਗੂਲੇਸ਼ਨਸ, ਜਿਹੜੇ ਕਿ ਸੈੱਟ ਕੀਤੇ ਜਾਂਦੇ ਨੇ, ਠੀਕ ਹੈ, ਸੈੱਟ ਕੀਤੇ ਜਾਂਦੇ ਨੇ। ਤਾਂ ਰੂਲਸ ਐਂਡ ਰੈਗੂਲੇਸ਼ਨਸ ਨੂੰ ਲੈ ਕੇ ਇੱਥੇ ਵਰਕ ਚੱਲ ਰਿਹਾ ਸੀਗਾ। ਹੁਣ ਰੂਲਸ ਐਂਡ ਰੈਗੂਲੇਸ਼ਨ ਈਸਟ ਇੰਡੀਆ ਕੰਪਨੀ ਦੇ ਦੁਆਰਾ ਸੈੱਟ ਕਰ ਦਿੱਤੇ ਗਏ, ਜਿਹੜਾ ਅਮੈਂਡਿੰਗ ਐਕਟ ਆਇਆ ਇਹਨੇ ਚੇਂਜ ਕਰ ਦਿੱਤਾ, ਤਾਂ ਇਸ ਕਰਕੇ ਸੁਪਰੀਮ ਕੋਰਟ ਵੀ ਹੁਣ ਕੁਝ ਨਹੀਂ ਬੋਲ ਸਕਦਾ ਕਿਉਂਕਿ ਐਕਟ ਸੈੱਟ ਕਰ ਦਿੱਤਾ ਗਿਆ, ਐਕਟ ਨੇ ਸੈੱਟ ਕਰਤਾ, ਕਾਨੂੰਨ ਬਣਾਤਾ। ਤਾਂ ਇਸ ਕਰਕੇ ਰੈਵਨਿਊ ਮੈਟਰ ਨੂੰ ਵੀ ਬਾਹਰ ਕਰ ਦਿੱਤਾ ਗਿਆ, ਰੈਵਨਿਊ ਮੈਟਰ ਦੇ ਵਿੱਚ ਵੀ ਸੁਪਰੀਮ ਕੋਰਟ ਆਪਣੀ ਜਜਮੈਂਟ ਨਹੀਂ ਦੇ ਸਕਦਾ, ਠੀਕ ਹੈ। ਉਸ ਤੋਂ ਬਾਅਦ
ਸੁਪਰੀਮ ਕੋਰਟ ਜਿਹੜਾ ਹੈਗਾ ਇਹ ਪੂਰੇ ਦੇ ਪੂਰੇ ਕਲਕੱਤਾ ਦੇ ਵਿੱਚ ਇਸ ਦੀ ਜੂਰਿਸਡਿਕਸ਼ਨ ਚੱਲੂਗੀ, ਪੂਰੇ ਦੇ ਪੂਰੇ ਕਲਕੱਤਾ ਦੇ ਵਿੱਚ ਇਸ ਦੀ ਜਿਹੜੀ ਜੂਰਿਸਡਿਕਸ਼ਨ ਉਹ ਚੱਲੂਗੀ। ਇਹ ਇੱਥੇ ਕਾਨੂੰਨ ਬਣਾ ਦਿੱਤਾ ਗਿਆ। ਉਸ ਤੋਂ ਬਾਅਦ appeals from the provincial court could be taken to the governor general in council and not to the supreme court। ਹੁਣ ਦੇਖੋ ਪ੍ਰੋਵਿੰਸ਼ੀਅਲ ਕੋਰਟ ਕੀ ਹੁੰਦੇ ਸੀਗੇ ਉਸ ਟਾਈਮ ਤੇ, ਪ੍ਰੋਵਿੰਸਿਸ ਹੁੰਦੀਆਂ ਸੀਗੀਆਂ। ਪ੍ਰੋਵਿੰਸਿਸ ਮਤਲਬ ਕੁਝ ਰਾਜ ਘਰਾਣੇ ਹੁੰਦੇ ਸੀਗੇ, ਕੁਝ ਪ੍ਰੋਵਿੰਸਿਸ ਚੱਲਦੀਆਂ ਸੀਗੀਆਂ, ਠੀਕ ਹੈ। ਤਾਂ ਉਹਨਾਂ ਪ੍ਰੋਵਿੰਸਿਸ ਦੇ ਜਿਹੜੇ ਕੋਰਟ ਹੁੰਦੇ ਸੀਗੇ, ਉਹਨਾਂ ਦੇ ਜਿਹੜੇ ਮੈਟਰ ਹੁੰਦੇ ਸੀਗੇ ਲੋਕਲ, ਉਹਨਾਂ ਦੇ ਜਿਹੜੇ ਦਰਬਾਰ ਹੁੰਦੇ ਸੀਗੇ, ਉਹਨਾਂ ਦੇ ਜਿਹੜੇ ਮੈਟਰ ਹੁੰਦੇ ਸੀਗੇ ਉਹ ਸੁਪਰੀਮ ਕੋਰਟ ਕੋਲ ਨਹੀਂ ਜਾਣਗੇ, ਉਹ ਜਾਣਗੇ ਗਵਰਨਰ ਜਨਰਲ ਤੇ ਉਹਦੀ ਕਾਉਂਸਲ ਦੇ ਕੋਲ। ਜਿਹੜੇ ਪ੍ਰੋਵਿੰਸ਼ੀਅਲ ਕੋਰਟ ਦੇ ਮੈਟਰ ਹੋਣਗੇ ਉਹ ਸੁਪਰੀਮ ਕੋਰਟ ਜਾਣ ਦੀ ਬਜਾਏ ਉਹ ਜਾਣਗੇ ਗਵਰਨਰ ਜਨਰਲ ਤੇ ਉਹਦੀ ਕਾਉਂਸਲ ਦੇ ਕੋਲ। ਯਾਨੀ ਕਿ ਪੂਰਾ ਦਾ ਪੂਰਾ ਸ਼ਾਸਨ, ਡਿਕਟੇਟਰਸ਼ਿਪ ਵਾਲਾ ਸ਼ਾਸਨ ਚਲਾਇਆ ਜਾ ਰਿਹਾ ਸੀਗਾ ਕੰਪਨੀ ਦੇ ਦੁਆਰਾ ਲੋਕਾਂ ਦੇ ਉੱਤੇ। ਕੋਰਟ ਜੁਡੀਸ਼ਰੀ ਦੀਆਂ ਪਾਵਰ ਤਾਂ ਬਹੁਤ ਘਟਾ ਦਿੱਤੀਆਂ ਗਈਆਂ, ਕੋਰਟ ਜੁਡੀਸ਼ਰੀ ਦੀਆਂ ਪਾਵਰ ਬਹੁਤ ਲੋਕਲ ਕਰ ਦਿੱਤੀਆਂ ਗਈਆਂ, ਘਟਾ ਦਿੱਤੀਆਂ ਗਈਆਂ। ਉਸ ਤੋਂ ਬਾਅਦ ਗਵਰਨਰ ਜਨਰਲ ਜਿਹੜਾ ਸੀਗਾ ਇਹਨੂੰ ਰੂਲਸ ਬਣਾਉਣ ਲਈ ਕਰ ਦਿੱਤਾ ਗਿਆ ਕਿ ਇਹ ਕੋਈ ਵੀ ਪ੍ਰੋਵਿੰਸ਼ੀਅਲ ਕੋਰਟ ਤੇ ਕਾਉਂਸਲ ਵਾਸਤੇ ਰੂਲ ਬਣਾ ਸਕਦਾ। मतलब it framed the regulations for the provincial courts and the council, यानी कि काउंसिल वास्ते ते प्रोविंशियल कोर्ट्स वास्ते एक कोई भी कानून बना सकता, कोई भी रूल्स एंड रेगुलेशन अपनी मर्जी नाल सेट कर सकता। ये पावर इत्थे प्रोवाइड करा दी गई गवर्नर जनरल को। एंड साडा पहला गवर्नर जनरल कौन सीगा, हमने पढ़िया सीगा, दैट इज वारन हास्टिंग, वारन हास्टिंग, ठीक है। हाँ जी, तुसी बच्चे सरकार दी किसी भी स्कीम या नीति के खिलाफ केस फाइल कर सकते हो, ठीक है। जस्ट लाइक मैं एग्जांपल देना कि साडे 3 कृषि कानून आए सीगे, साडे खेती ਨੂੰ ਲੈ ਕੇ 3 ਬਿੱਲ ਆਏ ਸੀਗੇ, ਸਾਡੇ ਕਿਸਾਨ ਉਸ ਦੇ ਨਾਲ, ਸਾਡੇ ਕਿਸਾਨ ਵੀਰ ਉਸ ਦੇ ਨਾਲ ਸੈਟੀਸਫਾਈ ਨਹੀਂ ਸੀਗੇ, ਤਾਂ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਉਸ ਨੂੰ ਲੈ ਕੇ, ਠੀਕ ਹੈ। ਸੁਪਰੀਮ ਕੋਰਟ ਦੇ ਵਿੱਚ ਕੇਸ ਗਿਆ ਸੀਗਾ, ਠੀਕ ਹੈ, ਸੁਪਰੀਮ ਕੋਰਟ ਦੇ ਵਿੱਚ ਕੇਸ ਗਿਆ ਸੀਗਾ। ਤਾਂ ਕਿਸੇ ਵੀ ਕਾਨੂੰਨ ਨੂੰ ਲੈ ਕੇ ਇੱਥੇ ਕੇਸ ਫਾਈਲ ਕੀਤਾ ਜਾ ਸਕਦਾ, ਕਿਸੇ ਵੀ ਕਾਨੂੰਨ ਨੂੰ ਲੈ ਕੇ। ਹਾਂਜੀ ਕਲੀਅਰ। ਜੋ ਚੀਜ਼ਾਂ ਅਮੈਂਡਿੰਗ ਐਕਟ 1781 ਦੇ ਵਿੱਚ ਪੜੀਆਂ ਉਸ ਦੇ ਉੱਤੇ ਕੋਈ ਡਾਊਟ ਹੈ, ਕਿਸੇ ਨੂੰ ਕੋਈ ਕਨਫਿਊਜ਼ਨ ਹੈ ਤਾਂ ਪੁੱਛ ਸਕਦੇ ਹੋ। यस दलजीत कौर जी, नोट्स प्रोवाइड किए जाएंगे, नोट्स विल बी प्रोवाइडेड, नोट्स प्रोवाइड किए जाएंगे। हाँ जी, कुछ समझ नहीं आया होवे ਇਹਦੇ ਵਿੱਚੋਂ ਤਾਂ ਦੱਸੋ, ਨਹੀਂ ਤਾਂ ਆਪਾਂ ਅੱਗੇ ਚੱਲਦੇ ਹਾਂ। ਜੂਰਿਸਡਿਕਸ਼ਨ ਦਾ ਮਤਲਬ ਹੁੰਦਾ ਲਿਮਿਟ, ਠੀਕ ਹੈ, ਲਿਮਿਟ। ਯਾਰ ਲੋ ਜਸਟ ਲਾਈਕ ਤੁਸੀਂ ਰਹਿੰਦੇ ਹੋ ਚੰਡੀਗੜ੍ਹ ਦੇ ਵਿੱਚ, ਠੀਕ ਹੈ, ਮੰਨ ਲਓ ਤੁਸੀਂ ਰਹਿੰਦੇ ਹੋ ਚੰਡੀਗੜ੍ਹ ਦੇ ਵਿੱਚ, ਠੀਕ ਹੈ। ਤਾਂ ਚੰਡੀਗੜ੍ਹ ਦਾ ਜਿਹੜਾ ਮੰਨ ਲਓ ਮੇਅਰ ਹੈਗਾ, ਉਸ ਦੀ ਜਿਹੜੀ ਲਿਮਿਟ ਹੈਗੀ ਹੈ, ਉਸ ਦੀ ਜਿਹੜੀ ਵਿਵਸਥਾ ਹੈਗੀ ਹੈ, ਉਸ ਦੀ ਜਿਹੜੀ ਜੂਰਿਸਡਿਕਸ਼ਨ ਪਾਵਰ ਜਿਹੜੀਆਂ ਨੇ ਉਹ ਚੰਡੀਗੜ੍ਹ ਦੇ ਵਿੱਚ ਹੀ ਚੱਲ ਸਕਦੀਆਂ ਨੇ, ਠੀਕ ਹੈ। ਲੁਧਿਆਣੇ ਦਾ ਅਗਰ ਕੋਈ ਐਮਐਲਏ ਹੈਗਾ ਤਾਂ ਉਹਦੀ ਜਿਹੜੀ ਪਾਵਰਸ ਨੇ ਉਹ ਲੁਧਿਆਣਾ ਤੱਕ ਹੀ ਸੀਮਿਤ ਨੇ, ਇਹ ਨਹੀਂ ਕਿ ਉਹ ਬਠਿੰਡੇ 'ਚ ਜਾ ਕੇ ਆਪਣੀ ਮਰਜ਼ੀ ਚਲਾ ਲੂਗਾ। ਦੈਟ ਇਜ਼ ਜੂਰਿਸਡਿਕਸ਼ਨ। ਜੂਰਿਸਡਿਕਸ਼ਨ ਕਿ ਪਾਵਰ ਕਿੱਥੇ ਤੱਕ ਨੇ, ਕਿੱਥੇ ਤੱਕ ਉਹ ਫੈਸਲਾ ਲੈ ਸਕਦਾ, ਦੈਟ ਇਜ਼ ਜੂਰਿਸਡਿਕਸ਼ਨ। ਹਾਂਜੀ ਕਲੀਅਰ ਹੋਇਆ। ਕਿਸੇ ਹੋਰ ਨੂੰ ਕੋਈ ਡਾਊਟ ਹੋਇਆ ਤਾਂ ਦੱਸੋ, नहीं तो अगे चलते हैं आप। दसो फटाफट दसो, मैनू कोई क्वेश्चन माइंड दे विच आ रहा है, कंफ्यूजन नहीं रखनी, समझ आ रहा तां दसो, नहीं आ रहा तां भी दसो कि नहीं सर सानू नहीं समझ दे विच आ रहा, सानू आह प्रॉब्लम आ रही है, तुसीं दस सकदे हो, खुल के दसो। यस दलजीत कौर जी, नोट्स एंड एमसीक्यूज जो मैं इत्थे कराऊंगा ते प्रोवाइड कराऊंगा, दैट विल बी टोटली सफिशिएंट, डोंट वरी, चिंता ना करो, ठीक है। एक एक चीज कराऊंगा ते एक एक चीज इत्थे पॉइंट क्लियर करूंगा। लास्ट पॉइंट देखो, लास्ट पॉइंट दी इत्थे अगर आपां गल करिए, गवर्नर जनरल जिहड़ा हैगा सी, गवर्नर जनरल जिहड़ा कि इत्थे सब तो टॉप मोस्ट पर्सन इंडिया दे विच बैठा होया ईस्ट इंडिया कंपनी दे द्वारा, सब तो टॉप मोस्ट बंदा बैठा होया। ਉਹ ਜਿਹੜਾ ਟੌਪ ਮੋਸਟ ਬੰਦਾ ਹੈਗਾ ਉਹ ਜਿਹੜੇ ਪ੍ਰੋਵਿੰਸ਼ੀਅਲ ਕੋਰਟਸ ਨੇ, ਯਾਨੀ ਕਿ ਜਿਹੜੇ ਜਿਹੜੇ ਬੇਸਿਕਲੀ ਪ੍ਰੋਵਿੰਸਿਸ ਹੈਗੀਆਂ ਨੇ ਉਹਨਾਂ ਨੂੰ ਲੈ ਕੇ, ਉਹਨਾਂ ਦੇ ਜਿਹੜੇ ਦਰਬਾਰ ਨੇ ਉਹਨਾਂ ਨੂੰ ਲੈ ਕੇ ਇੱਥੇ ਕਾਨੂੰਨ ਸੈੱਟ ਕਰ ਸਕਦਾ, ਕਾਨੂੰਨ ਬਣਾ ਸਕਦਾ, ਰੂਲਸ ਬਣਾ ਸਕਦਾ। ਤੇ ਜਿਹੜੀ ਕਾਉਂਸਿਲ ਉਹਦੀ ਚੱਲ ਰਹੀ ਹੈ, ਉਹਦੀ ਕਾਉਂਸਿਲ ਨੂੰ ਲੈ ਕੇ ਵੀ ਉਹ ਕੋਈ ਵੀ ਕਾਨੂੰਨ ਬਣਾ ਸਕਦਾ। ਉਹ ਸਭ ਤੋਂ ਟੌਪ ਮੋਸਟ ਬੰਦਾ ਹੈਗਾ, ਦੈਟ ਇਜ਼ ਗਵਰਨਰ ਜਨਰਲ, ਸਭ ਤੋਂ ਟੌਪ ਮੋਸਟ ਬੰਦਾ। ਕਲੀਅਰ। ਚਲੋ ਅੱਗੇ ਗੱਲ ਕਰਦੇ ਆ ਨੈਕਸਟ ਐਕਟ ਦੀ। ਤਾਂ ਨੈਕਸਟ ਇਜ਼ ਪਿਟਸ ਇੰਡੀਆ ਐਕਟ ਆਫ 1784। 1784 ਦੇ ਵਿੱਚ ਫਿਰ ਤੋਂ ਇੱਕ ਐਕਟ ਆਂਦਾ ਹੈਗਾ, ਪਿਟਸ ਇੰਡੀਆ ਐਕਟ। ਬੇਸਿਕਲੀ ਇਹ ਜਿਹੜਾ ਐਕਟ ਹੈਗਾ ਪਿਟਸ ਇੱਕ ਬੰਦੇ ਦੇ ਨਾਮ ਤੇ ਨਾਮ ਰੱਖਿਆ ਗਿਆ, ਬ੍ਰਿਟਿਸ਼ ਪ੍ਰਾਈਮ ਮਿਨਿਸਟਰ, ਬ੍ਰਿਟਿਸ਼ ਦੇ ਇੱਕ ਪ੍ਰਾਈਮ ਮਿਨਿਸਟਰ ਸੀਗੇ ਜਿਨ੍ਹਾਂ ਦਾ ਨਾਮ ਸੀਗਾ ਵਿਲੀਅਮ ਪਿਟ। ਵਿਲੀਅਮ ਪਿਟ ਇੱਕ ਬੰਦਾ ਸੀਗਾ, ਉਸਦਾ ਨਾਮ ਸੀਗਾ ਵਿਲੀਅਮ ਪਿਟ। ਤਾਂ ਵਿਲੀਅਮ ਪਿਟ ਦੇ ਨਾਮ ਦੇ ਉੱਤੇ ਇੱਕ ਐਕਟ ਇੰਡੀਆ ਦੇ ਵਿੱਚ ਆਂਦਾ ਹੈਗਾ, ਦੈਟ ਇਜ਼ ਵਿਲੀਅਮ ਪਿਟ ਐਕਟ ਆਫ 1784, ਜਾਂ ਫਿਰ ਮੈਂ ਕਹੂੰਗਾ ਪਿਟ ਇੰਡੀਆ ਐਕਟ ਆਫ 1784, ਕਿਉਂਕਿ ਵਿਲੀਅਮ ਪਿਟ ਦੇ ਅਧੀਨ ਇਹ ਜਿਹੜਾ ਐਕਟ ਸੀਗਾ ਪਾਸ ਹੋਇਆ, ਇਹਨਾਂ ਦੇ ਅਕੋਰਡਿੰਗਲੀ, ਇਹਨਾਂ ਦੇ ਰੂਲਸ ਦੇ ਅਕੋਰਡਿੰਗਲੀ ਐਕਟ ਪਾਸ ਹੋਇਆ, ਠੀਕ ਹੈ। ਇਹਨਾਂ ਨੇ ਪ੍ਰੈਜ਼ੈਂਟ ਕੀਤਾ, ਇਹਨਾਂ ਨੇ ਪ੍ਰੈਜ਼ੈਂਟ ਕੀਤਾ। ਉਸ ਤੋਂ ਬਾਅਦ ਇਹ ਪਿਟਸ ਇੰਡੀਆ ਐਕਟ ਕੀ ਕਹਿੰਦਾ ਸੀਗਾ,
ਪਿਟਸ ਇੰਡੀਆ ਐਕਟ ਨੇ ਇੱਕ ਹੋਰ ਬੋਡੀ ਬਣਾ ਦਿੱਤੀ। ਦੇਖੋ ਲਾਸਟ ਵਿੱਚ ਆਪਾਂ ਇੱਕ ਬੋਡੀ ਬਣੀ ਕੋਰਟ ਆਫ ਡਾਇਰੈਕਟਰਸ ਪੜ੍ਹੇ ਸੀ ਆਪਾਂ, ਠੀਕ ਹੈ, ਕੋਰਟ ਆਫ ਡਾਇਰੈਕਟਰਸ। ਕੋਰਟ ਆਫ ਡਾਇਰੈਕਟਰ ਕੀ ਕਰਦੇ ਸੀਗੇ? ਕੋਰਟ ਆਫ ਡਾਇਰੈਕਟਰ ਜਿੰਨੇ ਵੀ ਕੰਪਨੀ ਦੇ ਮੈਟਰਸ ਹੁੰਦੇ ਸੀ ਇਹਨਾਂ ਨੂੰ ਗਵਰਨਮੈਂਟ ਤੱਕ ਪਹੁੰਚਾਉਂਦੇ ਸੀਗੇ, ਠੀਕ ਹੈ, ਯੂਕੇ ਤੱਕ ਪਹੁੰਚਾਉਂਦੇ ਸੀਗੇ। ਤਾਂ ਹੁਣ ਇੱਥੇ ਕੀ ਹੋਇਆ, ਇੱਕ ਹੋਰ ਬੋਡੀ ਬਣਾ ਦਿੱਤੀ ਗਈ, ਦੈਟ ਇਜ਼ ਬੋਰਡ ਆਫ ਕੰਟਰੋਲ। ਬੋਰਡ ਆਫ ਕੰਟਰੋਲ। ਹੁਣ ਬੋਰਡ ਆਫ ਕੰਟਰੋਲ ਕੀ ਕਰੇਗਾ? ਜਿੰਨੇ ਵੀ ਪੋਲੀਟੀਕਲ ਅਫੇਅਰਸ ਹੋਣਗੇ ਕੰਪਨੀ ਦੇ, ਈਸਟ ਇੰਡੀਆ ਕੰਪਨੀ ਦੇ ਇੰਡੀਆ ਦੇ ਵਿੱਚ ਜਿੰਨੇ ਵੀ ਪੋਲੀਟੀਕਲ ਅਫੇਅਰਸ ਹੋਣਗੇ ਉਹਨਾਂ ਨੂੰ ਮੈਨੇਜ ਕਰੇਗਾ, ਉਹਨਾਂ ਨੂੰ ਮੈਨੇਜ ਕਰੇਗਾ। ਤੇ ਕੋਰਟ ਆਫ ਡਾਇਰੈਕਟਰ ਦੀ ਡਿਊਟੀ ਬਦਲਤੀ। ਜਿਹੜਾ ਕੋਰਟ ਆਫ ਡਾਇਰੈਕਟਰ ਸੀਗਾ ਇਹ ਕੀ ਕਰੇਗਾ? ਇਹ ਮੈਨੇਜ ਕਰੇਗਾ ਕਮਰਸ਼ੀਅਲ ਅਫੇਅਰਸ, ਕਮਰਸ਼ੀਅਲ ਅਫੇਅਰਸ, ਠੀਕ ਹੈ, ਕਮਰਸ਼ੀਅਲ ਅਫੇਅਰਸ, ਯਾਨੀ ਕਿ ਟ੍ਰੇਡ ਟਰੂਡ ਦੇ, ਪੈਸੇ ਦੇ, ਰੈਵਨਿਊ ਦੇ ਜਿੰਨੇ ਵੀ ਮੈਟਰ ਨੇ ਉਹ ਸਾਰੇ ਕੋਰਟ ਆਫ ਡਾਇਰੈਕਟਰ ਦੇਖੂਗਾ। ਤੇ ਬੋਰਡ ਆਫ ਕੰਟਰੋਲ ਜਿਹੜਾ ਹੈਗਾ ਸਾਰੇ ਪੋਲੀਟੀਕਲ ਮੁੱਦੇ ਦੇਖੂਗਾ, ਰੂਲਸ ਐਂਡ ਰੈਗੂਲੇਸ਼ਨ, ਕਾਨੂੰਨ ਵਿਵਸਥਾ ਕਿਵੇਂ ਚਲਾਣੀ ਹੈ, ਆ ਸਾਰਾ ਕੁਝ ਕੀ ਦੇਖੂਗਾ? ਬੋਰਡ ਆਫ ਕੰਟਰੋਲ, ਬੋਰਡ ਆਫ ਕੰਟਰੋਲ। क्लियर? थर्ड पॉइंट, थर्ड पॉइंट मैं क्लियर कर देना जी बैक तो, ठीक है। फिर इत्थे एक डाउट सीगा बच्चे दा, ठीक है जी। द रेवेन्यू मैटर्स फ्रॉम द जुरिस्डिक्शन ऑफ सुप्रीम कोर्ट। देखो बेसिकली कंपनी दा मेन काम की सीगा? कंपनी इत्थे की करन आई सी? पैसा कमाण वास्ते आई सी, व्यापार करन वास्ते आई सी, ठीक है, बिजनेस करन वास्ते आए सी ते पूरे इंडिया ते राज करके चले गए। ਤਾਂ ਬਿਜ਼ਨਸ ਕਰਨ ਦੇ ਭਾਨੇ ਆਏ ਸੀਗੇ, ਤਾਂ ਬਿਜ਼ਨਸ ਕਰ ਰਹੇ ਸੀਗੇ, ਸਾਰੀ ਟ੍ਰੇਡ ਪਾਲਿਸੀਜ਼ ਉਹਨਾਂ ਦੀ ਆਪਣੀ ਹੋ ਚੁੱਕੀ ਸੀਗੀ, ਇੱਕ ਇੱਕ ਟ੍ਰੇਡ, ਇੱਕ ਇੱਕ ਵਪਾਰ ਉਹਨਾਂ ਦੇ ਅਧੀਨ ਸੀਗਾ। ਤਾਂ ਉਹਨਾਂ ਨੇ ਕੀ ਕੀਤਾ, ਈਸਟ ਇੰਡੀਆ ਕੰਪਨੀ ਨੇ ਕੀ ਕੀਤਾ, ਅਮੈਂਡਿੰਗ ਐਕਟ ਦੇ ਵਿੱਚ ਕੀ ਕੀਤਾ, ਇੱਕ ਰੂਲ ਪਾਸ ਕੀਤਾ ਕਿ ਸੁਪਰੀਮ ਕੋਰਟ, ਦੇਖੋ ਸੁਪਰੀਮ ਕੋਰਟ ਹੈਗਾ, ਲੋਕਾਂ ਨੂੰ ਅਗਰ ਪ੍ਰੋਬਲਮ ਆਉਂਦੀ ਹੈ ਤਾਂ ਆਪਾਂ ਕੋਰਟ ਦੇ ਵਿੱਚ ਜਾਂਦੇ, ਦਰਵਾਜ਼ਾ ਖਟਖਾਉਂਦੇ ਆ। ਚਾਹੇ ਬ੍ਰਿਟਿਸ਼ ਰੂਲ ਚੱਲ ਰਿਹਾ ਸੀਗਾ, ਬਟ ਅਗਰ ਕੋਈ ਕਾਮਨ ਸਿਟੀਜ਼ਨ ਹੈਗਾ, ਉਹਨੂੰ ਕਾਨੂੰਨ ਦੀ ਕੋਈ ਨੀਤੀ ਤੋਂ, ਬੇਸਿਕਲੀ ਕੋਈ ट्रेड नीति तो शोषण हो रहा है, मतलब मान लो मैं एक बिजनेसमैन सीगा, ठीक है, मैं एक बिजनेसमैन सीगा, मेरा सामान या मेरे ब्रिटिश गवर्नमेंट ने घट पैसे ते खरीद लिया, ठीक है, मैं कह रहा मेरे नाल धक्का हो रहा है, मैं कोर्ट चलेगा, ਤਾਂ ਇਹ ਕੀ ਹੈ? ਰੈਵਨਿਊ ਮੈਟਰ ਹੈਗਾ। ਤਾਂ ਰੈਵਨਿਊ ਮੈਟਰ ਦੇ ਵਿੱਚ ਸੁਪਰੀਮ ਕੋਰਟ ਇਨਵੋਲਵ ਨਹੀਂ ਹੋ ਸਕਦਾ। ਇਹ ਇੱਥੇ ਇੱਕ ਪੁਆਇੰਟ ਐਡ ਕਰ ਦਿੱਤਾ ਗਿਆ ਕਿ ਸੁਪਰੀਮ ਕੋਰਟ ਦੀ ਜੁਰਿਸਡਿਕਸ਼ਨ ਇਸ ਦੇ ਵਿੱਚ ਨਹੀਂ ਆਉਂਦੀ ਹੈਗੀ। ਬਿਜ਼ਨਸ ਦੇ ਵਿੱਚ ਪੂਰੀ ਤਾਨਾਸ਼ਾਹੀ, ਵਪਾਰ ਪੂਰਾ ਉਹਨਾਂ ਦਾ, ਠੀਕ ਹੈ ਜੀ, ਸਮਝ ਦੇ ਵਿੱਚ ਆ ਗਿਆ ਹੁਣ? ਚਲੋ, ਤਾਂ ਆਪਾਂ ਇੱਥੇ ਗੱਲ ਕਰ ਰਹੇ ਸੀਗੇ ਕਿ ਇੱਕ ਬੋਡੀ ਬਣਾਏਗੀ, ਬੋਰਡ ਆਫ ਕੰਟਰੋਲ, ਜਿਹੜੀ ਕਿ ਸਾਰੇ ਪੋਲੀਟੀਕਲ ਅਫੇਅਰ ਨੂੰ, ਪੋਲੀਟੀਕਲ ਮੈਟਰਸ ਨੂੰ ਡਿਸਕਸ ਕਰੂਗੀ, ਮੈਨੇਜ ਕਰੂਗੀ। ਐਂਡ ਤੇ ਜਿਹੜਾ ਕੋਰਟ ਆਫ ਡਾਇਰੈਕਟਰ ਸੀਗਾ ਉਹ ਸਾਰੇ ਜਿਹੜੇ ਕਮਰਸ਼ੀਅਲ ਮੈਟਰਸ ਨੇ, ਕਮਰਸ਼ੀਅਲ ਅਫੇਅਰਸ ਨੇ, ਉਹਨਾਂ ਨੂੰ ਮੈਨੇਜ ਕਰਨ ਦਾ ਕੰਮ ਕਰੂਗਾ। ਉਸ ਤੋਂ ਬਾਅਦ ਕੰਪਨੀ ਦਾ ਜਿਹੜਾ ਪੋਜੀਸ਼ਨ ਸੀਗਾ, ਇਹ ਪਹਿਲੀ ਵਾਰੀ ਇੱਥੇ ਦੇਖਿਆ ਗਿਆ ਬ੍ਰਿਟਿਸ਼ ਪੋਜੀਸ਼ਨ ਇਨ ਇੰਡੀਆ। ਪਹਿਲੀ ਵਾਰੀ ਇੱਥੇ ਗੱਲ ਹੋਈ ਕਿਉਂਕਿ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਪਿਟਸ ਦੇ ਨਾਮ ਤੇ, ਵਿਲੀਅਮ ਪਿਟਸ ਦੇ ਦੁਆਰਾ ਇਹ ਜਿਹੜਾ ਐਕਟ ਸੀਗਾ, ਇਹ ਜਿਹੜੇ ਕਾਨੂੰਨ ਸੀਗੇ, ਪ੍ਰਾਵਧਾਨ ਸੀਗੇ, ਪ੍ਰੈਜ਼ੈਂਟ ਕੀਤੇ ਗਏ। ਤਾਂ ਇਸ ਐਕਟ ਦੇ ਵਿੱਚ ਪਹਿਲੀ ਵਾਰੀ ਇਹ ਚੀਜ਼ ਨੋਟਿਸ ਕੀਤੀ ਗਈ ਕਿ ਈਸਟ ਇੰਡੀਆ ਕੰਪਨੀ ਤੋਂ ਉੱਪਰ ਵੀ ਕੋਈ ਚੀਜ਼ ਜਾ ਰਹੀ ਹੈ, ਦੈਟ ਇਜ਼ ਬ੍ਰਿਟਿਸ਼ ਗਵਰਨਮੈਂਟ, ਬ੍ਰਿਟਿਸ਼ ਗਵਰਨਮੈਂਟ, ਬ੍ਰਿਟਿਸ਼ ਗਵਰਨਮੈਂਟ। ਤਾਂ ਪਹਿਲੀ ਵਾਰੀ ਦੇਖਿਆ ਗਿਆ ਕਿ ਬ੍ਰਿਟਿਸ਼ ਪੋਜੀਸ਼ਨ ਇੰਡੀਆ ਦੇ ਵਿੱਚ ਵਧਣਾ ਸ਼ੁਰੂ ਹੋ ਗਿਆ ਹੈ, ਬ੍ਰਿਟਿਸ਼ ਪੋਜੀਸ਼ਨ ਇੰਡੀਆ ਦੇ ਵਿੱਚ ਵਧਣਾ ਸ਼ੁਰੂ ਹੋ ਗਿਆ ਹੋਇਆ ਹੈਗਾ। ਇੱਥੇ ਇਹ ਚੀਜ਼ ਨੋਟਿਸ ਕੀਤੀ ਗਈ, ਇੱਥੇ ਇਹ ਚੀਜ਼ ਨੋਟਿਸ ਕੀਤੀ ਗਈ। ਕਲੀਅਰ ਜੀ? ਕਿ ਬ੍ਰਿਟਿਸ਼ ਪੋਜੀਸ਼ਨ ਇਨ ਇੰਡੀਆ। ਇਦਾਂ ਦਾ ਕੁਐਸਚਨ ਆਊਗਾ, ਇਦਾਂ ਦਾ ਕੁਐਸਚਨ ਤੁਸੀਂ ਫੇਸ ਕਰੋਗੇ ਕਿ ਕਿਹੜਾ ਐਕਟ ਇਦਾਂ ਦਾ ਸੀਗਾ ਜਿਸ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਬ੍ਰਿਟਿਸ਼ ਪੋਜੀਸ਼ਨ ਪਹਿਲੀ ਵਾਰੀ ਇੰਡੀਆ ਦੇ ਵਿੱਚ ਇੰਟਰੋਡਿਊਸ ਹੋ ਰਿਹਾ ਹੈਗਾ। ਦੈਟ ਇਜ਼ ਪਿਟਸ ਇੰਡੀਆ ਐਕਟ ਆਫ 1784। ਕਲੀਅਰ ਬੱਚੇ? ਪੰਜਾਬੀ ਚ ਨਹੀਂ ਹੈ, ਨੋਟਸ ਜਿਹੜੇ ਨੇ ਉਹ ਇੰਗਲਿਸ਼ ਦੇ ਵਿੱਚ ਹੀ ਨੇ, ਪੰਜਾਬੀ ਚ ਮੈਂ ਟ੍ਰਾਂਸਲੇਟ ਕਰਕੇ, ਠੀਕ ਹੈ, ਕੋਸ਼ਿਸ਼ ਕਰ ਰਿਹਾ ਕਿ ਈਜ਼ੀ ਤੋਂ ਈਜ਼ੀ ਵੇ ਦੇ ਵਿੱਚ ਤੁਹਾਨੂੰ ਮੈਂ ਸਿੰਪਲ ਤੋਂ ਸਿੰਪਲ ਦੇ ਫੋਨ ਦੇ ਵਿੱਚ ਮੈਂ ਤੁਹਾਨੂੰ ਐਕਸਪਲੇਨ ਕਰ ਸਕਾਂ, ਠੀਕ ਹੈ। ਅਗਰ ਉਹਦੇ ਵਿੱਚ ਵੀ ਕੋਈ ਦਿੱਕਤ ਆ ਰਹੀ ਹੈ, ਮੈਂ ਨਹੀਂ ਕਰ ਪਾ ਰਿਹਾ, ਤਾਂ ਪਲੀਜ਼ ਮੈਨੂੰ ਦੱਸੋ, ਠੀਕ ਹੈ, ਮੈਂ ਹੋਰ ਸਿੰਪਲ ਤਰੀਕਾ ਅਪਣਾਉਣ ਦੀ ਕੋਸ਼ਿਸ਼ ਕਰੂੰਗਾ। ਚਲੋ ਜੀ, ਨੈਕਸਟ ਉਸ ਤੋਂ ਬਾਅਦ ਅੱਗੇ ਚੱਲਦੇ ਆ ਐਕਟ ਆਫ 1786, ਦਾ ਐਕਟ ਆਫ 1786, ਠੀਕ ਹੈ ਜੀ। ਤਾਂ 1786 ਦੇ ਵਿੱਚ ਕੀ ਹੁੰਦਾ ਹੈਗਾ? ਗਵਰਨਰ ਜਨਰਲ ਆਫ ਬੰਗਾਲ ਦੀ ਕੁਰਸੀ ਤੇ ਬੈਠਦੇ ਨੇ ਲਾਰਡ ਕਾਰਨਵਾਲਿਸ, ਲਾਰਡ ਕਾਰਨਵਾਲਿਸ, ਇਹਨਾਂ ਨੂੰ ਬਿਠਾਇਆ ਜਾਂਦਾ, ਲਾਰਡ ਕਾਰਨਵਾਲਿਸ ਨੂੰ ਬਿਠਾਇਆ ਜਾਂਦਾ ਹੈਗਾ, ਠੀਕ ਹੈ। ਲਾਰਡ ਕਾਰਨਵਾਲਿਸ ਨੂੰ ਸਪੈਸ਼ਲੀ ਇਨਵਾਈਟ ਕੀਤਾ ਜਾਂਦਾ, ਲਾਰਡ ਕਾਰਨਵਾਲਿਸ ਅ ਵੈਰੀ ਫੇਮਸ ਪਰਸਨੈਲਿਟੀ, ਇਹਨਾਂ ਨੂੰ ਸਪੈਸ਼ਲੀ ਇਨਵਾਈਟ ਕੀਤਾ ਜਾਂਦਾ ਕਿ ਆਓ ਹੁਣ ਤੁਸੀਂ ਇਸ ਕੁਰਸੀ ਤੇ ਬੈਠੋਗੇ। ਬਟ ਇਹ ਬੰਦਾ ਕਹਿੰਦਾ ਮੈਂ ਨਹੀਂ ਬਹਿੰਦਾ, ਉਹ ਕਹਿੰਦੇ ਨਹੀਂ ਨਹੀਂ ਬਿਠਾਣਾ, ਬਿਠਾਣਾ ਤੁਹਾਨੂੰ ਹੀ ਬਿਠਾਣਾ। ਇਹ ਬੰਦਾ ਕਹਿੰਦਾ ਫਿਰ ਮੇਰੀਆਂ ਦੋ ਸ਼ਰਤਾਂ ਨੇ, ਅਗਰ ਮੈਂ ਇਸ ਕੁਰਸੀ ਤੇ ਬੈਠੂੰਗਾ ਤਾਂ ਮੇਰੀਆਂ ਦੋ ਸ਼ਰਤਾਂ ਨੇ, ਠੀਕ ਹੈ। ਉਹਨੇ ਦੋ ਸ਼ਰਤਾਂ ਕਿਹੜੀਆਂ ਸੀਗੀਆਂ, ਠੀਕ ਹੈ। ਇਹ ਬੰਦਾ ਕਹਿੰਦਾ ਹੈਗਾ ਕਿ ਮੇਰੀ ਜਿਹੜੀ ਕਾਉਂਸਲ ਹੈਗੀ ਆ, ਮੇਰੀ ਜਿਹੜੀ ਕਾਉਂਸਲ ਮੇਰੇ ਅਧੀਨ ਤੇ ਕੰਮ ਕਰ ਰਹੀ ਹੈ, ਅਗਰ ਉਹ ਕਾਉਂਸਲ ਕੋਈ ਡਿਸੀਜਨ ਲੈਂਦੀ ਹੈ ਤੇ ਮੈਨੂੰ ਉਹ ਡਿਸੀਜਨ ਪਸੰਦ ਨਹੀਂ ਆਂਦਾ ਤਾਂ ਮੈਂ ਉਸ ਡਿਸੀਜਨ ਦੇ ਉੱਤੇ ਆਪਣਾ ਫੈਸਲਾ ਦੇ ਸਕਦਾ, ਮੈਨੂੰ ਇਹ ਅਧਿਕਾਰ ਦਿਓ। ਮੈਂ ਤਾਂ ਇਸ ਕੁਰਸੀ ਤੇ ਬੈਠੂੰਗਾ ਕਿ ਮੇਰੀ ਜਿਹੜੀ ਕਾਉਂਸਲ ਹੈਗੀ ਹੈ, ਅਗਰ ਕੋਈ ਡਿਸੀਜਨ ਲੈਂਦੀ ਹੈ, ਮੈਨੂੰ ਉਹ ਡਿਸੀਜਨ ਪਸੰਦ ਨਹੀਂ ਹੈ ਤਾਂ ਮੈਂ ਉਸ ਡਿਸੀਜਨ ਦੇ ਉੱਤੇ, ਉਸ ਫੈਸਲੇ ਦੇ ਉੱਤੇ ਆਪਣਾ ਫੈਸਲਾ ਲਾ ਸਕਾਂ, ਮੈਨੂੰ ਇਹ ਪਾਵਰ ਚਾਹੀਦੀ ਹੈ। ਉਹ ਕਹਿੰਦੇ ਜੀ ਦਿੱਤੀ, ਦਿੱਤੀ,
ठीक है। उस तो बाद कमांडर इन चीफ कि मैं जेड़ा हैगा वो टॉप मोस्ट कमांडर इन चीफ होऊंगा, मेरे तो उत्ते कोई पावर नहीं होगी। ठीक है, तुसी ब्रिटेन दे विच बैठे मेरे तो उत्ते हो सकदे हो, बट इंडिया दे विच मेरे तो उत्ते कोई नहीं होगे। ठीक है, मेरे तो उत्ते कोई नहीं होगे। ਤਾਂ that is basically ਜਿਹੜਾ 1786 ਦਾ ਜਿਹੜਾ ਐਕਟ ਸੀਗਾ, ਐਕਟ ਆਫ 1786 ਜਿਹੜਾ ਪਾਸ ਕੀਤਾ ਗਿਆ ਸੀਗਾ, ਇਹ ਬੇਸਿਕਲੀ ਇਸ ਦਾ ਮਕਸਦ ਇਹੀ ਸੀਗਾ ਕਿ ਲਾਰਡ ਕਾਰਨਵਾਲਿਸ ਨੂੰ ਇਹ ਦੋ ਪਾਵਰਸ ਦੇਣੀਆਂ, ਹੋਰ ਕੋਈ ਮਕਸਦ ਨਹੀਂ ਸੀਗਾ ਕਿ ਲਾਰਡ ਕਾਰਨਵਾਲਿਸ ਨੂੰ ਅਸੀਂ ਗਵਰਨਰ ਜਨਰਲ ਬਣਾਤਾ ਹੈਗਾ ਬੰਗਾਲ ਦਾ, ਬਟ ਉਹ ਬੰਦਾ ਕਹਿੰਦਾ ਕਿ ਮੇਰੀਆਂ ਦੋ ਸ਼ਰਤਾਂ ਹੈਗੀਆਂ, ਉਹ ਦੋ ਸ਼ਰਤਾਂ ਨੂੰ ਪੂਰਾ ਕਰਨ ਵਾਸਤੇ ਸਿਰਫ ਅਸੀਂ ਇੱਕ ਐਕਟ ਲੈ ਕੇ ਆਏ ਆ, ਔਰ ਇਸ ਦਾ ਕੋਈ ਮਤਲਬ ਹੀ ਨਹੀਂ ਹੈ, ਹੋਰ ਇਸ ਦੇ ਵਿੱਚ ਕੋਈ ਚੀਜ਼ ਨਹੀਂ ਹੈ। ਇਸ ਦਾ ਮਤਲਬ ਇਹ ਸੀਗਾ ਕਿ ਲਾਰਡ ਕਾਰਨਵਾਲਿਸ ਨੂੰ ਦੋ ਪਾਵਰਸ ਅਸੀਂ ਪ੍ਰੋਵਾਈਡ ਕਰਨੀਆਂ ਨੇ ਜਿਹੜੀਆਂ ਉਹਦੀਆਂ ਡਿਮਾਂਡ ਨੇ। क्लियर क्लियर जी, कोई डाउट कोई कंफ्यूजन समझ दे विच आ रहा? हाँ जी, मैं क्वेश्चंस भी देख लेना। बच्चे पंजाबी जी बोल रहे हैं गुरप्रीत सिंह जी, मैं ठीक है। सेकंड पॉइंट मैं दस देना बच्चे। सेकंड पॉइंट देखो, सेकंड पॉइंट की कहता है जेड़ा लॉर्ड कॉर्नवालिस सीगा ओहदी डिमांड्स ने, तो ओहदी डिमांड की सीगी कि मैं जेड़ा हैगा टॉप मोस्ट बंदा होना चाहिए, चाहे वो फोर्सेस ने जो भी हैगा सब कुछ मेरी कमांड दे विच होना चाहिए। आई एम द कमांडर इन चीफ, आई एम द कमांडर इन चीफ। ठीक है, मैं ही कमांडर हां, मैं चीफ हां, मैं सब तो टॉप दा बंदा हैगा। ये मेरी डिमांड मनोगे तां मैं इत्थे कुर्सी ते बैठूंगा, नहीं तां मैं नहीं मनदा। तां इसे एक्ट नूं पास करन वास्ते, इसे पावर नूं ओनू प्रोवाइड करन वास्ते ये एक्ट इत्थे पास कीता गया सी। क्लियर हो गया जी? कोई डाउट हैगा तां पुछ लो। नेक्स्ट, उस तो बाद आंदा हैगा चार्टर एक्ट ऑफ 1793। ठीक है जी, चार्टर एक्ट ऑफ 1793 1793 ਦੇ ਵਿੱਚ ਇੱਕ ਹੋਰ ਐਕਟ ਆਂਦਾ ਜਿਹਨੂੰ ਕਹਿੰਦੇ ਹੁੰਦਾ ਚਾਰਟਰ ਐਕਟ। ਚਾਰਟਰ ਐਕਟ, ਠੀਕ ਹੈ। ਹੁਣ ਚਾਰਟਰ ਐਕਟ ਨੇ ਬੇਸਿਕਲੀ ਕੀ ਚੀਜ਼ਾਂ, ਕੀ ਪ੍ਰਾਵਧਾਨ ਇੱਥੇ ਪ੍ਰੋਵਾਈਡ ਕੀਤੇ ਐਕਸਟਰਾ। ਤਾਂ ਸਭ ਤੋਂ ਪਹਿਲੇ ਇਹਨੇ ਕੀ ਕੀਤਾ, ਜਿਹੜੀ ਲਾਰਡ ਕਾਰਨਵਾਲਿਸ ਦੀ ਜਿਹੜੀਆਂ ਪਾਵਰ ਸੀਗੀਆਂ, ਠੀਕ ਹੈ, ਉਹਨੂੰ ਹੋਰ ਐਕਸਟੈਂਡ ਕੀਤਾ। ਲਾਰਡ ਕਾਰਨਵਾਲਿਸ ਦੀ ਜਿਹੜੀਆਂ ਪਾਵਰ ਸੀਗੀਆਂ, ਠੀਕ ਹੈ, ਉਹਨੂੰ ਹੋਰ ਐਕਸਟੈਂਡ ਕੀਤਾ, ਉਹਦੀ ਕਾਉਂਸਲ ਤੇ ਜਿਹੜੀਆਂ ਪਾਵਰ ਸੀਗੀਆਂ। ਠੀਕ ਹੈ, ਉਸ ਤੋਂ ਬਾਅਦ ਜਿਹੜੇ ਵੀ ਫਿਊਚਰ ਗਵਰਨਰ ਜਨਰਲ ਆਏ, ਇੱਥੇ ਕੀ ਦੇਖਿਆ ਗਿਆ ਕਿ ਲਾਰਡ ਕਾਰਨਵਾਲਿਸ ਨੂੰ ਅਸੀਂ ਪਾਵਰ ਦਿੱਤੀਆਂ, ਲਾਰਡ ਕਾਰਨਵਾਲਿਸ ਨੂੰ ਪਾਵਰ ਦਿੱਤੀਆਂ, ਬਟ ਹੋ ਸਕਦਾ ਹੈ ਕਿ ਜਿਹੜੇ ਫਿਊਚਰ ਦੇ ਵਿੱਚ ਹੋਰ ਗਵਰਨਰ ਜਨਰਲ ਆਣਗੇ, ਲਾਰਡ ਕਾਰਨਵਾਲਿਸ ਹੁਣ ਸਦਾ ਰਹੀ ਤਾਂ ਰਹੂਗਾ ਨਹੀਂ, ਉਹ ਵੀ ਇੱਕ ਬੰਦਾ ਦੁਨੀਆ ਤੋਂ ਮਰੂਗਾ ਜਾਊਗਾ ਜਾਂ ਇੱਕ ਪਾਰਟਿਕੂਲਰ ਟਾਈਮ ਤੱਕ ਰਹੂਗਾ। ਤਾਂ ਉਸ ਤੋਂ ਬਾਅਦ ਵੀ ਜਿਹੜੇ ਬੰਦੇ ਉਹਦੀ ਕੁਰਸੀ ਤੇ ਬੈਠਣਗੇ ਉਹਨਾਂ ਨੂੰ ਵੀ ਤਾਂ ਸੇਮ ਪਾਵਰ ਦੀ ਇੱਛਾ ਹੋਊਗੀ ਕਿ ਨਹੀਂ ਸਾਡੇ ਨਾਲ ਤਾਂ ਪਾਰਸ਼ੈਲਿਟੀ ਹੋ ਰਹੀ ਹੈ, ਉਸ ਬੰਦੇ ਨੂੰ ਤਾਂ ਆ ਪਾਵਰ ਦਿੱਤੀ ਸੀ, ਸਾਨੂੰ ਤਾਂ ਪਾਵਰ ਦਿੱਤੀ ਨਹੀਂ। ਤਾਂ ਲਾਰਡ ਕਾਰਨਵਾਲਿਸ ਦੇ ਨੂੰ ਜਿਹੜੀਆਂ ਪਾਵਰ ਮਿਲੀਆਂ ਸੀਗੀਆਂ, ਉਹ ਪਾਵਰ ਨੂੰ ਫਿਊਚਰ ਦੇ ਵਿੱਚ ਆਉਣ ਵਾਲੇ ਗਵਰਨਰ ਜਨਰਲ ਵਾਸਤੇ ਵੀ ਐਕਸਟੈਂਡ ਕਰ ਦਿੱਤਾ ਗਿਆ ਕਿ ਜਿਹੜਾ ਵੀ ਬੰਦਾ ਇਸ ਕੁਰਸੀ ਤੇ ਬੈਠੂਗਾ ਉਹਨੂੰ ਇਹ ਪਾਵਰ ਦਿੱਤੀਆਂ ਗਈਆਂ, ਉਹਨੂੰ ਇਹ ਪਾਵਰ ਦਿੱਤੀਆਂ ਗਈਆਂ। ਠੀਕ ਹੈ ਜੀ। ਉਸ ਤੋਂ ਬਾਅਦ ਜਿਹੜੀ ਕੰਪਨੀ ਦੀ ਟ੍ਰੇਡ ਮੋਨੋਪੋਲੀ ਸੀਗੀ, ਟ੍ਰੇਡ ਮੋਨੋਪੋਲੀ ਦੇਖੋ, ਮੋਨੋਪੋਲੀ ਹੁੰਦਾ ਹੈਗਾ ਕਿ ਇੱਕ ਪਾਰਟਿਕੂਲਰ ਬੰਦਾ ਹੀ ਟ੍ਰੇਡ ਕਰ ਸਕਦਾ, ਦੈਟ ਇਜ਼ ਮੋਨੋਪੋਲੀ। ਤਾਂ ਇੱਥੇ ਕੰਪਨੀ ਬਿਜ਼ਨਸ ਕਰ ਰਹੀ ਸੀਗੀ, ਕੰਪਨੀ ਦੀ ਮੋਨੋਪੋਲੀ ਚੱਲ ਰਹੀ ਸੀ ਟ੍ਰੇਡ ਦੇ ਉੱਤੇ, ਉਹਨੂੰ ਹੋਰ 20 ਸਾਲ ਵਾਸਤੇ ਵਧਾ ਦਿੱਤਾ ਗਿਆ, ਉਹਨੂੰ ਹੋਰ 20 ਸਾਲ ਵਾਸਤੇ ਐਕਸਟੈਂਡ ਕਰ ਦਿੱਤਾ ਗਿਆ। ਠੀਕ ਹੈ, ਹੋਰ 20 ਸਾਲ ਵਾਸਤੇ ਐਕਸਟੈਂਡ ਕਰ ਦਿੱਤਾ ਗਿਆ। ਦੇਖੋ ਗੱਲ ਕੰਪਨੀ ਦੀ ਹੋ ਰਹੀ ਹੈ, ਬਟ ਇਹ ਸਾਰੇ ਕਾਨੂੰਨ ਉੱਤੋਂ ਬਣ ਕੇ ਆ ਰਹੇ ਨੇ। ਇਹ ਕਾਨੂੰਨ ਜਿਹੜੇ ਨੇ ਇਹ ਬ੍ਰਿਟੇਨ ਤੋਂ ਬਣ ਕੇ ਆ ਰਹੇ ਨੇ, ਸਾਰੇ ਕਾਨੂੰਨ ਉੱਤੋਂ ਬਣ ਕੇ ਆ ਰਹੇ ਨੇ। ਬ੍ਰਿਟੇਨ ਮਤਲਬ ਯੂਕੇ ਤੋਂ ਬਣ ਕੇ ਆ ਰਹੇ ਨੇ, ਬਟ ਇੱਥੇ ਕਿਹਦੇ ਵਾਸਤੇ ਬਣ ਕੇ ਆ ਰਹੇ ਨੇ? ਈਸਟ ਇੰਡੀਆ ਕੰਪਨੀ, ਈਸਟ ਇੰਡੀਆ ਕੰਪਨੀ ਵਾਸਤੇ। ਠੀਕ ਹੈ, ਤਾਂ ਈਸਟ ਇੰਡੀਆ ਕੰਪਨੀ ਦਾ ਜਿਹੜਾ ਸ਼ਾਸਨ ਹੈਗਾ ਉੱਤੋਂ ਦੀ ਚੱਲ ਕੇ ਆ ਰਿਹਾ ਹੈਗਾ। ਹਾਲੇ ਤੱਕ ਆ ਬੰਦੇ ਸਿੱਧੇ ਆਪ ਨਹੀਂ ਆਏ ਇੱਥੇ, ਬਾਅਦ ਦੇ ਵਿੱਚ ਇਹ ਆਪ ਵੀ ਆ ਜਾਣਗੇ, ਉਹਦੀ ਗੱਲ ਵੀ ਆਪਾਂ ਕਰਾਂਗੇ। ਠੀਕ ਹੈ, ਤਾਂ ਉਸ ਤੋਂ ਬਾਅਦ ਜਿਹੜਾ ਕਮਾਂਡਰ ਇਨ ਚੀਫ ਹੈਗਾ, ਠੀਕ ਹੈ, ਇਹ ਗਵਰਨਰ ਜਨਰਲ ਕਾਉਂਸਲ ਦਾ ਮੈਂਬਰ ਨਹੀਂ ਹੋਊਗਾ। ਉਸ ਤੋਂ ਬਾਅਦ ਇੱਥੇ ਦੱਸਿਆ ਗਿਆ ਕਿ ਜਿਹੜਾ ਕਮਾਂਡਰ ਇਨ ਚੀਫ ਹੋਊਗਾ ਉਹ ਗਵਰਨਰ ਜਨਰਲ ਕਾਉਂਸਲ ਦਾ ਮੈਂਬਰ ਨਹੀਂ ਹੋਊਗਾ। ਇੱਕ ਨਵੀਂ ਚੀਜ਼ ਇੱਥੇ ਐਡ ਕੀਤੀ ਗਈ। ਠੀਕ ਹੈ, ਗਵਰਨਰ ਜਨਰਲ ਕਾਉਂਸਲ ਦਾ ਮੈਂਬਰ ਨਹੀਂ ਹੋਊਗਾ ਜਿਹੜਾ ਕਮਾਂਡਰ ਇਨ ਚੀਫ ਹੋਊਗਾ। ਹਾਲਾਂਕਿ ਅਗਰ ਕੰਪਨੀ ਜਿਹੜੀ ਚਾਹੇ, ਬੇਸਿਕਲੀ ਗਵਰਨਮੈਂਟ ਅਗਰ ਚਾਹੇ ਤਾਂ ਇਸ ਬੰਦੇ ਨੂੰ, ਕਮਾਂਡਰ ਇਨ ਚੀਫ ਨੂੰ ਗਵਰਨਰ ਜਨਰਲ ਕਾਉਂਸਲ ਦਾ ਮੈਂਬਰ ਅਪਾਇੰਟ ਕਰ ਸਕਦੀ ਹੈ, ਬਟ ਜਦੋਂ ਤੱਕ ਨਹੀਂ ਕੀਤਾ ਜਾਂਦਾ ਉਹ ਇੱਥੇ ਦਾ ਮੈਂਬਰ ਨਹੀਂ ਹੋਊਗਾ। ਕਮਾਂਡਰ ਇਨ ਚੀਫ ਨੂੰ ਜਦੋਂ ਤੱਕ ਅਪਾਇੰਟ ਨਹੀਂ ਕੀਤਾ ਜਾਂਦਾ ਉਹ ਗਵਰਨਰ ਜਨਰਲ ਕਾਉਂਸਲ ਦਾ ਮੈਂਬਰ ਨਹੀਂ ਹੋਊਗਾ, ਉਹ ਅਲੱਗ ਬੰਦਾ ਹੋਊਗਾ, ਇੱਕ ਅਲੱਗ ਬੰਦਾ ਹੋਊਗਾ। ਕਿਹੜਾ ਲਾਸਟ ਪੁਆਇੰਟ? ਬੇਸਿਕਲੀ मीनिंग ऑफ ओवरराइडिंग पावर। ओवरराइडिंग पावर मतलब, ओवरराइडिंग पावर ਦਾ ਮਤਲਬ ਮੈਂ ਹੁਣੇ ਦੱਸਿਆ ਸੀਗਾ ਕਿ ਮੰਨ ਲਓ ਮੈਂ ਇੱਕ ਫੈਸਲਾ ਕੀਤਾ, ਠੀਕ ਹੈ, ਤੇ ਤੁਸੀਂ ਇੱਕ ਫੈਸਲਾ ਕੀਤਾ, ਤੁਸੀਂ ਇੱਕ ਡਿਸੀਜਨ, ਮੈਂ ਇੱਕ ਡਿਸੀਜਨ ਲਿੱਤਾ, ਤੁਹਾਨੂੰ ਉਹ ਡਿਸੀਜਨ ਪਸੰਦ ਨਹੀਂ ਆਇਆ, ਤੁਸੀਂ ਕਹਿੰਦੇ ਹੋ ਨਹੀਂ ਆਹ ਡਿਸੀਜਨ ਸੀ, ਠੀਕ ਹੈ, ਤੇ ਅਗਰ ਤੁਹਾਡਾ ਡਿਸੀਜਨ ਮੇਰੇ ਡਿਸੀਜਨ ਦੇ ਉੱਪਰ ਵੈਲਿਡ ਹੋ ਜਾਏ, ਮਤਲਬ ਤੁਹਾਡਾ ਡਿਸੀਜਨ ਚੱਲੂਗਾ, ਮੇਰਾ ਡਿਸੀਜਨ ਨਹੀਂ ਚੱਲ ਰਿਹਾ, ਮਤਲਬ ਤੁਸੀਂ ਜਿਹੜੇ ਹੈਗੇ ਹੋ
ओवरराइड कर रहे हो मेरे डिसीजन ਨੂੰ, ਮੇਰੇ डिसीजन ਦੇ ਉੱਤੇ ਆਪਣਾ डिसीजन ਚਲਾ ਰਹੇ ਹੋ, ओवरराइड कर रहे हो। दैट इज द मतलब ऑफ मीनिंग ऑफ ओवरराइडिंग। क्लियर सर? लास्ट पॉइंट एक एग्जांपल ਨਾਲ क्लियर कर दो। सेकंड पॉइंट दिस वाला पॉइंट, आ वाला पॉइंट ਤੁਸੀਂ ਆ 2 पॉइंट्स ਦੀ ਗੱਲ कर रहे हो। शिवम जी, ओप्पो जी, चलो। इट एक्सटेंडेड द ट्रेड मोनोपोली ऑफ द कंपनी। देखो ट्रेड मोनोपोली, मोनोपोली ਦਾ ਮਤਲਬ ਹੁੰਦਾ ਹੈ, ਮੰਨ ਲਓ ਇੰਡੀਆ ਹੈਗਾ, ਇੰਡੀਆ ਦੇ ਵਿੱਚ ਬਿਜ਼ਨਸ ਚੱਲ ਰਿਹਾ ਹੈਗਾ, ਠੀਕ ਹੈ। ਤਾਂ ਬਿਜ਼ਨਸ ਕਰਨ ਵਾਸਤੇ ਅੱਜ ਇੰਡੀਆ ਦੇ ਵਿੱਚ ਤੁਸੀਂ ਦੇਖਦੇ ਹੋ ਤਰ੍ਹਾਂ ਦੀ ਕੰਪਨੀਆਂ ਹੈਗੀਆਂ ਨੇ, ਤਰ੍ਹਾਂ ਦੀਆਂ ਕੰਪਨੀਆਂ ਆਪਣਾ ਕੰਮ ਚਲਾ ਰਹੀਆਂ ਨੇ। ਬਟ ਉਸ ਟਾਈਮ ਤੇ ਕੀ ਸੀਗਾ, ਬਿਜ਼ਨਸ ਕਰਨ ਦਾ ਅਧਿਕਾਰ, ਟ੍ਰੇਡ ਕਰਨ ਦਾ, ਵਪਾਰ ਕਰਨ ਦਾ ਅਧਿਕਾਰ ਸਿਰਫ ਕੰਪਨੀ ਦੇ ਕੋਲ ਸੀਗਾ। ਕੰਪਨੀ ਦੀ ਮੋਨੋਪੋਲੀ ਸੀਗੀ। ਕੰਪਨੀ ਜਿੱਥੇ ਜਾਂਦੀ ਸੀ ਸਮਾਨ ਵੇਚ ਸਕਦੀ ਹੈ, ਕੋਈ ਵੀ ਕੰਪਨੀ ਦੀ ਮਰਜ਼ੀ ਦੇ ਖਿਲਾਫ ਕਿਤੇ ਸਮਾਨ ਨਹੀਂ ਵੇਚ ਸਕਦਾ, ਕੰਪਨੀ ਦੀ ਮਰਜ਼ੀ ਦੇ ਖਿਲਾਫ। ਤਾਂ ਇਹ ਕੰਪਨੀ ਦੀ ਮੋਨੋਪੋਲੀ ਹੈ, ਦੈਟ ਇਜ਼ ਅ ਮੋਨੋਪੋਲੀ ਆਫ ਕੰਪਨੀ। ਤਾਂ ਯੂਕੇ ਨੇ ਕੀ ਕੀਤਾ, ਯੂਕੇ ਦੀ ਸਰਕਾਰ ਨੇ ਕੀ ਕੀਤਾ, ਉੱਥੇ ਬ੍ਰਿਟੇਨ ਦੇ ਵਿੱਚ ਬੈਠੇ ਰਾਜਾ ਰਾਣੀ ਨੇ ਕੀ ਕੀਤਾ, ਇੰਡੀਆ ਦੇ ਵਿੱਚ ਈਸਟ ਇੰਡੀਆ ਕੰਪਨੀ ਦੀ ਜਿਹੜੀ ਟ੍ਰੇਡ ਨੂੰ ਲੈ ਕੇ ਮੋਨੋਪੋਲੀ ਹੈਗੀ ਆ, ਉਹਨੂੰ 20 ਸਾਲ ਵਾਸਤੇ ਹੋਰ ਐਕਸਟੈਂਡ ਕਰਤਾ। ਉਹਨੂੰ 20 ਸਾਲ ਵਾਸਤੇ ਹੋਰ ਐਕਸਟੈਂਡ ਕਰਤਾ, ਯਾਨੀ ਕਿ 1793 ਚ ਆਇਆ, ਠੀਕ ਹੈ, 1813 ਤੱਕ ਵਧਾਤਾ, 1813 ਤੱਕ ਉਹਨੂੰ ਐਕਸਟੈਂਡ ਕਰ ਦਿੱਤਾ। ਹੁਣ ਪਤਾ ਲੱਗ ਗਿਆ, ਕਲੀਅਰ ਹੋ ਗਿਆ। ਉਸ ਤੋਂ ਬਾਅਦ ਥਰਡ ਪੁਆਇੰਟ ਦੀ ਗੱਲ ਕਰੀਏ, ਜਿਹੜਾ ਕਮਾਂਡਰ ਇਨ ਚੀਫ ਹੈਗਾ, ਜਿਹੜਾ ਕਮਾਂਡਰ ਇਨ ਚੀਫ ਬੰਦਾ ਹੋਊਗਾ, ਮੰਨ ਲਓ ਇੱਕ ਬੰਦਾ ਦੈਟ ਇਜ਼ ਮੈਂ ਹੈਗਾ, ਮੈਂ ਕਮਾਂਡਰ ਇਨ ਚੀਫ ਹੈਗਾ, ਤਾਂ ਮੈਂ ਜਿਹੜਾ ਗਵਰਨਰ ਜਨਰਲ ਸੀਗਾ ਜਾਂ ਉਹਦੀ ਕਾਉਂਸਲ ਸੀਗੀ, ਉਹਦਾ ਮੈਂਬਰ ਨਹੀਂ ਹੋਊਗਾ। ਗਵਰਨਰ ਜਨਰਲ ਦੀ ਜਿਹੜੀ ਕਾਉਂਸਲ ਸੀਗੀ, ਜਿਹੜੀ ਉਹਨੂੰ ਅਸਿਸਟ ਕਰਨ ਵਾਸਤੇ ਬਣਾਈ ਗਈ ਸੀ, 4 ਮੈਂਬਰ ਦੀ ਕਾਉਂਸਲ, ਜਿਹੜੀ ਤੁਹਾਨੂੰ ਧਿਆਨ ਹੋਵੇ ਤਾਂ ਮੈਂ ਉਹਦਾ ਮੈਂਬਰ ਨਹੀਂ ਹੋ ਸਕਦਾ। ਇਹ ਇੱਥੇ ਡਿਸੀਜਨ ਰੱਖਿਆ ਗਿਆ, ਇੱਥੇ ਡਿਸੀਜਨ ਰੱਖਿਆ ਗਿਆ, ਠੀਕ ਹੈ। शिवम जी आई थिंक ਤੁਹਾਨੂੰ ਵੀ ਕਲੀਅਰ ਹੋ ਗਿਆ ਹੋਊਗਾ। ਇਟ ਲੈਟ ਡਾਊਨ ਦ ਮੈਂਬਰਸ ਆਫ ਦ ਬੋਰਡ ਆਫ ਕੰਟਰੋਲ ਐਂਡ देयर ਸਟਾਫ ਵਰ ਟੂ ਬੀ ਪੇਡ ਆਊਟ ਆਫ ਦ ਇੰਡੀਅਨ ਰੈਵਨਿਊਜ਼। ਬੋਰਡ ਆਫ ਕੰਟਰੋਲ, ਹੁਣ ਬੋਰਡ ਆਫ ਕੰਟਰੋਲ ਬਣਾਇਆ ਗਿਆ ਸੀ, ਮੈਂ ਤੁਹਾਨੂੰ ਦੱਸਿਆ ਬੋਰਡ ਆਫ ਕੰਟਰੋਲ ਕਿਹਦੇ ਵਾਸਤੇ ਬਣਾਇਆ ਗਿਆ ਸੀਗਾ, ਇੰਡੀਆ ਦੇ ਵਿੱਚ ਜਿੰਨੇ ਵੀ ਪੋਲੀਟੀਕਲ ਮੈਟਰ ਹੋ ਰਹੇ ਨੇ, ਪੋਲੀਟੀਕਲ ਅਫੇਅਰ ਹੋ ਰਹੇ ਨੇ, ਉਹਨਾਂ ਨੂੰ ਮੈਨੇਜ ਕਰਨ ਵਾਸਤੇ। ਹੁਣ ਦੇਖੋ ਪੋਲੀਟੀਕਲ ਸ਼ਾਸਨ ਕਿੱਥੋਂ ਚੱਲ ਰਿਹਾ ਹੈਗਾ, ਯੂਕੇ ਤੋਂ ਚੱਲ ਰਿਹਾ। ਪੋਲੀਟੀਕਲ ਸ਼ਾਸਨ ਕਿੱਥੋਂ ਚੱਲ ਰਿਹਾ, ਯੂਕੇ ਤੋਂ ਚੱਲ ਰਿਹਾ, ਠੀਕ ਹੈ। ਬੋਰਡ ਆਫ ਕੰਟਰੋਲ ਯੂਕੇ ਤੋਂ ਸਾਰਾ ਕਾਨੂੰਨ ਚੱਲ ਰਿਹਾ ਹੈਗਾ, ਬਟ ਉਹਨੂੰ ਚਲਾ ਕੌਣ ਰਿਹਾ, ਬੋਰਡ ਆਫ ਕੰਟਰੋਲ। ਬੋਰਡ ਆਫ ਕੰਟਰੋਲ। ਤਾਂ ਇਸ ਕਾਨੂੰਨ ਦੇ ਵਿੱਚ, ਇਸ ਚਾਰਟਰ ਐਕਟ ਦੇ ਵਿੱਚ ਇੱਕ ਪ੍ਰਾਵਧਾਨ ਲੈ ਕੇ ਆਏ ਗਏ, ਇੱਕ ਰੂਲ ਲੈ ਕੇ ਆਏ ਗਏ, ਜਿਸ ਦੇ ਵਿੱਚ ਕੀ ਕੀਤਾ ਗਿਆ, ਭਾਰਤ ਦੇ ਵਿੱਚੋਂ ਜਿਹੜਾ ਪੈਸਾ ਕਮਾਇਆ ਜਾ ਰਿਹਾ, ਯਾਨੀ ਕਿ ਭਾਰਤ ਦੇ ਵਿੱਚ ਪੈਸਾ ਕੌਣ ਕਮਾ ਰਿਹਾ, ਈਸਟ ਇੰਡੀਆ ਕੰਪਨੀ ਕਮਾ ਰਹੀ ਹੈ। ਤਾਂ ਜਿਹੜੀ ਉਹਦੀ ਸੈਲਰੀ ਹੈਗੀ ਆ, ਉਹ ਈਸਟ ਇੰਡੀਆ ਕੰਪਨੀ ਦੇਊਗੀ। ਮਤਲਬ ਬੋਰਡ ਆਫ ਕੰਟਰੋਲ ਦੇ ਜਿੰਨੇ ਮੈਂਬਰ ਨੇ ਜਿਹੜੇ ਕਿ ਪੋਲੀਟੀਕਲ ਮੈਟਰ ਚਲਾ ਰਹੇ ਨੇ, ਉਹਨਾਂ ਨੂੰ ਸੈਲਰੀ ਯੂਕੇ ਦੀ ਸਰਕਾਰ ਨਹੀਂ ਦੇਊਗੀ। ਉਹਨਾਂ ਨੂੰ ਜਿਹੜੇ ਪੈਸੇ ਨੇ ਉਹ ਭਾਰਤ ਦੇ ਵਿੱਚੋਂ ਜਿਹੜਾ ਰੈਵਨਿਊ ਜਨਰੇਟ ਹੋਇਆ, ਇੰਡੀਆ ਦੇ ਵਿੱਚੋਂ ਜਿਹੜਾ ਪੈਸਾ ਜਨਰੇਟ ਹੋਇਆ, ਇੰਡੀਅਨ ਰੈਵਨਿਊਜ਼ ਜਿਹੜੇ ਜਨਰੇਟ ਹੋਏ, ਉਹਨਾਂ ਦੇ ਵਿੱਚੋਂ ਦਿੱਤੀ ਜਾਊਗੀ ਉਹਨੂੰ ਸੈਲਰੀ, ਠੀਕ ਹੈ ਜੀ। ਉਹਨਾਂ ਦੇ ਵਿੱਚੋਂ ਉਹਨੂੰ ਸੈਲਰੀ ਦਿੱਤੀ ਜਾਊਗੀ, ਇੰਡੀਆ ਦੇ ਵਿੱਚੋਂ ਸੈਲਰੀ ਦਿੱਤੀ ਜਾਊਗੀ, ਠੀਕ ਹੈ ਜੀ। ਬੱਚੇ ਪੰਜਾਬੀ ਦੇ ਵਿੱਚ ਨੋਟਸ ਨਹੀਂ ਹੈਗੇ, ਗੁਰਪ੍ਰੀਤ ਸਿੰਘ ਜੀ, ਠੀਕ ਹੈ ਜੀ, ਕਲੀਅਰ ਹੋਇਆ, ਪਤਾ ਲੱਗਿਆ। ਮੈਂ ਸਾਰਾ ਕੁਝ ਪੰਜਾਬੀ ਦੇ ਵਿੱਚ ਹੀ ਐਕਸਪਲੇਨ ਕਰ ਰਿਹਾ ਹੈਗਾ, ਕਲੀਅਰ ਹੋ ਗਿਆ। ਡਾਊਟ ਹੈ ਤਾਂ ਦੱਸੋ, ਇੱਥੇ ਤੱਕ ਕੋਈ ਡਾਊਟ ਹੈ ਤਾਂ ਦੱਸੋ। ਕੋਈ ਏਦਾਂ ਦੀ ਚੀਜ਼ ਜਿਹੜੀ ਤੁਹਾਨੂੰ ਨਾ ਪਤਾ ਲੱਗੀ ਹੋਵੇ, ਤੁਸੀਂ ਦੱਸ ਸਕਦੇ ਹੋ। ਜਿਹੜਾ ਕੋਈ ਏਦਾਂ ਦੀ ਟਰਮ ਜਿਹੜੀ ਤੁਹਾਨੂੰ ਨਾ ਪਤਾ ਲੱਗੀ ਹੋਵੇ, ਅੱਗੋਂ ਜੋ ਵੀ ਕੁਝ ਕਰਾਂਗੇ ਸਿੰਪਲੈਸਟ ਫਾਰਮ ਦੇ ਵਿੱਚ। ਹਾਲੇ ਕਨਸਟੀਟਿਊਸ਼ਨ ਦੀ ਆਪਾਂ ਮੇਕਿੰਗ ਦੀ ਗੱਲ ਕਰਨੀ, ਹਾਲੇ ਸ਼ੁਰੂਆਤ ਹੋਣੀ ਹੈ। ਤਾਂ ਕਨਸਟੀਟਿਊਸ਼ਨ ਤੋਂ ਪਹਿਲਾਂ ਕੀ ਕੀ ਸੀਗਾ, ਆਪਾਂ ਉਸ ਚੀਜ਼ ਦਾ ਡਿਸਕਸ਼ਨ ਕਰ ਰਹੇ ਹਾਂ, ਠੀਕ ਹੈ ਜੀ। ਸੈਕੰਡ ਪੁਆਇੰਟ, ਇਟ ਐਕਸਟੈਂਡਡ ਦਾ ਟ੍ਰੇਡ ਮੋਨੋਪੋਲੀ। ਮੈਂ ਫਿਰ ਰਿਪੀਟ ਕਰਦਾ ਇਸ ਪੁਆਇੰਟ ਨੂੰ, ਟ੍ਰੇਡ ਮੋਨੋਪੋਲੀ। ਮੋਨੋਪੋਲੀ ਦਾ ਮਤਲਬ ਹੁੰਦਾ ਹੈ ਕਿ ਇੱਕ ਹੀ ਬੰਦੇ ਦੇ ਅਧੀਨ ਸਭ ਚੱਲਣਾ, ਠੀਕ ਹੈ। ਟ੍ਰੇਡ ਮੋਨੋਪੋਲੀ, ਮੰਨ ਲਓ ਅੱਜ ਅਗਰ ਮੋਦੀ ਸਰਕਾਰ ਜਿਹੜੀ ਹੈਗੀ ਆ, ਉਹ ਕਹਿ ਦੇ ਕਿ ਤੁਸੀਂ ਕੋਈ ਵੀ ਵਪਾਰ, ਕੋਈ ਵੀ ਕੰਪਨੀ ਵਪਾਰ ਨਹੀਂ ਕਰ ਸਕਦੀ, ਜਿਹੜਾ ਕੁਝ ਅਸੀਂ ਕਹਾਂਗੇ, ਜਿੱਥੇ ਅਸੀਂ ਕਹਾਂਗੇ ਉੱਥੇ ਹੀ ਸਮਾਨ ਵੇਚਿਆ ਜਾਊਗਾ, ਦੈਟ ਇਜ਼ ਦਾ ਟ੍ਰੇਡ ਮੋਨੋਪੋਲੀ। ਅਗਰ ਮੋਦੀ ਸਰਕਾਰ ਕਹਿ ਦੇ ਨਾ ਕਿ ਤੁਸੀਂ ਸਰਕਾਰ ਨੂੰ ਦੇਣਾ ਸਾਰਾ ਕੁਝ, ਸਰਕਾਰ ਜਿੱਥੇ ਮਰਜ਼ੀ ਵੇਚੇ, ਦੈਟ ਇਜ਼ ਮਤਲਬ ਟ੍ਰੇਡ ਕਰਨ ਦੀ ਜਿਹੜੀ ਮੋਨੋਪੋਲੀ ਹੈ, ਟ੍ਰੇਡ ਕਰਨ ਦਾ ਅਧਿਕਾਰ ਜਿਹੜਾ ਹੈਗਾ ਉਹ ਸਿਰਫ ਸਰਕਾਰ ਦੇ ਕੋਲ ਹੈ, ਦੈਟ ਇਜ਼ ਦਾ ਟ੍ਰੇਡ ਮੋਨੋਪੋਲੀ। ਤਾਂ ਉਸ ਟਾਈਮ ਤੇ ਕੀ ਸੀਗਾ, ਅੱਜ ਤਾਂ ਬਹੁਤ ਸਾਰੀ ਕੰਪਨੀਆਂ ਨੇ, ਉਦੋਂ ਉਨੀਆਂ ਕੰਪਨੀਆਂ ਤਾਂ ਹੁੰਦੀਆਂ ਨਹੀਂ ਸੀਗੀਆਂ। ਤਾਂ ਉਦੋਂ ਸਾਰੀਆਂ ਕੰਪਨੀਆਂ ਨੂੰ ਆਪਣੇ ਅਧੀਨ ਕਰ ਲਿਆ ਸੀਗਾ ਈਸਟ ਇੰਡੀਆ ਕੰਪਨੀ ਨੇ। ਤੇ ਈਸਟ ਇੰਡੀਆ ਕੰਪਨੀ ਇੱਕ ਇਕਲੌਤੀ ਕੰਪਨੀ ਜਿਹੜੀ ਸੀਗੀ ਇੰਡੀਆ ਦੇ ਵਿੱਚ ਬਿਜ਼ਨਸ ਕਰ ਰਹੀ ਸੀਗੀ, ਪੈਸਾ ਕਮਾ ਰਹੀ ਸੀ। ਯੈਸ, ਕਮਾਂਡਰ ਇਨ ਚੀਫ ਐਂਡ ਗਵਰਨਰ ਜਨਰਲ ਆਰ ਡਿਫਰੈਂਟ ਪਰਸਨ। ਉਹ ਸਿਰਫ ਲਾਰਡ ਕੌਨਵੈਲਿਸ ਸੀਗੇ ਜਿਨ੍ਹਾਂ ਦੀ ਡਿਮਾਂਡ ਸੀਗੀ ਕਿ ਮੈਨੂੰ ਕਮਾਂਡਰ ਇਨ ਚੀਫ ਵੀ ਬਣਾਇਆ ਜਾਵੇ, ਠੀਕ ਹੈ। ਉਹ ਸਿਰਫ ਲਾਰਡ ਕੌਨਵੈਲਿਸ ਸੀਗੇ, ਅਦਰਵਾइज दे आर द डिफरेंट पर्सन। कोमल जी क्लियर?
ਰੈਗੂਲੇਟਿੰਗ ਐਕਟ ਸਰ ਇੱਕ ਵਾਰ ਸ਼ਾਰਟ ਫਾਰਮ ਵਿੱਚ ਰਿਪੀਟ ਕਰ ਦਿਓ। ਦੇਖੋ ਰੈਗੂਲੇਟਿੰਗ ਐਕਟ ਆਇਆ ਸਭ ਤੋਂ ਪਹਿਲਾਂ ਤਾਂ ਉਹਨੇ ਗਵਰਨਰ ਆਫ ਬੰਗਾਲ ਜਿਹੜਾ ਸੀਗਾ ਉਹਨੂੰ ਗਵਰਨਰ ਜਨਰਲ ਆਫ ਬੰਗਾਲ ਬਣਾ ਦਿੱਤਾ। ਠੀਕ ਹੈ, ਫੋਰਨ ਹੋਸਟਿੰਗ ਪਹਿਲੇ ਬੰਦੇ ਬਣੇ। ਉਸ ਤੋਂ ਬਾਅਦ ਸੁਪਰੀਮ ਕੋਰਟ ਬਣਿਆ, ਸੁਪਰੀਮ ਕੋਰਟ ਕਲਕੱਤਾ ਦੇ ਵਿੱਚ ਐਸਟੈਬਲਿਸ਼ ਕੀਤਾ ਗਿਆ। ਠੀਕ ਹੈ, ਤਾਂ ਸ਼ਾਰਟ ਫਾਰਮ ਦੇ ਵਿੱਚ ਆਪਾਂ ਇਧਰ ਨੂੰ ਜਸਟੀਫਾਈ ਕਰ ਸਕਦੇ ਹਾਂ। ਠੀਕ ਹੈ ਜੀ, ਕੋਈ ਡਾਊਟ ਹੈ ਤਾਂ ਪੁੱਛੋ। ਹਾਂਜੀ बताओ, दसो कोई डाउट किसी को, कोई कंफ्यूजन किसी को नहीं था, आप आगे चलते हैं। यस तेजपाल सिंह जी, कोर्स पीएसपीसीएल वास्ते भी वैलिड हैगा, पीएसपीसीएल वाले भी ज्वाइन कर सकते हैं। क्लियर जी, चलो जी। नेक्स्ट इज चार्टर एक्ट ऑफ 1813। चार्टर एक्ट 1813 ਦੇ ਵਿੱਚ ਫਿਰ ਤੋਂ ਆਇਆ। ਠੀਕ ਹੈ, ਕਿਉਂਕਿ ਆਪਾਂ ਗੱਲ ਕੀਤੀ ਸੀ ਕਿ ਜਿਹੜੀ ਕੰਪਨੀ ਦੀ ਟ੍ਰੇਡ ਮੋਨੋਪੋਲੀ ਹੈਗੀ ਆ ਉਹ 20 ਸਾਲ ਵਾਸਤੇ ਵਧਾਈ ਗਈ ਸੀਗੀ। ਠੀਕ ਹੈ, ਤਾਂ 20 ਸਾਲ ਕਦੋਂ ਹੋ ਗਏ? 1813 ਤੱਕ। 1793 ਤੋਂ ਲੈ ਕੇ 1813 ਤੱਕ 20 ਸਾਲ ਹੋ ਗਏ। ਸੌਰੀ, ਠੀਕ ਹੈ ਜੀ। ਤਾਂ 1813 ਦੇ ਵਿੱਚ ਫਿਰ ਤੋਂ ਚਾਰਟਰ ਐਕਟ ਆਂਦਾ ਹੈ। ਤਾਂ ਚਾਰਟਰ ਐਕਟ ਕੁਝ ਪ੍ਰਾਵਧਾਨ, ਕੁਝ ਰੂਲਸ ਨੂੰ ਫਿਰ ਤੋਂ ਲੈ ਕੇ ਆਂਦਾ। ਤਾਂ ਇਹ ਰੂਲਸ ਐਂਡ ਰੈਗੂਲੇਸ਼ਨਸ ਕੀ ਸੀਗੇ? सॉरी, आई एम सफरिंग फ्रॉम कोल्ड। ठीक है, चलो जी। ਇਹਦੇ ਵਿੱਚ ਕੀ ਹੋਇਆ? ਕੰਪਨੀ ਦੀ ਜਿਹੜੀ ਟ੍ਰੇਡ ਮੋਨੋਪੋਲੀ ਸੀਗੀ ਉਹਨੂੰ ਰੱਦ ਕਰ ਦਿੱਤਾ ਗਿਆ, ਉਹਨੂੰ ਰੱਦ ਕਰ ਦਿੱਤਾ ਗਿਆ ਐਕਸੈਪਟ ਇੱਕ ਚੀਜ਼ ਤੋਂ। ਠੀਕ ਹੈ, ਐਕਸੈਪਟ ਇੱਕ ਚੀਜ਼ ਤੋਂ ਉਹਨੂੰ ਰੱਦ ਕਰ ਦਿੱਤਾ ਗਿਆ। ਉਹ ਕੀ ਸੀਗਾ ਕਿ ਜਿਹੜੇ ਚਾਹ ਦੀ ਟ੍ਰੇਡ ਹੈ, ਚਾਹ ਪੱਤੀ ਦੀ, ਟੀ ਦੀ ਟ੍ਰੇਡ, ਉਹ ਕੰਪਨੀ ਕਰ ਸਕਦੀ ਹੈ, ਇਹ ਕੰਪਨੀ ਕਰ ਸਕਦੀ ਹੈ। ਤੇ ਉਸ ਤੋਂ ਬਾਅਦ ਚਾਈਨਾ ਦੇ ਨਾਲ ਜਿਹੜੀ ਟ੍ਰੇਡ ਹੈ, ਚਾਈਨਾ ਦੇ ਨਾਲ ਜਿਹੜੀ ਟ੍ਰੇਡ ਹੈ ਇਹ ਵੀ ਕੰਪਨੀ ਕਰ ਸਕਦੀ ਹੈ। ਬਾਕੀ ਸਾਰੀਆਂ ਚੀਜ਼ਾਂ ਦੀ ਟ੍ਰੇਡ ਦੇ ਵਿੱਚੋਂ ਕੰਪਨੀ ਦੀ ਜਿਹੜੀ ਮੋਨੋਪੋਲੀ ਹੈ ਉਹਨੂੰ ਰੱਦ ਕੀਤਾ ਜਾਂਦਾ, ਉਹਨੂੰ ਰੱਦ ਕੀਤਾ ਜਾਂਦਾ ਸੀ। ਕਲੀਅਰ? ਯੈਸ ਨੇਹਾ ਜੀ, ਇਹ ਸਾਰਿਆਂ ਲਈ ਵੈਲਿਡ ਹੈ। ਠੀਕ ਹੈ, ਤਾਂ ਕੰਪਨੀ ਦੀ ਜਿਹੜੀ ਟ੍ਰੇਡ ਮੋਨੋਪੋਲੀ ਸੀ ਉਹ ਖਤਮ ਹੋ ਗਈ ਸਿਰਫ ਦੋ ਚੀਜ਼ਾਂ ਨੂੰ ਛੱਡ ਕੇ। ਇਹ ਵੀ ਕੁਐਸਚਨ ਬੰਦਾ, ਧਿਆਨ ਰੱਖਿਓ, ਇਹ ਵੀ ਕੁਐਸਚਨ ਬੰਦਾ, ਧਿਆਨ ਰੱਖਿਓ ਕਿ ਕਿਹੜੀਆਂ ਚੀਜ਼ਾਂ ਨੂੰ ਛੱਡ ਕੇ ਇੱਥੇ ਕੰਪਨੀ ਦੀ ਮੋਨੋਪੋਲੀ ਜਿਹੜੀ ਸੀਗੀ ਉਹ ਰੱਦ ਹੋ ਗਈ ਸੀਗੀ। ਇੱਕ ਤਾਂ ਚਾਹ ਪੱਤੀ ਦੀ ਟ੍ਰੇਡ ਨੂੰ ਲੈ ਕੇ, ਚਾਹ ਪੱਤੀ ਦੀ ਜਿਹੜੀ ਟ੍ਰੇਡ ਹੁੰਦੀ ਹੈ ਇੰਡੀਆ ਦੇ ਵਿੱਚ, ਤੁਹਾਨੂੰ ਪਤਾ ਹੈ ਅਸਮ ਦੇ ਵਿੱਚ, ਵੈਸਟ ਬੰਗਾਲ ਦੇ ਵਿੱਚ ਬਹੁਤ ਚਾਹ ਹੁੰਦੀ ਹੈ। ਠੀਕ ਹੈ, ਉਸ ਤੋਂ ਬਾਅਦ ਚਾਈਨਾ ਨੂੰ ਲੈ ਕੇ, ਚਾਈਨਾ ਦੇ ਨਾਲ ਜਿਹੜੀ ਟ੍ਰੇਡ ਹੁੰਦੀ ਸੀ, ਇਹਨਾਂ ਦੋਨਾਂ ਚੀਜ਼ਾਂ ਨੂੰ ਛੱਡ ਕੇ ਬਾਕੀ ਸਾਰੇ ਟ੍ਰੇਡ ਮੋਨੋਪੋਲੀ ਕੰਪਨੀ ਦੀ ਜਿਹੜੀ ਸੀਗੀ ਉਹ ਰੱਦ ਹੋ ਗਈ, ਖਤਮ ਹੋ ਗਈ। ਕਲੀਅਰ? ਉਸ ਤੋਂ ਬਾਅਦ ਇਟ ਅਸਰਟਡ ਕਰਾਊਨ ਸੋਵਰਨਿਟੀ ਓਵਰ ਕੰਪਨੀ। ਜਿਹੜਾ ਕਰਾਊਨ ਜਿਹੜਾ ਹੈਗਾ ਉਹ ਡਾਇਰੈਕਟ ਹੁਣ ਇੱਥੇ ਅੱਗੇ ਆ ਰਿਹਾ ਹੈਗਾ। ਕਰਾਊਨ ਦੀ ਜਿਹੜੀ ਸੋਵਰਨਿਟੀ ਹੈਗੀ ਆ ਉਹ ਵਧੇਗੀ, ਕੰਪਨੀ ਦੇ ਉੱਤੇ ਜਿਹੜਾ ਪੂਰਾ ਅਧਿਕਾਰ ਹੈ ਹੁਣ ਕਰਾਊਨ ਦਾ ਚੱਲੂਗਾ, ਕਰਾਊਨ ਦਾ ਚੱਲੂਗਾ। ਠੀਕ ਹੈ, ਇਸ ਦੇ ਚੱਲਦੇ ਹੁਣ ਜਿਹੜੇ ਦੇਖੋ ਬ੍ਰਿਟਿਸ਼ਰ ਜਿਹੜੇ ਸੀਗੇ, ਠੀਕ ਹੈ, ਉਹ ਕਿਹੜੇ ਧਰਮ ਨੂੰ ਬਿਲੋਂਗ ਕਰਦੇ ਸੀ? ਠੀਕ ਹੈ, ਬ੍ਰਿਟਿਸ਼ਰ ਜਿਹੜੇ ਸੀਗੇ ਉਹ ਕਿਹੜੇ ਧਰਮ ਨੂੰ ਬਿਲੋਂਗ ਕਰਦੇ ਸੀ? ਈਸਾਈ ਧਰਮ ਨੂੰ ਬਿਲੋਂਗ ਕਰਦੇ ਸੀਗੇ। ਤਾਂ ਇੱਥੇ ਜਿਹੜੇ ਕ੍ਰਿਸਚੀਅਨ ਮਿਸ਼ਨਰੀ ਸੀਗੇ ਇਹਨਾਂ ਨੂੰ ਇੰਡੀਆ ਦੇ ਵਿੱਚ ਆਉਣ ਵਾਸਤੇ ਅਲਾਉ ਕਰ ਦਿੱਤਾ ਗਿਆ। ਠੀਕ ਹੈ, ਤਾਂ ਕਿਹੜੇ ਐਕਟ ਦੇ ਅਧੀਨ ਕ੍ਰਿਸਚੀਅਨ ਮਿਸ਼ਨਰੀਜ਼ ਨੂੰ ਇੰਡੀਆ ਦੇ ਵਿੱਚ ਆਉਣ ਲਈ ਅਲਾਉ ਕੀਤਾ ਗਿਆ? ਦੈਟ ਇਜ਼ ਦਾ ਚਾਰਟਰ ਐਕਟ ਆਫ 1813। ਚਾਰਟਰ ਐਕਟ ਆਫ 1813। ਤਾਂ ਕ੍ਰਿਸਚੀਅਨ ਮਿਸ਼ਨਰੀਜ਼ ਇੰਡੀਆ ਦੇ ਵਿੱਚ ਅਲਾਉ ਕੀਤੇ ਗਏ। ਉਸ ਤੋਂ ਬਾਅਦ ਵੈਸਟਰਨ ਐਜੂਕੇਸ਼ਨ ਨੂੰ ਇੰਡੀਆ ਦੇ ਵਿੱਚ ਅਲਾਉ ਕੀਤਾ ਗਿਆ। ਵੈਸਟਰਨ ਐਜੂਕੇਸ਼ਨ, ਵੈਸਟਰਨ ਕਲਚਰ, ਵੈਸਟਰਨ ਐਜੂਕੇਸ਼ਨ ਇੰਡੀਆ ਦੇ ਵਿੱਚ ਅਲਾਉ ਕੀਤੀ ਗਈ। ਵੈਸਟਰਨ ਐਜੂਕੇਸ਼ਨ ਇੰਡੀਆ ਦੇ ਵਿੱਚ ਅਲਾਉ ਕੀਤੀ ਗਈ ਅੰਡਰ ਦਾ ਚਾਰਟਰ ਐਕਟ ਆਫ 1813। ਕਲੀਅਰ? ਉਸ ਤੋਂ ਬਾਅਦ ਜਿਹੜਾ ਲੋਕਲ ਗਵਰਨਮੈਂਟ ਹੈਗੀਆਂ ਨੇ, ਲੋਕਲ ਗਵਰਨਮੈਂਟ ਮਤਲਬ ਮਿਊਨਿਸਪਲ ਕਾਰਪੋਰੇਸ਼ਨਸ ਵਗੈਰਾ ਹੋ ਗਈਆਂ, ਇਹ ਇੱਥੇ ਟੈਕਸਸ ਲਗਾ ਸਕਦੀਆਂ ਨੇ ਪਰਸਨ ਦੇ ਉੱਤੇ। ਠੀਕ ਹੈ, ਐਂਡ ਅਗਰ ਉਹ ਟੈਕਸ ਨਹੀਂ ਪੇ ਕਰਦੇ, ਅਗਰ ਕੋਈ ਬੰਦਾ ਟੈਕਸ ਪੇ ਨਹੀਂ ਕਰਦਾ ਤਾਂ ਉਹਨੂੰ ਦੰਡ ਵੀ ਦਿੱਤਾ ਜਾਊਗਾ, ਉਹਨੂੰ ਦੰਡ ਵੀ ਦਿੱਤਾ ਜਾ ਸਕਦਾ, ਉਹਨੂੰ ਸਜ਼ਾ ਵੀ ਦਿੱਤੀ ਜਾ ਸਕਦੀ। ਠੀਕ ਹੈ ਜੀ, ਉਹਨੂੰ ਸਜ਼ਾ ਵੀ ਦਿੱਤੀ ਜਾ ਸਕਦੀ ਹੈ। ਇਹ ਸੀਗਾ ਚਾਰਟਰ ਐਕਟ ਆਫ 1813। ਠੀਕ ਹੈ, ਤਾਂ ਚਾਰਟਰ ਐਕਟ ਆਫ 1813 ਨੂੰ ਇੱਕ ਵਾਰੀ ਰਿਵਾਈਜ਼ ਕਰਦੇ ਆ। ਉਹ ਕੀ ਹੈਗਾ? ਕੰਪਨੀ ਦੀ ਜਿਹੜੀ ਟ੍ਰੇਡ ਮੋਨੋਪੋਲੀ ਸੀਗੀ ਉਹ ਖਤਮ ਹੋ ਗਈ, ਸਿਰਫ ਦੋ ਚੀਜ਼ਾਂ ਨੂੰ ਛੱਡ ਕੇ, ਚਾਈਨਾ ਦੇ ਨਾਲ ਟ੍ਰੇਡ ਕਰ ਸਕਦੀ ਹੈ ਤੇ ਚਾਹ ਪੱਤੀ ਦੀ ਟ੍ਰੇਡ ਕਰ ਸਕਦੀ ਹੈ, ਬਾਕੀ ਸਭ ਖਤਮ ਹੋ ਗਿਆ। ਉਸ ਤੋਂ ਬਾਅਦ ਕ੍ਰਿਸਚੀਅਨ ਮਿਸ਼ਨਰੀਜ਼ ਜਿਹੜੇ ਸੀਗੇ ਇੰਡੀਆ ਦੇ ਵਿੱਚ ਅਲਾਉ ਕੀਤੇ ਗਏ। ਉਸ ਤੋਂ ਬਾਅਦ ਜਿਹੜਾ ਵੈਸਟਰਨ ਐਜੂਕੇਸ਼ਨ ਹੈਗਾ ਉਹਨੂੰ ਇੰਡੀਆ ਦੇ ਵਿੱਚ ਅਲਾਉ ਕੀਤਾ ਗਿਆ। ਲੋਕਲ ਗਵਰਨਮੈਂਟ ਜਿਹੜੀਆਂ ਨੇ ਪਰਸਨਸ ਦੇ ਉੱਤੇ ਟੈਕਸ ਲਗਾ ਸਕਦੀਆਂ ਨੇ, ਐਂਡ ਉਹ ਟੈਕਸ ਨਾ ਪੇ ਕਰਨ ਤੇ ਪਰਸਨ ਨੂੰ ਸਜ਼ਾ ਵੀ ਦਿੱਤੀ ਜਾ ਸਕਦੀ ਹੈ। ਠੀਕ ਹੈ ਜੀ, ਇਹ ਇੱਥੇ ਸਿਸਟਮ ਇੱਥੇ ਇੰਪਲੀਮੈਂਟੇਸ਼ਨ ਦੇ ਵਿੱਚ ਆਇਆ।
ਯੈਸ ਓਪੋ ਜੀ ਪੀਐਸਪੀਸੀਐਲ ਇਲੈਕਟ੍ਰਿਸਿਟੀ ਬੋਰਡ ਦੇ ਵਿੱਚ ਪੋਸਟ ਹੁੰਦੀ ਹੈ, ਬਟ ਉਸ ਦੇ ਵਿੱਚ ਕਲੈਰੀਕਲ ਦੀਆਂ ਵੈਕੈਂਸੀਜ਼ ਵੀ ਆਉਂਦੀਆਂ ਨੇ, ਕਲਰਕ ਦੀਆਂ ਵੈਕੈਂਸੀਜ਼ ਵੀ ਆਉਂਦੀਆਂ ਨੇ, ਠੀਕ ਹੈ ਜੀ, ਉਸ ਦੇ ਵਿੱਚ ਕਲਰਕ ਦੀਆਂ ਵੈਕੈਂਸੀਜ਼ ਵੀ ਆਉਂਦੀਆਂ ਨੇ, ਠੀਕ ਹੈ ਜੀ। ਕਲੀਅਰ ਹੋ ਗਿਆ? ਕੋਈ ਡਾਊਟ ਹੈ ਕਿਸੇ ਨੂੰ ਤਾਂ ਪੁੱਛ ਸਕਦੇ ਹੋ। ਨੈਕਸਟ ਆਣਾ ਆਪਣੇ ਕੋਲ ਚਾਰਟਰ ਐਕਟ ਆਫ 1833, ਚਾਰਟਰ ਐਕਟ ਆਫ 1833। ਇਹ ਚਾਰਟਰ ਐਕਟ ਆਫ 1833 ਕੁਝ ਹੋਰ ਬਹੁਤ ਜ਼ਿਆਦਾ ਰਿਫਾਰਮਸ ਲੈ ਕੇ ਆਇਆ, ਬਹੁਤ ਜ਼ਿਆਦਾ ਰਿਫਾਰਮਸ ਇੱਥੇ ਆਈਆਂ। ਤਾਂ ਇਹ ਰਿਫਾਰਮਸ ਕੀ ਸੀਗੀਆਂ, ਠੀਕ ਹੈ, ਇਹ ਰਿਫਾਰਮਸ ਕੀ ਸੀਗੀਆਂ? ਗਵਰਨਰ ਜਨਰਲ ਆਫ ਬੰਗਾਲ ਜਿਹੜਾ ਸੀਗਾ, ਇਸ ਪੋਸਟ ਨੂੰ ਬਦਲ ਦਿੱਤਾ ਗਿਆ, ਠੀਕ ਹੈ, ਇਸ ਪੋਸਟ ਨੂੰ ਬਦਲ ਦਿੱਤਾ ਗਿਆ। ਦੇਖੋ ਪਹਿਲਾਂ ਜਿਹੜਾ ਬਹੁਤ ਵੱਡਾ ਇੱਕ ਪ੍ਰੋਵਿੰਸ, ਬਹੁਤ ਵੱਡਾ ਇੱਕ ਪ੍ਰਾਂਤ ਜਿਹੜਾ ਹੁੰਦਾ ਸੀ ਨਾ, ਉਹ ਬੰਗਾਲ ਹੁੰਦਾ ਸੀਗਾ। ਈਸਟ ਇੰਡੀਆ ਕੰਪਨੀ ਜਦੋਂ ਇੰਡੀਆ ਦੇ ਵਿੱਚ ਆਈ ਨਾ, ਉਹ ਬੰਗਾਲ ਦੇ ਥਰੂ ਆਈ ਸੀਗੀ, ਬੰਗਾਲ ਦੇ ਵਿੱਚ ਪੂਰਾ ਰਾਜ ਕੀਤਾ ਇਹਨਾਂ ਨੇ, ਠੀਕ ਹੈ। ਕਲਕੱਤਾ ਇੱਕ ਬਹੁਤ ਵੱਡੀ ਰਾਜਧਾਨੀ ਹੁੰਦੀ ਸੀ, ਬੰਗਾਲ ਤੋਂ ਸਾਰਾ ਸਿਸਟਮ ਚੱਲਦਾ ਸੀਗਾ, ਪੂਰੇ ਇੰਡੀਆ ਦਾ ਸਿਸਟਮ ਬੰਗਾਲ ਤੋਂ ਚੱਲਦਾ ਸੀਗਾ। ਬਟ ਹੁਣ ਇਹਨਾਂ ਦੀ ਵਾਰੀ ਆ ਗਈ ਸੀ ਦਿੱਲੀ ਤੱਕ ਪਹੁੰਚਣ ਦੀ, ਅੱਗੇ ਜਾਣ ਦੀ। ਤਾਂ ਜਿਹੜਾ ਗਵਰਨਰ ਜਨਰਲ ਆਫ ਬੰਗਾਲ ਸੀਗਾ, ਉਸ ਪੋਸਟ ਨੂੰ ਬਦਲ ਕੇ ਬਣਾ ਦਿੱਤਾ ਗਿਆ ਗਵਰਨਰ ਜਨਰਲ ਆਫ ਇੰਡੀਆ, ਗਵਰਨਰ ਜਨਰਲ ਆਫ ਇੰਡੀਆ। ਤੇ ਇਸ ਬੰਦੇ ਦੇ ਵਿੱਚ ਜਿਹੜਾ ਗਵਰਨਰ ਜਨਰਲ ਆਫ ਇੰਡੀਆ ਬਣਿਆ, ਇਸ ਦੇ ਵਿੱਚ ਸਾਰੀਆਂ ਸਿਵਲ ਪਾਵਰਸ ਤੇ ਸਾਰੀਆਂ ਮਿਲਟਰੀ ਪਾਵਰਸ ਇਹਦੇ ਵਿੱਚ ਕੋਲ ਹੋਣਗੀਆਂ, ਸਾਰੀਆਂ ਸਿਵਲ ਪਾਵਰ ਵੀ ਹੋਣਗੀਆਂ, ਸਾਰੀਆਂ ਮਿਲਟਰੀ ਪਾਵਰ ਵੀ ਇਹਦੇ ਕੋਲ ਹੋਣਗੀਆਂ, ਠੀਕ ਹੈ। ਉਸ ਤੋਂ ਬਾਅਦ ਜਿਹੜੀ ਗਵਰਨਰ ਆਫ ਬੰਬੇ ਜਿਹੜਾ ਸੀਗਾ ਤੇ ਗਵਰਨਰ ਆਫ ਮਦਰਾਸ ਜਿਹੜਾ ਸੀਗਾ, ਇਹਨਾਂ ਦੀਆਂ ਪਾਵਰਸ ਲੈ ਕੇ ਸਾਰੀਆਂ ਪਾਵਰ ਗਵਰਨਰ ਜਨਰਲ ਨੂੰ ਦੇ ਦਿੱਤੀਆਂ ਗਈਆਂ, ਗਵਰਨਰ ਜਨਰਲ ਆਫ ਇੰਡੀਆ ਨੂੰ ਦੇ ਦਿੱਤੀਆਂ ਗਈਆਂ। ਉਸ ਤੋਂ ਬਾਅਦ ਈਸਟ ਇੰਡੀਆ ਐਕਟੀਵਿਟੀਜ਼, ਈਸਟ ਇੰਡੀਆ ਕੰਪਨੀ ਦੀ ਜਿਹੜੀਆਂ ਐਕਟੀਵਿਟੀਜ਼ ਸੀਗੀਆਂ ਇੱਥੇ ਖਤਮ ਹੁੰਦੀਆਂ ਗਈਆਂ, ਇਹ ਖਤਮ ਹੋ ਰਹੀਆਂ ਨੇ, ਸਾਰੀਆਂ ਪਾਵਰਸ ਡਾਇਰੈਕਟ ਜਾ ਰਹੀਆਂ ਨੇ ਗਵਰਨਮੈਂਟ ਦੇ ਕੋਲ, ਠੀਕ ਹੈ। ਤਾਂ ਈਸਟ ਇੰਡੀਆ ਕੰਪਨੀ ਕੀ ਰਹਿ ਗਈ ਹੈ? ਸਿਰਫ ਕਮਰਸ਼ੀਅਲ ਬੋਡੀ ਰਹਿ ਗਈ। ਪਹਿਲੇ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਇਹ ਐਡਮਿਨਿਸਟ੍ਰੇਸ਼ਨ ਵੀ ਚਲਾ ਰਹੀ ਸੀਗੀ, ਇਹ ਪੋਲਿਟੀਕਲ ਅਫੇਅਰ ਵੀ ਚਲਾ ਰਹੀ ਸੀਗੀ, ਐਡਮਿਨਿਸਟ੍ਰੇਸ਼ਨ ਵੀ ਚਲਾ ਰਹੀ ਸੀਗੀ, ਬਟ ਫਿਰ ਤੋਂ ਕੀ ਹੋਇਆ? ਇਹ ਸਿਰਫ ਕਮਰਸ਼ੀਅਲ ਬੋਡੀ ਬਣ ਕੇ ਰਹਿ ਗਈ, ਬਾਕੀ ਸਾਰੀਆਂ ਪਾਵਰਸ ਇਸ ਤੋਂ ਲੈ ਲਿੱਤੀਆਂ ਗਈਆਂ, ਤਾਂ ਸਾਰੀਆਂ ਪਾਵਰ ਚਲੇ ਗਈਆਂ ਗਵਰਨਰ ਜਨਰਲ ਆਫ ਇੰਡੀਆ ਦੇ ਕੋਲ, ਠੀਕ ਹੈ। ਕਰਾਊਨ ਸੋਵਰਨਿਟੀ ਬੋਲਣ ਦਾ ਮਤਲਬ ਕੀ ਹੈਗਾ? ਕਰਾਊਨ ਦੇ ਅਧੀਨ ਸਾਰਾ ਕੁਝ ਆ ਰਿਹਾ ਹੈ, ਜਿਵੇਂ ਕਿ ਇਸ ਪੁਆਇੰਟ ਦੇ ਵਿੱਚ ਸਭ ਕੁਝ ਕਲੀਅਰ ਹੋ ਰਿਹਾ ਹੈ। ਚਾਰਟਰ ਐਕਟ ਆਫ 1833 ਦੇ ਵਿੱਚ ਸਾਰਾ ਕੁਝ ਕਲੀਅਰ ਹੋ ਰਿਹਾ ਹੈਗਾ। ਕਰਾਊਨ ਸੋਵਰਨਿਟੀ ਮਤਲਬ ਸਾਰਾ ਕੁਝ ਕਰਾਊਨ ਦੇ ਆਪਣੇ ਅਧੀਨ ਆ ਰਿਹਾ ਹੁਣ, ਠੀਕ ਹੈ। ਪੋਲਿਟੀਕਲ ਅਫੇਅਰਸ ਜਿਹੜੇ ਸੀਗੇ ਉਹ ਉਹਨਾਂ ਤੋਂ ਲੈ ਕੇ, ਕੰਪਨੀ ਤੋਂ ਲੈ ਕੇ ਹੁਣ ਸਿੱਧਾ ਉੱਪਰ ਬ੍ਰਿਟੇਨ ਦੇ ਕੋਲ ਜਾ ਚੁੱਕੇ ਨੇ, ਯਾਨੀ ਕਿ ਈਸਟ ਇੰਡੀਆ ਕੰਪਨੀ ਕੀ ਬਣ ਗਈ? ਕਮਰਸ਼ੀਅਲ ਬੋਡੀ। ਹੁਣ ਕੀ ਹੋ ਰਿਹਾ? ਹੁਣ ਹੌਲੀ ਹੌਲੀ ਅੰਗਰੇਜ਼ ਜਿਹੜੇ ਸੀਗੇ, ਬ੍ਰਿਟਿਸ਼ਰਸ ਜਿਹੜੇ ਸੀਗੇ ਇੰਡੀਆ ਦੇ ਵਿੱਚ ਆ ਰਹੇ ਨੇ, ਠੀਕ ਹੈ, ਹੌਲੀ ਹੌਲੀ ਇੰਡੀਆ ਦੇ ਵਿੱਚ ਆ ਰਹੇ ਨੇ ਬ੍ਰਿਟਿਸ਼ਰਸ। ਈਸਟ ਇੰਡੀਆ ਕੰਪਨੀ ਖਤਮ ਹੋ ਰਹੀ ਹੈ, ਈਸਟ ਇੰਡੀਆ ਕੰਪਨੀ ਖਤਮ ਹੋ ਰਹੀ ਹੈ, ਕਲੀਅਰ। ਉਸ ਤੋਂ ਬਾਅਦ ਇਹਨਾਂ ਨੇ ਓਪਨ ਕੰਪੀਟੀਸ਼ਨ ਫॉर ਸਿਲੈਕਸ਼ਨ ਆਫ ਸਿਵਲ ਸਰਵਿਸਿਜ਼ ਦਾ ਇੱਕ ਸਿਸਟਮ ਇੱਥੇ ਲਾਂਚ ਕੀਤਾ, ਯਾਨੀ ਕਿ ਪਹਿਲਾਂ ਕੀ ਹੁੰਦਾ ਸੀਗਾ, ਜਿਹੜੇ ਵੱਡੇ ਵੱਡੇ ਆਫੀਸਰ ਹੁੰਦੇ ਸੀਗੇ ਉਹਨਾਂ ਦੇ ਵਿੱਚੋਂ ਇੰਡੀਅਨਸ ਨੂੰ ਸਾਈਡ ਤੇ ਰੱਖਿਆ ਜਾਂਦਾ ਸੀਗਾ ਕਿ ਇੰਡੀਅਨਸ ਪਾਰਟਿਸਿਪੇਟ ਨਹੀਂ ਕਰਨਗੇ। ਤਾਂ ਹੁਣ ਕੀ ਹੋਇਆ? ਚਾਰਟਰ ਐਕਟ 1833 ਦੇ ਵਿੱਚ ਇੰਡੀਅਨਸ ਨੂੰ ਥੋੜਾ ਜਿਹਾ ਲਾਲਚ ਦਿੱਤਾ ਗਿਆ ਅੰਗਰੇਜ਼ਾਂ ਦੇ ਦੁਆਰਾ, ਕਿਉਂਕਿ ਉਹਨਾਂ ਨੇ ਇੱਥੇ ਆ ਕੇ ਰਾਜ ਕਰਨਾ, ਠੀਕ ਹੈ, ਇੱਥੇ ਆ ਕੇ ਸਿਸਟਮ ਚਲਾਣਾ ਹੈ। ਤਾਂ ਇਹਨਾਂ ਨੇ ਕੀ ਕੀਤਾ, ਜਿਹੜੇ ਇੰਡੀਅਨ ਪਰਸਨਸ ਨੇ ਇਹਨਾਂ ਨੂੰ ਇੱਥੇ ਅਲਾਉ ਕੀਤਾ ਕਿ ਤੁਸੀਂ ਸਿਵਲ ਸਰਵਿਸਿਜ਼ ਦਾ ਐਗਜ਼ਾਮ ਦੇ ਸਕਦੇ ਹੋ, ਕਲੀਅਰ। Indian should not be debarred from the holding any place, office and employment under the company, clear। ਤਾਂ ਇੱਥੇ ਸਿਵਲ ਸਰਵੈਂਟਸ ਦੇ ਵਾਸਤੇ ਓਪਨ ਕੰਪੀਟੀਸ਼ਨ ਸਿਸਟਮ ਲਾਂਚ ਕਰ ਦਿੱਤਾ ਗਿਆ। ਪਹਿਲੇ ਸਿਰਫ ਬ੍ਰਿਟਿਸ਼ਰਸ ਹੀ ਇੱਥੇ ਅਲਾਉ ਕੀਤੇ ਜਾਂਦੇ ਸੀਗੇ, ਕਲੀਅਰ ਹੋਇਆ? ਕੋਈ ਡਾਊਟ ਹੈ ਤਾਂ ਕਿਸੇ ਨੂੰ ਪੁੱਛ ਸਕਦੇ ਹੋ, ਕਿਸੇ ਨੂੰ ਕੋਈ ਡਾਊਟ ਹੈ ਤਾਂ ਤੁਸੀਂ ਪੁੱਛ ਸਕਦੇ ਹੋ, ਕਿਸੇ ਨੂੰ ਕੋਈ ਡਾਊਟ ਹੈ ਤਾਂ ਪੁੱਛ ਸਕਦੇ ਹੋ। ਚਾਰਟਰ ਐਕਟ 1813 ਦਾ ਸੈਕੰਡ ਪੁਆਇੰਟ, ਸਿਮਰਪਾਲ ਕੌਰ ਜੀ, I will explain, that is ਕਰਾਊਨ ਸੋਵਰਨਿਟੀ। ਇਹ ਮੈਂ ਆਲਰੇਡੀ ਦੱਸ ਚੁੱਕਿਆ, ਕਰਾਊਨ ਸੋਵਰਨਿਟੀ ਮਤਲਬ ਕਰਾਊਨ ਜਿਹੜੀ ਹੈ ਉਹ ਉੱਪਰ ਹੈਗਾ ਕੰਪਨੀ ਤੋਂ, ਕਰਾਊਨ ਦੀ ਜਿਹੜੀ ਸੋਵਰਨਿਟੀ ਹੈ ਉਹ ਚੱਲੇਗੀ, ਕੰਪਨੀ ਦਾ ਰੂਲ ਖਤਮ ਹੋ ਰਿਹਾ, ਕੰਪਨੀ ਦਾ ਰੂਲ ਜਿਹੜਾ ਹੈਗਾ ਉਹ ਖਤਮ ਹੋ ਰਿਹਾ, ਠੀਕ ਹੈ, ਕੰਪਨੀ ਦਾ ਜਿਹੜਾ ਰੂਲ ਹੈਗਾ ਖਤਮ ਹੋ ਰਿਹਾ। ਦੇਖੋ ਸਿਵਲ ਸਰਵਿਸਿਜ਼ ਦੇ ਜਿਹੜੇ ਐਗਜ਼ਾਮ ਹੁੰਦੇ ਨੇ, IAS IPS ਬਣਦੇ ਨੇ ਜਿਹੜੇ, ਮਤਲਬ ਜਿਹੜੇ ਆਫੀਸਰ ਹੁੰਦੇ ਨੇ, ਇਹਨਾਂ ਦਾ ਜਿਹੜਾ ਐਗਜ਼ਾਮ ਹੁੰਦਾ, ਇਹ ਐਗਜ਼ਾਮ ਤੇ ਉਸ ਟਾਈਮ ਤੇ ਅਗਰ ਮੈਂ ਗੱਲ ਕਰਾਂ, ਦੈਟ ਇਜ਼ 1833 ਦੀ ਅਗਰ ਆਪਾਂ ਗੱਲ ਕਰੀਏ, ਉਸ ਤੋਂ ਪਹਿਲਾਂ ਇਸ ਦੇ ਵਿੱਚ ਸਿਰਫ ਬ੍ਰਿਟਿਸ਼ਰਸ ਹੀ ਅਲਾਉ ਹੁੰਦੇ ਸੀਗੇ, ਸਿਰਫ ਬ੍ਰਿਟਿਸ਼ਰਸ। ਤਾਂ ਇੰਡੀਅਨਸ ਨੂੰ ਵੀ ਪ੍ਰੋਪਰ ਮੌਕਾ ਮਿਲਣਾ ਚਾਹੀਦਾ ਹੈਗਾ ਇਸ ਦੇ ਵਿੱਚ ਹਿੱਸਾ ਲੈਣ ਦਾ। ਇਹ ਚਾਰਟਰ ਐਕਟ 1833 ਨੇ ਇੱਥੇ ਪਾਵਰ ਪ੍ਰੋਵਾਈਡ ਕੀਤੀ, ਚਾਰਟਰ ਐਕਟ 1833 ਨੇ ਇੱਥੇ ਪਾਵਰ ਪ੍ਰੋਵਾਈਡ ਕੀਤੀ, ਕਲੀਅਰ ਹੋ ਗਿਆ ਜੀ? ਐਨੀ ਡਾਊਟ? ਕਿਸੇ ਨੂੰ ਕੋਈ ਡਾਊਟ ਹੈ ਤਾਂ ਪੁੱਛੋ, ਅਗਰ ਕਿਸੇ ਨੂੰ ਕੋਈ ਡਾਊਟ ਹੈ, ਕੁਝ ਸਮਝ ਨਹੀਂ ਆਇਆ ਤਾਂ ਦੱਸੋ, ਕੁਝ ਨਹੀਂ ਸਮਝ ਆਇਆ ਤਾਂ ਤੁਸੀਂ ਦੱਸ ਸਕਦੇ ਹੋ ਇੱਥੇ, ਹਾਂਜੀ ਪੁੱਛੋ ਅਗਰ ਡਾਊਟ ਹੈ ਤਾਂ, ਅਗਰ ਕੋਈ ਡਾਊਟ ਹੈ ਤਾਂ। ਈਸਟ ਇੰਡੀਆ ਕੰਪਨੀ ਬੇਸਿਕਲੀ ਦੱਸੋ, ਦੇਖੋ ਸਨ 1600 ਈਸਵੀ ਦੇ ਵਿੱਚ ਕੀ ਹੋਇਆ ਸੀਗਾ, ਬ੍ਰਿਟਿਸ਼ ਗਵਰਨਮੈਂਟ ਆਪ ਨਹੀਂ ਇੱਥੇ ਆਈ ਸੀਗੀ, ਉਹਨਾਂ ਨੇ ਇੱਕ ਟੀਮ ਬਣਾਈ, ਇੱਕ ਕੰਪਨੀ ਐਸਟੈਬਲਿਸ਼ ਕੀਤੀ, ਇੱਕ ਕੰਪਨੀ ਐਸਟੈਬਲਿਸ਼ ਕੀਤੀ ਤਾਂ ਉਹਨੂੰ ਪਾਵਰ ਲਿਖ ਕੇ ਦਿੱਤੀਆਂ ਕਿ ਜਾਓ ਅਸੀਂ ਤੁਹਾਨੂੰ ਪਾਵਰ ਪ੍ਰੋਵਾਈਡ ਕਰਦੇ ਹਾਂ, ਜਾਓ ਤੁਸੀਂ ਇੰਡੀਆ ਦੇ ਵਿੱਚ ਜਾ ਕੇ ਬਿਜ਼ਨਸ ਕਰ ਸਕਦੇ ਹੋ, ਵਪਾਰ ਕਰ ਸਕਦੇ ਹੋ।
ਇਹ ਸੀਗੀ ਈਸਟ ਇੰਡੀਆ ਕੰਪਨੀ। ਠੀਕ ਹੈ, ਬ੍ਰਿਟਿਸ਼ ਕਹਿਣ ਦਾ ਮਤਲਬ ਕੀ ਹੈ, ਬ੍ਰਿਟਿਸ਼ ਕਰਾਊਨ, ਬ੍ਰਿਟਿਸ਼ ਦਾ ਰਾਜ ਜਿਹੜਾ ਕਿ ਉੱਥੇ ਯੂਕੇ ਦੇ ਵਿੱਚ ਚੱਲਦਾ ਹੈਗਾ, ਉਹ ਆਪ ਨਹੀਂ ਆਏ, ਉਹਨਾਂ ਨੇ ਇੱਕ ਕੰਪਨੀ ਨੂੰ ਪਾਵਰ ਦਿੱਤੀ ਹੈ, ਉਹ ਕੰਪਨੀ ਇੱਥੇ ਆ ਕੇ ਰਾਜ ਕਰ ਰਹੀ ਸੀਗੀ, ਉਹ ਕੰਪਨੀ ਇੱਥੇ ਵਪਾਰ ਕਰਨ ਵਾਸਤੇ ਆਈ ਸੀਗੀ, ਬਾਅਦ ਦੇ ਵਿੱਚ ਰਾਜ ਕਰਨ ਲੱਗੀ, ਬਟ ਪਾਵਰ ਉੱਤੇ ਕਰਾਊਨ ਦੀ ਹੀ ਚੱਲਦੀ ਸੀਗੀ। ਠੀਕ ਹੈ ਜੀ। ਅਰਸ਼ ਜੀ, ਬੈਂਕ ਦੇ ਪੇਪਰਾਂ ਦੇ ਵਿੱਚ ਪੋਲਿਟੀ ਹਿਸਟਰੀ ਨਹੀਂ ਪੁੱਛੀ ਜਾਂਦੀ। ਠੀਕ ਹੈ ਜੀ, ਬੈਂਕ ਦੇ ਐਗਜ਼ਾਮ ਦੇ ਵਿੱਚ ਹਿਸਟਰੀ ਪੋਲਿਟੀ ਨਹੀਂ ਪੁੱਛੀ ਜਾਂਦੀ। ਚਲੋ ਜੀ, ਨੈਕਸਟ ਸਾਡੇ ਕੋਲ ਆਂਦਾ ਹੈਗਾ ਚਾਰਟਰ ਐਕਟ ਆਫ 1853। ਸਿਰਫ ਇੱਕ ਐਕਟ ਇਸ ਤੋਂ ਬਾਅਦ ਹੋਰ ਰਹਿ ਗਿਆ ਹੋਇਆ, ਸਿਰਫ ਇੱਕ ਐਕਟ ਇਸ ਤੋਂ ਬਾਅਦ। ਠੀਕ ਹੈ, ਦੋ ਹੀ ਐਕਟ ਰਹਿ ਗਏ ਨੇ ਸਾਡੇ ਕੋਲ। ਅੱਜ ਦੀ ਕਲਾਸ ਦੇ ਵਿੱਚ ਆਪਾਂ ਨਹੀਂ ਕਵਰ ਕਰਾਂਗੇ ਤੇ ਕੁਝ ਕੁਐਸਚਨਸ ਕਰਾਂਗੇ ਐਂਡ ਫਿਰ ਤੁਸੀਂ ਮੈਨੂੰ ਦੱਸੋਗੇ ਕਿ ਤੁਹਾਨੂੰ ਅਗਰ ਕੁਝ ਸਮਝ ਦੇ ਵਿੱਚ ਨਹੀਂ ਆਇਆ ਤਾਂ ਇੱਕ ਐਕਟ ਇਸ ਤੋਂ ਬਾਅਦ ਹੋਰ ਇੱਕ, ਮਤਲਬ ਲਾਸਟ ਦੋ ਐਕਟ ਨੇ ਸਾਡੇ ਕੋਲ। ਤਾਂ ਚਾਰਟਰ ਐਕਟ ਆਫ 1853 ਇਸ ਨੇ ਕੀ ਜਨਰੇਟ ਕੀਤਾ, ਇਹ ਕੀ ਐਕਸਟਰਾ ਪ੍ਰੋਵੀਜ਼ਨਸ ਲੈ ਕੇ ਆਇਆ ਸਾਡੇ ਕੋਲ, ਕੀ ਫੈਸਲੇ ਲੈ ਕੇ ਆਇਆ? ਸੈਪਰੇਟਿਡ ਲੈਜਿਸਲੇਟਿਵ ਐਂਡ ਐਗਜ਼ੀਕਿਊਟਿਵ ਫੰਕਸ਼ਨ ਆਫ ਦਾ ਗਵਰਨਰ ਜਨਰਲ ਕਾਉਂਸਲ। ਗਵਰਨਰ ਜਨਰਲ ਕਾਉਂਸਲ ਦੇ ਜਿਹੜੇ ਵਰਕ ਹੈਗੇ ਨੇ ਉਹਨੂੰ ਸੈਪਰੇਟ ਕਰਤਾ, ਮਤਲਬ ਲੈਜਿਸਲੇਟਿਵ ਫੰਕਸ਼ਨ ਅੱਡ ਕਰਤੇ, ਐਗਜ਼ੀਕਿਊਟਿਵ ਫੰਕਸ਼ਨ ਅੱਡ ਕਰਤੇ। ਦੇਖੋ ਲੈਜਿਸਲੇਟਿਵ ਕੀ ਹੁੰਦਾ ਹੈਗਾ, ਕਾਨੂੰਨ ਵਿਵਸਥਾ, ਲੈਜਿਸਲੇਚਰ ਕਾਨੂੰਨ ਸਿਸਟਮ। ਠੀਕ ਹੈ, ਐਗਜ਼ੀਕਿਊਸ਼ਨ ਕੀ ਹੁੰਦਾ ਹੈਗਾ, ਜਿਹੜੇ ਆਫੀਸਰਸ ਹੁੰਦੇ ਨੇ ਜਿਹੜੇ ਕਿ ਇੰਪਲੀਮੈਂਟੇਸ਼ਨ ਦਾ ਕੰਮ ਕਰਦੇ ਨੇ। ਤਾਂ ਲੈਜਿਸਲੇਟਿਵ ਸਿਸਟਮ ਅੱਡ ਕਰਤਾ, ਐਗਜ਼ੀਕਿਊਟਿਵ ਫੰਕਸ਼ਨਸ ਅੱਡ ਕਰਤੇ ਗਵਰਨਰ ਜਨਰਲ ਕਾਉਂਸਲ ਦੇ। ਠੀਕ ਹੈ ਜੀ, 6 ਨਵੇਂ ਮੈਂਬਰ ਕਾਉਂਸਲ ਦੇ ਵਿੱਚ ਐਡ ਕੀਤੇ ਗਏ, 6 ਨਵੇਂ ਮੈਂਬਰ ਕਾਉਂਸਲ ਦੇ ਵਿੱਚ ਐਡ ਕੀਤੇ ਗਏ। ਠੀਕ ਹੈ ਜੀ, ਸਿਵਲ ਸਰਵਿਸਿਜ਼ ਵਾਸਤੇ ਇੱਕ ਓਪਨ ਸਿਸਟਮ ਇੱਥੇ ਕ੍ਰੀਏਟ ਕਰ ਦਿੱਤਾ ਗਿਆ ਕਿ ਸਿਵਲ ਸਰਵਿਸਿਜ਼ ਨੂੰ ਪਹਿਲਾਂ ਸੀਗਾ ਜਿਹੜਾ ਚਾਰਟਰ ਐਕਟ 1833 ਸੀਗਾ ਉਹਦੇ ਵਿੱਚ ਅਨਾਉਂਸ ਕੀਤਾ ਗਿਆ ਕਿ ਇਦਾਂ ਦਾ ਸਿਸਟਮ ਬਣਾਓ ਕਿ ਇੰਡੀਅਨਸ ਵੀ ਹਿੱਸਾ ਲੈ ਸਕਣ। ਹੁਣ ਇੱਥੇ ਇੱਕ ਓਪਨ ਸਿਸਟਮ ਬਣਾ ਦਿੱਤਾ ਗਿਆ ਸਿਲੈਕਸ਼ਨ ਦਾ ਤੇ ਰਿਕਰੂਟਮੈਂਟ ਦਾ ਸਿਵਲ ਸਰਵਿਸਿਜ਼ ਵਾਸਤੇ। ਠੀਕ ਹੈ ਜੀ, ਯੈਸ ਦਲਜੀਤ ਕੌਰ ਜੀ, ਪੰਜਾਬੀ ਵੀ ਕਵਰ ਕੀਤੀ ਜਾਊਗੀ, ਕਰੰਟ ਅਫੇਅਰਸ ਵੀ ਕਵਰ ਕੀਤੇ ਜਾਣਗੇ। ਠੀਕ ਹੈ ਜੀ, ਕਮਲਜੀਤ ਕੌਰ ਜੀ, ਕਾਂਸਟੇਬਲ ਦਾ ਪੇਪਰ ਹੋਵੇ, ਠੀਕ ਹੈ, ਕਲਰਕ ਦਾ ਪੇਪਰ ਹੋਵੇ, ਉਹਦੇ ਵਾਸਤੇ ਵੀ ਇਹ ਚੀਜ਼ ਇੰਪੋਰਟੈਂਟ ਹੈ, ਇਹ ਚੀਜ਼ ਵੈਲਿਡ ਹੈ। ਠੀਕ ਹੈ ਜੀ, ਤੇ ਅੱਗੇ ਆਪਾਂ ਜਦੋਂ ਗੱਲ ਕਰਦੇ ਹਾਂ, ਕੰਪਨੀ ਦਾ ਜਿਹੜਾ ਰੂਲ ਸੀਗਾ ਉਹ ਇੰਡੀਅਨ ਪੋਜੈਸ਼ਨਸ ਔਨ ਬਿਹਾਫ ਆਫ ਬ੍ਰਿਟਿਸ਼ ਗਵਰਨਮੈਂਟ ਬਟ ਡਿਡ ਨਾਟ ਸਪੈਸੀਫਾਈ ਐਨੀ ਪਾਰਟਿਕੂਲਰ ਪੀਰੀਅਡ। ਕਿ ਜਿਹੜੀ ਕੰਪਨੀ ਹੈਗੀ ਹੈ, ਕੰਪਨੀ ਜਿਹੜੀ ਹੈਗੀ ਹੈ ਇੰਡੀਆ ਦੇ ਉੱਤੇ ਰਾਜ ਕਰੂਗੀ, ਬਟ ਕਿੰਨੇ ਟਾਈਮ ਤੱਕ, ਹਾਲੇ ਰਾਜ ਕਰ ਰਹੀ ਹੈ ਕੰਪਨੀ, ਇੱਥੇ ਬਿਜ਼ਨਸ ਕਰ ਰਹੀ ਹੈ ਕੰਪਨੀ ਹਾਲੇ ਤੇ, ਬਟ ਕਿੰਨੇ ਟਾਈਮ ਤੱਕ ਕਰੂਗੀ ਉਹ ਇੱਥੇ ਡਿਫਾਈਨ ਨਹੀਂ ਕੀਤਾ ਗਿਆ, ਉਹ ਹਾਲੇ ਇੱਥੇ ਡਿਫਾਈਨ ਨਹੀਂ ਕੀਤਾ ਗਿਆ। ਬਟ ਇੱਥੇ ਹੌਲੀ ਹੌਲੀ ਜਿਹੜਾ ਸੀਗਾ ਨਾ ਕੰਪਨੀ ਦਾ ਜਿਹੜਾ ਸਿਸਟਮ ਸੀਗਾ ਉਹ ਖਤਮ ਹੁੰਦਾ ਜਾ ਰਿਹਾ ਸੀਗਾ, ਬ੍ਰਿਟਿਸ਼ਰਸ ਹੀ ਅੱਗੇ ਵਧਦੇ ਜਾ ਰਹੇ ਸੀਗੇ। ਠੀਕ ਹੈ, ਤੇ ਦੂਸਰੀ ਸਾਈਡ ਤੇ ਅਗਰ ਮੈਂ ਗੱਲ ਕਰਾਂ, ਦੂਸਰੀ ਸਾਈਡ ਤੇ ਇਸ ਟਾਈਮ ਤੇ ਆ ਕੇ ਜਿਹੜਾ ਆਜ਼ਾਦੀ ਦਾ ਜਿਹੜਾ ਸਮਾਰੋਹ ਸੀਗਾ ਨਾ ਉਹ ਥੋੜਾ ਕਿਤੇ ਲੈਵਲ ਤੇ ਸ਼ੁਰੂ ਹੋ ਗਿਆ ਸੀਗਾ। 1853 ਚ ਪਹੁੰਚ ਚੁੱਕੇ, 1848-49 ਦੇ ਵਿੱਚ ਲਗਭਗ ਜਿਹੜੀ ਆਜ਼ਾਦੀ ਦੀ ਅੱਗ ਜਿਹੜੀ ਸੀਗੀ ਉਹ ਸ਼ੁਰੂ ਹੋ ਗਈ ਸੀ, ਉਹ ਕਿਤੇ ਨਾ ਕਿਸੇ ਇੰਡੀਆ ਦੇ ਕਿਸੇ ਪਾਰਟ ਦੇ ਵਿੱਚ ਸ਼ੁਰੂ ਹੋ ਗਈ ਸੀਗੀ ਕਿ ਸਾਨੂੰ ਆਜ਼ਾਦੀ ਚਾਹੀਦੀ ਹੈ। ਇਟ ਇੰਟਰੋਡਿਊਸ ਲੋਕਲ ਰਿਪਰੈਜ਼ੈਂਟੇਸ਼ਨ ਇਨ ਇੰਡੀਅਨ ਲੈਜਿਸਲੇਟਿਵ ਕਾਉਂਸਲ, ਇਨ ਸੈਂਟਰਲ ਲੈਜਿਸਲੇਟਿਵ ਕਾਉਂਸਲ। ਲੋਕਲ ਰਿਪਰੈਜ਼ੈਂਟੇਸ਼ਨ ਮਤਲਬ ਅੱਜ ਦਾ ਜਿਹੜਾ ਸਿਸਟਮ ਹੈਗਾ, ਠੀਕ ਹੈ, ਜਿਹੜੇ MP MLAs ਵਾਲਾ ਸਿਸਟਮ ਹੁੰਦਾ ਹੈ ਉਹ ਕਿਸੇ ਲੈਵਲ ਤੇ ਉੱਥੇ ਸ਼ੁਰੂ ਹੋ ਗਿਆ ਸੀਗਾ, ਪਹਿਲੇ ਨਹੀਂ ਹੁੰਦਾ ਸੀਗਾ। ਠੀਕ ਹੈ, ਪਹਿਲੇ ਨਹੀਂ ਹੁੰਦੇ ਸੀ, ਲੋਕਲ ਰਿਪਰੈਜ਼ੈਂਟੇਟਿਵਸ ਨਹੀਂ ਹੁੰਦੇ ਸੀਗੇ। ਜਿਵੇਂ ਸਾਡਾ MLA ਹੈ, MC ਹੈ, ਇਹਨਾਂ ਨੂੰ ਸੈਂਟਰ ਦੇ ਵਿੱਚ ਕਾਨੂੰਨ ਦੀ ਜਿਹੜੀ ਮੀਟਿੰਗ ਹੋਗੀ ਉਹਦੇ ਵਿੱਚ ਬਿਠਾਣਾ। ਠੀਕ ਹੈ, ਜਿਵੇਂ ਅੱਜ ਸਾਡੀ ਲੋਕ ਸਭਾ ਹੈਗੀ ਹੈ, ਉਵੇਂ ਦਾ ਸਿਸਟਮ ਇੱਥੇ ਸ਼ੁਰੂ ਹੋ ਗਿਆ ਸੀਗਾ, ਠੀਕ ਹੈ। ਜਤਿਨ ਜੀ, ਆਈ ਵਿਲ ਗਿਵ ਯੂ ਦਾ ਨੋਟਸ, ਠੀਕ ਹੈ, ਡੋਂਟ ਵਰੀ, ਇਹ ਜਿਹੜਾ PDF ਹੈਗਾ ਤੁਹਾਨੂੰ ਮਿਲ ਜੂਗਾ। ਠੀਕ ਹੈ, ਜਿਹੜਾ PDF ਹੈਗਾ ਤੁਹਾਨੂੰ ਮਿਲ ਜੂਗਾ, ਸਕਰੀਨਸ਼ਾਟ ਲੈਣ ਦੀ ਕੋਈ ਦਿੱਕਤ ਨਹੀਂ ਹੈਗੀ, ਤੁਹਾਨੂੰ PDF ਦੇ ਦੂੰਗਾ ਮੈਂ। ਯੈਸ ਰੀਆ ਜੀ, ਸਭ ਕੁਝ ਜੋ ਵੀ ਬੇਸਿਕਲੀ ਕੱਲ ਦੱਸਿਆ ਗਿਆ ਸੀਗਾ ਉਹ ਸਭ ਕੁਝ PSPCL ਲਈ ਇੰਪੋਰਟੈਂਟ, ਜੋ ਵੀ ਕੱਲ ਦੱਸਿਆ ਗਿਆ ਸੀਗਾ। ਠੀਕ ਹੈ, ਉਸ ਤੋਂ ਬਾਅਦ ਜਿਹੜੇ 6 ਨਵੇਂ ਮੈਂਬਰ ਇੱਥੇ ਐਡ ਕੀਤੇ ਗਏ, ਜਿਹੜੇ 6 ਨਵੇਂ ਮੈਂਬਰ ਮੈਂ ਦੱਸਿਆ ਨਾ ਕਿ 6 ਨਵੇਂ ਮੈਂਬਰ ਇੱਥੇ ਕਾਉਂਸਲ ਦੇ ਵਿੱਚ ਐਡ ਕੀਤੇ ਜਾ ਰਹੇ ਨੇ। ਇਹਨਾਂ 6 ਮੈਂਬਰਾਂ ਦੇ ਵਿੱਚੋਂ ਜਿਹੜੇ 4 ਮੈਂਬਰ ਹੋਣਗੇ ਇਹ ਲੋਕਲ ਗਵਰਨਮੈਂਟ ਦੇ ਹੋਣਗੇ। ਠੀਕ ਹੈ, ਲੋਕਲ ਗਵਰਨਮੈਂਟ ਕਿੱਥੇ ਦੀ? ਮਦਰਾਸ, ਬੰਬੇ, ਬੰਗਾਲ ਤੇ ਆਗਰਾ, ਇਹ 4 ਜਗ੍ਹਾ ਦੱਸੀਆਂ ਗਈਆਂ। ਇਹ ਚਾਰੇ ਜਗ੍ਹਾ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਨੇ, ਆਗਰਾ, ਬੰਗਾਲ, ਬੰਬੇ ਤੇ ਮਦਰਾਸ। ਠੀਕ ਹੈ, ਮਦਰਾਸ, ਬੰਬੇ, ਬੰਗਾਲ, ਆਗਰਾ, ਇਹ 4 ਮੈਂਬਰ ਤਾਂ ਇੱਥੇ ਦੇ ਹੀ ਹੋਗੇ ਤੇ 2 ਮੈਂਬਰ ਹੋਰ ਹੋਣਗੇ ਅਲੱਗ-ਅਲੱਗ ਜਗ੍ਹਾ ਦੇ। 4 ਮੈਂਬਰ ਇੱਥੋਂ ਹੋਣਗੇ, ਯਾਨੀ ਕਿ ਇੱਕ ਮਦਰਾਸ ਦਾ, ਇੱਕ ਬੰਬੇ ਦਾ, ਇੱਕ ਬੰਗਾਲ ਦਾ, ਇੱਕ ਆਗਰਾ ਦਾ ਲੋਕਲ ਰਿਪਰੈਜ਼ੈਂਟੇਟਿਵ। ਠੀਕ ਹੈ ਜੀ, ਇਹਨਾਂ ਨੂੰ ਚੁਣਿਆ ਜਾਊਗਾ। ਕਲੀਅਰ ਹੋਇਆ ਇੱਥੇ ਤੱਕ? ਕੋਈ ਡਾਊਟ? ਹਾਂਜੀ, ਕੋਈ ਡਾਊਟ ਹੈ ਤਾਂ ਦੱਸ ਸਕਦੇ ਹੋ ਯਾਰ, ਡਾਊਟ ਵਾਲੀ ਕੋਈ ਦਿੱਕਤ ਨਹੀਂ ਹੈ। ਠੀਕ ਹੈ, ਚਿਲ ਹੋ ਕੇ ਆਰਾਮ ਦੇ ਨਾਲ ਪੜ੍ਹਨਾ ਆਪਾਂ। ਠੀਕ ਹੈ, ਕੋਈ ਸਟ੍ਰੈਸ ਨਹੀਂ ਲੈਣੀ ਹੈ, ਚਿਲ ਹੋ ਕੇ ਆਰਾਮ ਦੇ ਨਾਲ ਪੜ੍ਹਾਈ ਕਰਨੀ ਹੈ।
ਕੰਸੈਂਟਰੇਸ਼ਨ ਚਾਹੀਦੀ ਹੈ ਜਸਟ, ਹੋਰ ਕੁਝ ਨਹੀਂ ਚਾਹੀਦਾ। ਮੈਨੂੰ ਚਾਹੀਦਾ ਕਿ ਤੁਹਾਡੀ ਪ੍ਰੈਜ਼ੈਂਸ ਸਿਰਫ ਮੇਰੇ ਵੱਲ ਹੋਣੀ ਚਾਹੀਦੀ ਹੈ, ਮੇਰੇ ਵੱਲ ਧਿਆਨ ਦਿਓ। ਅਗਰ ਮੈਂ ਕੁਝ ਤੁਹਾਨੂੰ ਬੋਲ ਰਿਹਾ ਜੋ ਤੁਹਾਨੂੰ ਨਹੀਂ ਸਮਝ ਦੇ ਵਿੱਚ ਆ ਰਿਹਾ ਤਾਂ ਕੁਐਸਚਨ ਰੇਜ਼ ਕਰੋ ਬਸ। ਪੜ੍ਹਦੇ ਵੇਲੇ ਸਿਰਫ ਪੜ੍ਹਾਈ ਵੱਲ ਧਿਆਨ ਦੇਾਂਗੇ ਆਪਾਂ, ਆਰਾਮ ਦੇ ਨਾਲ ਪਿਆਰ ਦੇ ਨਾਲ ਪੜ੍ਹਾਈ ਕਰਾਂਗੇ, ਠੀਕ ਹੈ। ਕੋਈ ਸਟ੍ਰੈਸ ਨਹੀਂ, ਕੋਈ ਬਰਡਨ ਨਹੀਂ ਲੈਣਾ। ਏਦਾਂ ਨਹੀਂ ਲੱਗਣਾ ਚਾਹੀਦਾ ਕਿ ਬਹੁਤ ਟਫ ਹੈਗਾ, ਉੱਤੋਂ ਲੰਘ ਰਿਹਾ। ਕੋਈ ਟਫ ਨਹੀਂ ਹੈ ਯਾਰ, ਬਹੁਤ ਸਿੰਪਲ ਜਿਹੀਆਂ ਚੀਜ਼ਾਂ ਨੇ, ਬਹੁਤ ਹੀ ਸਿੰਪਲ ਜਿਹੀਆਂ ਚੀਜ਼ਾਂ ਨੇ। ਆਪਾਂ ਸੋਚ ਕੇ ਟਫ ਬਣਾ ਲੈਂਦੇ ਆ ਬਸ, ਠੀਕ ਹੈ। ਤਾਂ ਕੁਝ ਨਹੀਂ ਸੋਚਣਾ ਜਦੋਂ ਪੜ੍ਹ ਰਹੇ ਹੋ, ਮੇਰੇ ਤੇ ਛੱਡ ਦੋ ਸਾਰਾ ਕੁਝ, ਠੀਕ ਹੈ ਜੀ। ਲਾਸਟ ਪੁਆਇੰਟ ਦੇਖੋ, ਸੈਕਿੰਡ ਪੁਆਇੰਟ ਦੇ ਵਿੱਚ ਇਹ ਤਾਂ ਦੱਸਿਆ ਗਿਆ ਕਿ 6 ਨਵੇਂ ਮੈਂਬਰ ਕਾਉਂਸਲ ਦੇ ਵਿੱਚ ਐਡ ਕੀਤੇ ਜਾਣਗੇ, ਬਟ ਉਹਨਾਂ 6 ਮੈਂਬਰਾਂ ਦੇ ਵਿੱਚ ਉਸ ਤੋਂ ਬਾਅਦ ਇੱਕ ਹੋਰ ਚੀਜ਼ ਦੱਸੀਗੀ ਕਿ ਜਿਹੜੀ ਕਾਉਂਸਲ ਹੈਗੀ ਹੈ, ਠੀਕ ਹੈ, ਜਾਂ ਜਿਹੜਾ ਇੱਥੇ ਲੈਜਿਸਲੇਟਿਵ ਕਾਉਂਸਲ ਹੈਗੀ ਹੈ, ਇਸ ਦੇ ਵਿੱਚ ਲੋਕਲ ਮੈਂਬਰਸ ਨੂੰ ਵੀ ਅਪਾਇੰਟ ਕੀਤਾ ਜਾਊਗਾ, ਲੋਕਲ ਰਿਪਰੈਜ਼ੈਂਟੇਟਿਵਸ ਅਪਾਇੰਟ ਕੀਤੇ ਜਾਣਗੇ। ਉਹ ਲੋਕਲ ਰਿਪਰੈਜ਼ੈਂਟੇਟਿਵਸ 4 ਫਿਕਸ ਕਰਤੇ, 4 ਜਗ੍ਹਾ ਫਿਕਸ ਕਰਤੀਆਂ ਕਿ 6 ਮੈਂਬਰਾਂ ਚੋਂ 4 ਤਾਂ ਇੱਥੋਂ ਹੀ ਹੋਣਗੇ, 2 ਕਿਤੋਂ ਹੋਰ ਲੈ ਸਕਦੇ ਹੋ। ਉਹ 4 ਕਿਹੜੀਆਂ ਜਗ੍ਹਾ? ਇੱਕ ਮਦਰਾਸ ਤੋਂ, ਇੱਕ ਬੰਬੇ ਤੋਂ, ਇੱਕ ਬੰਗਾਲ ਤੋਂ ਤੇ ਇੱਕ ਆਗਰਾ ਤੋਂ। ਇਹ 4 ਫਿਕਸ ਕਰਤਾ, ਇਹ 4 ਫਿਕਸ ਕਰਤਾ। क्लियर? कोई डाउट? चलो जी आगे चलते हैं। नेक्स्ट इज द गवर्नमेंट ऑफ इंडिया एक्ट ऑफ 1858। हुण देखो 1857 ਦਾ ਵਿਦਰੋਹ ਪੜਿਆ ਹੋਊਗਾ ਤੁਸੀਂ ਕਿ 1857 ਦੇ ਵਿੱਚ ਮੰਗਲ ਪਾਂਡੇ ਯਾਦ ਹੋਊਗਾ ਤੁਹਾਨੂੰ ਸਾਰਿਆਂ ਨੂੰ ਕਿ ਮੰਗਲ ਪਾਂਡੇ ਨੇ ਵਿਦਰੋਹ ਕੀਤਾ ਸੀਗਾ 1857 ਦੇ ਵਿੱਚ। ਆਜ਼ਾਦੀ ਦੀ ਜਿਹੜੀ ਜੰਗ ਦੀ ਸ਼ੁਰੂਆਤ ਹੋ ਚੁੱਕੀ ਸੀਗੀ ਕਿ ਸਾਨੂੰ ਆਜ਼ਾਦੀ ਚਾਹੀਦੀ ਹੈ, ਮੰਗਲ ਪਾਂਡੇ ਦਾ ਪਤਾ ਹੋਊਗਾ। ਤਾਂ ਉਹ ਵਿਦਰੋਹ 1857 ਦੇ ਵਿੱਚ ਹੋਇਆ ਸੀਗਾ, 1857, ਠੀਕ ਹੈ। ਤਾਂ ਉਸ 1857 ਦੇ ਵਿਦਰੋਹ ਤੋਂ ਬਾਅਦ ਈਸਟ ਇੰਡੀਆ ਕੰਪਨੀ ਖਤਮ। ਕੀ ਆ ਗਏ? ਬ੍ਰਿਟਿਸ਼ਰਸ, ਅੰਗਰੇਜ਼ ਆ ਗਏ। ਕੀ ਆ ਗਏ? ਬ੍ਰਿਟਿਸ਼ਰਸ, ਅੰਗਰੇਜ਼ ਆ ਗਏ। ਦ ਗਵਰਨਮੈਂਟ ਆਫ ਇੰਡੀਆ ਐਕਟ ਆਫ 1858। ਹੁਣ ਬ੍ਰਿਟਿਸ਼ ਆਏ ਨੇ, ਇਹਨਾਂ ਨੇ ਇੰਡੀਅਨਸ ਨੂੰ ਖੁਸ਼ ਕਰਨ ਵਾਸਤੇ ਕੁਝ ਨਵੇਂ ਰੂਲਸ ਐਂਡ ਰੈਗੂਲੇਸ਼ਨ ਸੈੱਟ ਕੀਤੇ ਤਾਂ ਕਿ ਇੰਡੀਅਨਸ ਇਹਨਾਂ ਨੂੰ ਸਪੋਰਟ ਕਰਨ। ਤਾਂ ਗਵਰਨਮੈਂਟ ਆਫ ਇੰਡੀਆ ਐਕਟ ਆਫ 1858, ਠੀਕ ਹੈ। ਪਹਿਲਾ ਐਕਟ ਇਦਾਂ ਦਾ ਆ ਗਿਆ ਜਿਹਦੇ ਵਿੱਚ ਇੰਡੀਆ ਦਾ ਨਾਮ ਐਡ ਹੋ ਰਿਹਾ, ਗਵਰਨਮੈਂਟ ਆਫ ਇੰਡੀਆ ਆ ਰਹੀ ਹੈ, ਗਵਰਨਮੈਂਟ ਆਫ ਇੰਡੀਆ, ਠੀਕ ਹੈ। ਇਸ ਚੀਜ਼ ਨੂੰ ਧਿਆਨ ਦਿਓ, ਇਹ ਨੋਟਿਸ ਕਰਨ ਵਾਲੀ ਚੀਜ਼ ਹੈ। ਹੁਣ ਪਹਿਲੇ ਕੋਈ ਚਾਰਟਰ ਐਕਟ ਆ ਰਿਹਾ ਸੀਗਾ, ਪਹਿਲੇ ਕੋਈ ਕੱਲਾ ਐਕਟ ਆ ਰਿਹਾ ਸੀਗਾ, ਠੀਕ ਹੈ। ਰੈਗੂਲੇਟਿੰਗ ਐਕਟ ਆ ਰਿਹਾ ਸੀਗਾ, ਪਿਟਸ ਇੰਡੀਆ ਐਕਟ ਆ ਰਿਹਾ ਸੀਗਾ। ਇਹ ਐਕਟ ਕੀ ਕਹਿੰਦਾ ਹੈਗਾ? ਗਵਰਨਮੈਂਟ ਆਫ ਇੰਡੀਆ ਐਕਟ, ਭਾਰਤ ਦੀ ਸਰਕਾਰ, ਗਵਰਨਮੈਂਟ ਆਫ ਇੰਡੀਆ। ਤਾਂ ਇਹ ਐਕਟ ਕੀ ਕਹਿ ਰਿਹਾ ਹੈਗਾ? ਨਾਓ ਹੁਣ ਜਿਹੜਾ ਇੰਡੀਆ ਹੈਗਾ, ਇੰਡੀਆ ਵਿਲ ਨਾਓ ਬੀ ਗਵਰਨਡ ਬਾय and in the name of her majesty। her majesty मतलब ਦਾ ਬੋਲਣ ਦਾ ਮਤਲਬ ਹੈਗਾ ਕਰਾਊਨ। ਨਾਓ ਇੰਡੀਆ ਦਾ ਪੂਰਾ ਸਿਸਟਮ, ਈਸਟ ਇੰਡੀਆ ਕੰਪਨੀ ਜਿਹੜਾ ਇੱਕ ਵਿਚੋਲੀਆ ਸੀਗੀ ਵਿੱਚ, ਠੀਕ ਹੈ। ਪਹਿਲੇ ਬ੍ਰਿਟਿਸ਼ ਗਵਰਨਮੈਂਟ ਵਿੱਚ ਇੱਕ ਈਸਟ ਇੰਡੀਆ ਕੰਪਨੀ ਤੇ ਇੰਡੀਆ ਜਿਹਨੂੰ ਰੈਗੂਲੇਟ ਕੀਤਾ ਜਾ ਰਿਹਾ, ਆ ਇੱਕ ਵਿਚੋਲੀਆ ਸੀਗੀ, ਵਿਚੋਲੀਆ। ਇਹਨੂੰ ਖਤਮ ਕਰਤਾ। ਹੁਣ ਵਿਚੋਲੀਆ ਨਹੀਂ ਹੈ, ਹੁਣ ਡਾਇਰੈਕਟ ਆ ਬੰਦੇ ਇੱਥੇ ਕਾਨੂੰਨ ਚਲਾਣਗੇ ਆਪਣੇ ਬੰਦੇ ਭੇਜ ਕੇ, that is her majesty। ਸਿੱਧਾ ईस्ट इंडिया कंपनी गई, पूरा सिस्टम सीधा ब्रिटिशर के अधीन। हुण इत्थे आया अंग्रेजां दा असली रूल, हुण इत्थे आया अंग्रेजां दा असली रूल, ठीक है। डेजिग्नेशन ऑफ गवर्नर जनरल ऑफ इंडिया विल नाउ बी चेंज्ड टू वाइसरॉय ऑफ इंडिया। यानी कि एक वाइसरॉय, एक बंदा ਜਿਹੜਾ ਕਿ ਬ੍ਰਿਟਿਸ਼ ਪਾਰਲੀਮੈਂਟ ਦਾ ਇੱਕ ਬੰਦਾ ਹੋਊਗਾ, ਉਹਨੂੰ ਇੱਥੇ ਅਪਾਇੰਟ ਕੀਤਾ ਜਾਊਗਾ ਐਜ਼ ਅ ਵਾਇਸਰॉय ਦੇ ਤੌਰ ਤੇ, ਜਿਹੜਾ ਇੰਡੀਆ ਦੇ ਵਿੱਚ ਆ ਕੇ ਸਾਰਾ ਸਿਸਟਮ ਮੈਨੇਜ ਕਰਨ ਦਾ ਕੰਮ ਕਰੂਗਾ। ਵਾਇਸਰॉय, वाइसरॉय, क्लियर। सिस्टम ऑफ डबल गवर्नमेंट खत्म हो गया। अबॉलिशिंग द बोर्ड ऑफ कंट्रोल एंड कोर्ट ऑफ डायरेक्टर, ਜਿਹੜੇ ਕਿ ਪਹਿਲਾਂ ਕੋਰਟ ਆਫ ਡਾਇਰੈਕਟਰ ਇੱਥੇ ਸੀਗੇ, ਜਿਹੜੇ ਕਿ ਕਮਰਸ਼ੀਅਲ ਅਫੇਅਰ ਚਲਾਉਂਦੇ ਸੀ। ਬੋਰਡ ਆਫ ਕੰਟਰੋਲ ਜਿਹੜਾ ਸੀਗਾ, ਇਹ ਪੋਲਿਟੀਕਲ ਅਫੇਅਰ ਚਲਾਉਂਦਾ ਸੀਗਾ। ਸਭ ਕੁਝ ਖਤਮ, ਸਾਰਾ ਸਿਸਟਮ ਅੰਗਰੇਜ਼ਾਂ ਦੇ ਅਧੀਨ, that is ਵਾਇਸਰॉय, ਵਾਇਸਰॉय, क्लियर। ਇੱਕ ਨਵਾਂ ਆਫਿਸ ਬਣਾਇਆ, ਸੈਕਟਰੀ ਆਫ ਸਟੇਟ, ਸੈਕਟਰੀ ਆਫ ਸਟੇਟ ਫॉर ਇੰਡੀਆ। ਤੇ ਸੈਕਟਰੀ ਆਫ ਸਟੇਟ ਦੇ ਕੋਲ ਜਿਹੜੀਆਂ ਪਾਵਰਸ ਨਹੀਂ ਗਿਆ, ਕੰਪਲੀਟ ਅਥਾਰਟੀ ਜਿਹੜੀ ਸੀਗੀ ਐਡਮਿਨਿਸਟ੍ਰੇਸ਼ਨ ਦੀ ਪ੍ਰੋਵਾਈਡ ਕੀਤੀ ਗਈ। ਤੇ ਇਸ ਸੈਕਟਰੀ ਆਫ ਸਟੇਟ ਦੇ ਅਧੀਨ ਇੱਕ 15 ਮੈਂਬਰ ਦੀ ਕਾਉਂਸਲ ਬਣਾ ਦਿੱਤੀ ਗਈ, 15 ਮੈਂਬਰ ਦੀ ਕਾਉਂਸਲ। ਪਹਿਲੇ ਵਾਲੇ ਸਿਸਟਮਸ ਨੂੰ ਅਬੋਲਿਸ਼ ਕਰ ਰਹੇ ਨੇ, ਨਵਾਂ ਸਿਸਟਮ ਆ ਰਿਹਾ, ਇੱਕ ਵਾਇਸਰॉय ਸਭ ਤੋਂ ਹੈੱਡ ਬੰਦਾ, ਉਸ ਤੋਂ ਬਾਅਦ ਸੈਕਟਰੀ ਆਫ ਸਟੇਟ। ਸੈਕਟਰੀ ਆਫ ਸਟੇਟ ਜਿਹੜਾ ਹੈਗਾ ਬ੍ਰਿਟਿਸ਼ ਪਾਰਲੀਮੈਂਟ ਦਾ ਮੈਂਬਰ ਹੋਊਗਾ, ਉਸ ਦੇ ਨੀਚੇ 15 ਮੈਂਬਰ ਦੀ ਕਾਉਂਸਲ ਕੰਮ ਕਰੂਗੀ। 15 ਮੈਂਬਰ ਦੀ ਜਿਹੜੀ ਕਾਉਂਸਲ ਕੰਮ ਕਰੂਗੀ, ਹਾਂ 15 ਮੈਂਬਰ ਕਾਉਂਸਲ ਦੇ ਵਿੱਚ ਇੰਡੀਅਨ ਵੀ ਹੋ ਸਕਦੇ ਨੇ, क्लियर। कोई डाउट? ठीक है। एंड इट कॉन्स्टिट्यूटेड द सेक्रेटरी ऑफ स्टेट इन काउंसिल एज अ बॉडी कॉर्पोरेट कैपेबल ऑफ सुइंग एंड बीइंग सुइड इन इंडिया। ਤੇ ਇੱਕ ਬੋਡੀ ਇਦਾਂ ਦੀ ਬਣਾ ਦਿੱਤੀ ਗਈ, that is the secretary of state, ਜਿਹੜੀ ਕਿ ਇੰਡੀਆ ਦੇ ਉੱਤੇ ਪੂਰੀ ਤਰ੍ਹਾਂ ਤੋਂ ਹਰ ਚੀਜ਼ ਦੇ ਵਿੱਚ ਕਾਰਪੋਰੇਟ ਹੋਵੇ ਜਾਂ ਹਰ ਤਰ੍ਹਾਂ ਦਾ ਜਿਹੜਾ ਕੰਮ ਹੈਗਾ ਉਹ ਇੱਥੇ ਕਰੇਗੀ, ਆਪਣਾ ਰਾਜ ਚਲਾਏਗੀ। ਸੈਕਟਰੀ ਆਫ ਸਟੇਟ, ਸੈਕਟਰੀ ਆਫ ਸਟੇਟ।
ठीक है, सैक्रेटरी ऑफ स्टेट। समझ दे विच आया? दैट इज द गवर्नमेंट ऑफ इंडिया एक्ट ऑफ 1858। हुण इत्थे की है, ईस्ट इंडिया कंपनी खत्म होगी, की आ गए ने अंग्रेज आ गए। हुण अंग्रेजां दे कानून पढ़ांगे, पहले ईस्ट इंडिया कंपनी ਦਾ ਚੱਲ ਰਿਹਾ ਸੀਗਾ ਸਿਸਟਮ ਸਾਰਾ। ਤਾਂ ਮੈਂ ਦੱਸਿਆ ਸੀ ਨਾ ਕਿ ਆਪਾਂ ਦੋ ਭਾਗਾਂ ਦੇ ਵਿੱਚ ਵੰਡਾਂਗੇ। ਮੈਂ ਇਨੀਸ਼ੀਅਲ ਕਲਾਸ ਦੇ ਸਟਾਰਟਿੰਗ 'ਚ ਦੱਸਿਆ ਸੀਗਾ ਕਿ ਆਪਾਂ ਜਿਹੜਾ ਬ੍ਰਿਟਿਸ਼ ਸਮਰਾਜ ਸੀਗਾ ਉਹਨੂੰ ਦੋ ਹਿੱਸਿਆਂ 'ਚ ਪੜਾਂਗੇ, ਕਰਾਊਨ ਦਾ ਐਡਮਿਨਿਸਟ੍ਰੇਸ਼ਨ ਤੇ ਕੰਪਨੀ ਦਾ ਐਡਮਿਨਿਸਟ੍ਰੇਸ਼ਨ। ਤਾਂ ਜਿਹੜਾ 1858 ਦਾ ਐਕਟ ਸੀਗਾ, ਇਸ ਤੋਂ ਬਾਅਦ ਕੰਪਨੀ ਦਾ ਐਡਮਿਨਿਸਟ੍ਰੇਸ਼ਨ ਖਤਮ ਹੋ ਗਿਆ, ਇੱਥੋਂ ਕਰਾਊਨ ਦਾ ਐਡਮਿਨਿਸਟ੍ਰੇਸ਼ਨ ਸਟਾਰਟ ਹੋ ਜਾਂਦਾ ਹੈ। ਕਰਾਊਨ ਦਾ ਐਡਮਿਨਿਸਟ੍ਰੇਸ਼ਨ ਸਟਾਰਟ ਹੋ ਜਾਂਦਾ ਹੈ, ਇਸ ਨੂੰ ਆਪਾਂ ਨੈਕਸਟ ਕਲਾਸ ਦੇ ਵਿੱਚ ਕਵਰ ਕਰਾਂਗੇ। ਬਟ ਇਸ ਤੋਂ ਬਾਅਦ ਆਪਾਂ ਕਰਾਂਗੇ ਕੁਐਸਚਨਸ, ਜੋ ਆਪਾਂ ਪੜਿਆ ਉਸ ਦੇ ਬਿਹਾਫ ਤੇ ਕੁਝ ਕੁਐਸਚਨਸ ਨੂੰ ਆਪਾਂ ਕਵਰ ਕਰਾਂਗੇ। ਤਾਂ ਪਹਿਲਾਂ ਮੈਨੂੰ ਫਟਾਫਟ ਇੰਨਾ ਦੱਸੋ ਕਿ ਜੋ ਵੀ ਆਪਾਂ ਪੜਿਆ ਕੀ ਤੁਹਾਨੂੰ ਕਲੀਅਰ ਹੋਇਆ? ਕੋਈ ਏਦਾਂ ਦੀ ਚੀਜ਼, ਕੋਈ ਏਦਾਂ ਦਾ ਬੱਚਾ ਜਿਹਨੂੰ ਸਮਝ ਦੇ ਵਿੱਚ ਨਾ ਆਇਆ ਹੋਵੇ, ਜਿਹਦੇ ਉੱਤੋਂ ਦੀ ਸਭ ਕੁਝ ਲੰਘ ਗਿਆ ਹੋਵੇ, ਕੋਈ ਏਦਾਂ ਦਾ ਬੱਚਾ? ਰੀਆ ਜੀ, ਪੰਜਾਬੀ ਦੇ ਵਿੱਚ ਐਗਜ਼ਾਮ ਦੀ ਜਿੱਥੇ ਤੱਕ ਮੈਂ ਗੱਲ ਕਰਦਾ, ਠੀਕ ਹੈ, ਦੇਖੋ ਜਿਹੜੇ PSSB ਦੇ ਐਗਜ਼ਾਮਸ ਨੇ ਉਹ ਤੁਸੀਂ ਪੰਜਾਬੀ ਦੇ ਵਿੱਚ ਦੇ ਸਕਦੇ ਹੋ। PPSC ਦੇ ਜਿਹੜੇ ਐਗਜ਼ਾਮ ਹੁੰਦੇ ਨੇ, ਜਸਟ ਲਾਈਕ ਨੈਪ ਤਹਿਸੀਲਦਾਰ, ਕੋਆਪਰੇਟਿਵ ਇੰਸਪੈਕਟਰ, ਇਹ ਸਾਰੇ ਪੇਪਰ ਇੰਗਲਿਸ਼ ਲੈਂਗੁਏਜ ਦੇ ਵਿੱਚ ਹੀ ਆਉਂਦੇ ਨੇ, ਠੀਕ ਹੈ। ਹਾਲੇ ਤੱਕ ਜਦੋਂ ਤੱਕ ਆਪਾਂ ਪ੍ਰੀਵੀਅਸ ਪੇਪਰਸ ਦੀ ਹਿਸਟਰੀ ਦੇਖੀਏ ਤਾਂ। ਹਾਂਜੀ, ਫਟਾਫਟ ਇੱਕ ਵਾਰੀ ਮੈਨੂੰ ਦੱਸ ਦਿਓ ਤਾਂ ਕਿ ਆਪਾਂ ਅੱਗੇ ਚੱਲ ਸਕੀਏ, ਕੁਐਸਚਨਸ ਨੂੰ ਡਿਸਕਸ ਕਰ ਸਕੀਏ, ਕਿਉਂਕਿ ਜਿਵੇਂ ਕਿ ਦੱਸਿਆ ਗਿਆ ਸੀਗਾ ਕਿ ਕਲਾਸਿਸ ਦੇ ਨਾਲ ਨਾਲ ਤੁਹਾਨੂੰ ਪ੍ਰੈਕਟਿਸ ਸੈਸ਼ਨਸ ਵੀ ਪ੍ਰੋਵਾਈਡ ਕੀਤਾ ਜਾਊਗਾ। ਤਾਂ ਪ੍ਰੈਕਟਿਸ ਸੈਸ਼ਨਸ ਦੇ ਵਿੱਚ ਆਪਾਂ ਕੁਝ MCQs ਨੂੰ ਡਿਸਕਸ ਕਰਨਾ ਹੈ, ਠੀਕ ਹੈ, ਐਂਡ ਤੁਹਾਨੂੰ ਆਈਡੀਆ ਹੋ ਜਾਏਗਾ ਕਿ ਪੇਪਰ ਦੇ ਵਿੱਚ ਕਿੱਦਾਂ ਦੇ ਕੁਐਸਚਨ ਆਉਂਦੇ ਨੇ, ਠੀਕ ਹੈ ਜੀ। क्लास टाइमिंग 5 बजे तो लेके 8 बजे तक है, बट आज दी क्लास, आज डेमो क्लास है तो 5 बजे तो लेके 6:30 बजे तक, ठीक है। आज डेमो क्लास हैगी है 2 दिन, बट जेड़ा एक्चुअल दे विच क्लासेस होणगीਆਂ 2 तरीक तो स्टार्ट हो रही है, उस दा टाइमिंग रहेगा 5 बजे तो लेके 8 बजे तक, ठीक है, 5 बजे तो लेके 8 बजे तक। लास्ट पॉइंट बच्चे, सैक्रेटरी ऑफ स्टेट जेड़ा हैगा काउंसिल दे विच, ਇਹਦੇ ਕੋਲ ਸਾਰੀਆਂ ਪਾਵਰ ਨੇ। ਇੱਕ ਇਹੋ ਜੀ ਬਾਡੀ ਹੈਗੀ ਹੈ ਜਿਹੜੀ ਕਿ ਇੰਡੀਆ ਦੇ ਵਿੱਚ ਕਿਸੇ ਨੂੰ ਵੀ सूट कर सकती है, मतलब किसी के उत्ते कोई भी रूल्स एंड रेगुलेशंस चला सकती है, ठीक है। इंडिया दे विच इन्हों बिठाया गया सैक्रेटरी ऑफ स्टेट, ठीक है। दो सब्जेक्ट की क्लास होगी डेली बच्चे। कोमल जी, रोज 2 सब्जेक्ट की क्लास, रोज 2 सब्जेक्ट की क्लास। चलो पहला क्वेश्चंस करते हैं, ਇਹੋ ਜਿਹੇ ਸਵਾਲ ਆਪਾਂ ਬਾਅਦ ਚ ਡਿਸਕਸ ਕਰਦੇ ਹਾਂ, ਠੀਕ ਹੈ ਨਾ। ਪਹਿਲਾਂ ਪੜ੍ਹਾਈ ਦੇ ਵਿੱਚ ਇਹੋ ਜਿਹੇ ਸਵਾਲ ਨਾ ਲੈ ਕੇ ਆਈਏ, ਪੜ੍ਹਾਈ ਦੇ ਵਿੱਚ ਸਿਰਫ ਪੜ੍ਹਾਈ ਵਾਲੇ ਸਵਾਲ ਪੁੱਛੋ, ਠੀਕ ਹੈ। ਪੜ੍ਹਾਈ ਦੇ ਵਿੱਚ ਸਿਰਫ ਪੜ੍ਹਾਈ ਵਾਲੇ ਸਵਾਲ ਡਿਸਕਸ ਕਰਾਂਗੇ ਤਾਂ ਜ਼ਿਆਦਾ ਵਧੀਆ, ਆਈ ਥਿੰਕ ਤੁਹਾਨੂੰ ਵੀ ਮਜ਼ਾ ਆਏਗਾ, ਠੀਕ ਹੈ। ਤਾਂ ਥੋੜੇ ਜਿਹੇ ਕੁਐਸਚਨ ਕਰਦੇ ਆ, ਉਸ ਤੋਂ ਬਾਅਦ ਆਪਾਂ ਜਿੰਨੀਆਂ ਗੱਲਾਂ ਕਹੋਗੇ ਉਨੀਆਂ ਗੱਲਾਂ ਕਰਾਂਗੇ, ਠੀਕ ਹੈ। ਜਿਹੜੇ ਸਵਾਲ, ਜਿਹੜੇ ਡਾਊਟ ਸਾਰੇ ਕਲੀਅਰ ਕਰੂੰਗਾ, ਪਹਿਲਾਂ ਸਿਰਫ ਪੜ੍ਹਾਈ ਦੀ ਗੱਲ। ਚਲੋ ਜੀ, ਤਾਂ ਸਭ ਤੋਂ ਪਹਿਲਾ ਕੁਐਸਚਨ ਮੇਰਾ ਆਂਦਾ ਹੈਗਾ ਆਹ। ਤਾਂ ਪਹਿਲਾ ਕੁਐਸਚਨ ਮੇਰਾ ਕੀ ਕਹਿੰਦਾ ਹੈਗਾ, which of the following act led to the introduction of dual system of government in India? dual system ਜਿਹੜਾ ਗਵਰਨਮੈਂਟ ਦਾ ਇੰਡੀਆ ਦੇ ਵਿੱਚ ਸ਼ੁਰੂਆਤ ਹੁੰਦੀ ਹੈ, ਇਹ ਕਿਹੜੇ ਐਕਟ ਦੇ ਥਰੂ ਹੁੰਦੀ ਹੈ? ਕਿਹੜਾ ਐਕਟ ਜਿਹੜਾ ਸੀਗਾ ਡੂਅਲ ਸਿਸਟਮ ਲੈ ਕੇ ਆਇਆ? ਡੂਅਲ ਸਿਸਟਮ, ਡੂਅਲ ਸਿਸਟਮ ਮਤਲਬ, ਠੀਕ ਹੈ, ਕੋਰਟ ਆਫ ਡਾਇਰੈਕਟਰਸ, बोर्ड ऑफ कंट्रोल, ठीक है, दो चीजां आ गईयां। डुअल सिस्टम ऑफ गवर्नमेंट केड़ा एक्ट सीगा? केड़ा एक्ट सीगा? डुअल सिस्टम ऑफ गवर्नमेंट बोलने का मतलब केड़ा एक्ट सीगा जेड़ा दो दो चीजां ले आया, यानी कि एक बॉडी अलग काम कर रही है, दूसरी अलग काम कर रही है, ठीक है। केड़ा सिस्टम सीगा, केड़ा एक्ट सीगा? दैट इज पिट्स इंडिया एक्ट ऑफ 1784, पिट्स इंडिया एक्ट ऑफ 1784, ठीक है। पिट्स इंडिया एक्ट जेड़ा सीगा 1784 दा ब्रिटिश पार्लियामेंट ने पास किया सीगा, ठीक है। एक ही करदा सीगा, इस दे थ्रू बेसिकली क्राउन जेड़ा सीगा ग्रेट ब्रिटेन तो ईस्ट इंडिया कंपनी इत्थे अपना शासन चला रही सीगी, बोर्ड ऑफ कंट्रोल ते कोर्ट ऑफ डायरेक्टर्स, ठीक है। चलो अगला क्वेश्चन आ गया साडे कोल, व्हिच ऑफ द फॉलोइंग एक्ट इंश्योर्ड द एस्टैब्लिशमेंट ऑफ द सुप्रीम कोर्ट इन इंडिया? हां जी, केड़ा इदा दा एक्ट सीगा जिदे नाल सुप्रीम कोर्ट दी एस्टैब्लिशमेंट हुई इंडिया दे विच? सुप्रीम कोर्ट, केड़ा एक्ट जेड़ा सीगा सुप्रीम कोर्ट लेके आया? सुप्रीम कोर्ट, सुप्रीम कोर्ट, हाँ जी, सुप्रीम कोर्ट। पहला सुप्रीम कोर्ट कलकत्ता दे विच बनया, याद होएगा तुहानू, ठीक है जी। तां इह सीगा रेगुलेटिंग एक्ट ऑफ 1773, रेगुलेटिंग एक्ट ऑफ 1773 जेड़ा सीगा ब्रिटिश पार्लियामेंट दे विच जेड़ा पास होया, ठीक है। पहला एक्ट आही पढ़िया सी आपां, तां इस दे नाल ही सुप्रीम कोर्ट दी शुरुआत हुंदी सी, पहली चीज ही आ पढ़ी सीगी, ठीक है, किसी नू भुल्लिया नहीं होना। चलो अगला क्वेश्चन आ गया, व्हिच ऑफ द फॉलोइंग एक्ट मेड द गवर्नर जनरल ऑफ बंगाल एज अ गवर्नर जनरल ऑफ इंडिया? हाँ जी,
ਕਿਹੜਾ ਇਧਰ ਐਕਟ ਸੀਗਾ ਜਿਨੇ ਗਵਰਨਰ ਜਨਰਲ ਆਫ ਬੰਗਾਲ ਨੂੰ ਗਵਰਨਰ ਜਨਰਲ ਆਫ ਇੰਡੀਆ ਬਣਾਇਆ? ਹਾਂਜੀ, ਗਵਰਨਰ ਜਨਰਲ ਆਫ ਬੰਗਾਲ ਜਿਹੜਾ ਸੀਗਾ ਗਵਰਨਰ ਜਨਰਲ ਆਫ ਇੰਡੀਆ ਬਣ ਗਿਆ। ਦੱਸੋ, ਗਵਰਨਰ ਜਨਰਲ ਆਫ ਬੰਗਾਲ ਜਿਹੜਾ ਸੀਗਾ ਗਵਰਨਰ ਜਨਰਲ ਆਫ ਇੰਡੀਆ ਬਣ ਗਿਆ। ਕਿਹੜਾ ਐਕਟ ਸੀਗਾ? ਦੱਸੋ ਫਟਾਫਟ, ਕਿਹੜਾ ਐਕਟ ਸੀਗਾ ਜਿਸ ਦੇ ਚੱਲਦੇ ਹੋਏ ਗਵਰਨਰ ਜਨਰਲ ਆਫ ਬੰਗਾਲ ਜਿਹੜਾ ਸੀਗਾ ਗਵਰਨਰ ਜਨਰਲ ਆਫ ਇੰਡੀਆ ਬਣ ਗਿਆ? ਹਾਂਜੀ, ਆंसर आ रहे ने? गुड गुड, आंसर करो, जल्दी करो, फटाफट आंसर करो। गवर्नर जनरल ऑफ बंगाल गवर्नर जनरल ऑफ इंडिया बनया। पहले बंगाल क्या जाता सीगा, फिर बन गया गवर्नर जनरल ऑफ इंडिया। ठीक है, ये सीगा चार्टर एक्ट ऑफ 1833 जिस दे चलते हुए गवर्नर जनरल ऑफ बंगाल नु गवर्नर जनरल ऑफ ब्रिटिश इंडिया या गवर्नर जनरल ऑफ इंडिया बना दिता गया। ठीक है जी, चार्टर एक्ट ऑफ 1833। ठीक है जी, ਤਾਂ ਇਹ ਸੀਗਾ ਸਾਡਾ ਅੱਜ ਦਾ ਕਲਾਸ ਜਿਸ ਦੇ ਵਿੱਚ ਆਪਾਂ ਡਿਸਕਸ ਕੀਤੇ ਕੁਝ ਐਕਟ, ਕੰਪਨੀ ਦਾ ਐਡਮਿਨਿਸਟ੍ਰੇਸ਼ਨ ਐਂਡ ਕੁਝ ਕੁਐਸਚਨਸ ਜਿਨ੍ਹਾਂ ਨੂੰ ਆਪਾਂ ਕਵਰ ਕੀਤਾ। ਠੀਕ ਹੈ, ਮੈਂ ਜ਼ਿਆਦਾ ਕੁਐਸਚਨਸ ਇੱਥੇ ਨਹੀਂ ਰੱਖੇ ਕਿਉਂਕਿ ਫਰਸਟ ਕਲਾਸ ਸੀਗਾ, ਡੈਮੋ ਕਲਾਸ ਸੀਗਾ। ਨੈਕਸਟ ਆਪਾਂ ਹੋਰ ਵੀ ਕੁਐਸਚਨਸ ਨੂੰ ਇਨਕਰੀਜ਼ ਕਰਨਾ ਹੈ ਹੌਲੀ ਹੌਲੀ। ਠੀਕ ਹੈ, ਆਲਮੋਸਟ 5 ਤੋਂ 10 ਕੁਐਸਚਨਸ ਆਪਾਂ ਹਰ ਕਲਾਸ ਦੇ ਵਿੱਚ ਕਵਰ ਕਰਿਆ ਕਰਾਂਗੇ। ਤਾਂ ਅੱਜ ਦੀ ਕਲਾਸ ਦੇ ਵਿੱਚ ਅਗਰ ਤੁਹਾਨੂੰ ਕੋਈ ਡਾਊਟ ਲੱਗਿਆ, ਕੋਈ ਕਨਫਿਊਜ਼ਨ ਲੱਗੀ, ਕੋਈ ਪ੍ਰੋਬਲਮ ਲੱਗੀ ਤਾਂ ਤੁਸੀਂ ਸ਼ੇਅਰ ਕਰ ਸਕਦੇ ਹੋ, ਦੱਸ ਸਕਦੇ ਹੈਗੇ ਹੋ। ਕਲਾਸ ਚੰਗੀ ਲੱਗੀ ਤਾਂ ਵੀ ਦੱਸ ਸਕਦੇ ਹੋ, ਨਹੀਂ ਲੱਗੀ ਤਾਂ ਵੀ ਦੱਸ ਸਕਦੇ ਹੋ। ਆਪਣਾ ਸੁਝਾਅ ਤੁਸੀਂ ਦੇ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ। ਠੀਕ ਹੈ, ਇਸ ਤੋਂ ਬਾਅਦ ਮੈਂ ਗੱਲ ਕਰਾਂ ਕਿ ਸਾਡਾ ਜਿਹੜਾ ਕੋਰਸ ਹੈਗਾ ਇਹ ਸਟਾਰਟ ਹੋ ਰਿਹਾ 2 ਅਪ੍ਰੈਲ ਤੋਂ। 2 ਅਪ੍ਰੈਲ ਤੋਂ ਸਟਾਰਟ ਹੋ ਰਿਹਾ। ਇਸ ਦੇ ਵਿੱਚ ਸਾਰੇ ਸਬਜੈਕਟਸ ਕਵਰ ਕੀਤੇ ਜਾਣਗੇ। 25000 ਵੈਕੈਂਸੀਜ਼ ਨੂੰ ਟਾਰਗੇਟ ਕਰਦੇ ਹੋ ਇੱਕ ਮਾਸਟਰ ਕੋਰਸ ਅਸੀਂ ਸਟਾਰਟ ਕੀਤਾ ਹੈ। ਪੀਪੀਐਸਸੀ ਦੇ ਜਿਹੜੇ ਐਗਜ਼ਾਮ ਹੁੰਦੇ ਨੇ, PSSB ਦੇ ਜਿਹੜੇ ਐਗਜ਼ਾਮਸ ਨੇ, ਯਾਨੀ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜੀਆਂ ਵੈਕੈਂਸੀਜ਼ ਆਣੀਆਂ ਨੇ ਉਹਨਾਂ ਨੂੰ ਲੈ ਕੇ ਐਗਜ਼ਾਮਸ ਜਿਹੜੇ ਕੰਡਕਟ ਕੀਤੇ ਜਾਣਗੇ, ਉਹਨਾਂ ਨੂੰ ਲੈ ਕੇ ਇਹ ਕੋਰਸ ਵਰਕ ਕਰੇਗਾ। ਠੀਕ ਹੈ, ਇਹ ਕੋਰਸ ਨੂੰ ਤੁਸੀਂ ਅਵੇਲ ਕਰ ਸਕਦੇ ਹੋ। ਇਸ ਨੂੰ ਲੈ ਕੇ ਕੋਈ ਵੀ ਡਾਊਟ ਜਾਂ ਕੁਐਰੀ ਹੁੰਦੀ ਹੈ ਤਾਂ ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ 9353000041। ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ। ਠੀਕ ਹੈ, ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਇੱਕ ਵਾਰੀ ਮੈਨੂੰ ਦੱਸੋ ਕਿ ਤੁਹਾਨੂੰ ਕਲਾਸ ਚੰਗੀ ਲੱਗੀ, ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਕਿ ਤੁਹਾਨੂੰ ਕਲਾਸ ਚੰਗੀ ਲੱਗੀ। ਕੋਈ ਡਾਊਟ ਜਾਂ ਪ੍ਰੋਬਲਮ ਕਿਸੇ ਨੂੰ ਫੇਸ ਹੋਇਆ ਦੱਸੋ ਫਟਾਫਟ। पहला एक डाउट आया मेरे को, ठीक है, रिया जी दा कि अगर क्लास ना लगा सके कि नोट्स मिलणगे? बच्चे नोट्स भी मिलणगे एंड क्लास दी रिकॉर्डिंग भी मिलूगी। क्लास दी रिकॉर्डेड भी मिलूगी। ठीक है, रिकॉर्डिंग मिलूगी क्लास दी। ठीक है जी, होर किसी दा कोई डाउट, कन्फ्यूजन, कोई चीज चंगी लगी होवे, कोई ना चंगी लगी होवे, ये सारा कुछ तुसी दस सकते हो। यस दिलजीत कौर जी, मॉक टेस्ट इंक्लूडेड ने, मॉक टेस्ट कोर्स दे विच इंक्लूडेड ने, मॉक टेस्ट इज इंक्लूडेड। मॉक टेस्ट प्रैक्टिस सेशन इंक्लूडेड है, प्रैक्टिस सेशन। ठीक है जी, ਜਿਵੇਂ ਕਿ ਬਾਕੀ ਜਗ੍ਹਾ ਤੇ ਕੀ ਹੁੰਦਾ ਹੈਗਾ, ਤੁਹਾਨੂੰ ਪੜ੍ਹਾ ਦਿੱਤਾ ਜਾਂਦਾ, ਤੁਸੀਂ ਕਲਾਸ ਦੇ ਵਿੱਚ ਜਾਂਦੇ ਹੋ, ਬੈਠਦੇ ਹੋ, ਪੜ੍ਹ ਕੇ ਵਾਪਸ ਆ ਜਾਂਦੇ ਹੋ, ਤੁਹਾਨੂੰ ਪ੍ਰੈਕਟਿਸ ਨਹੀਂ ਕਰਾਈ ਜਾਂਦੀ। ਬਟ ਇੱਥੇ ਮੈਂ ਇਨਸ਼ੋਰ ਕਰਦਾ ਕਿ ਤੁਹਾਨੂੰ ਨਾਲ ਪ੍ਰੈਕਟਿਸ ਵੀ ਕਰਾਈ ਜਾਊਗੀ। ਠੀਕ ਹੈ, ਕਲਾਸ ਕੀਤੀ, ਕਲਾਸ ਦਾ ਥਿਉਰੀ ਦਾ ਪਾਰਟ ਪੜਿਆ, ਥਿਉਰੀ ਪਾਰਟ ਪੜ੍ਹ ਕੇ ਉਹਨੂੰ ਸਮਝ ਕੇ ਉਸ ਤੋਂ ਬਾਅਦ ਉਹਦੇ ਉੱਤੇ ਪ੍ਰੈਕਟਿਸ ਕੀਤੀ ਜਾਊਗੀ। ਜਿਵੇਂ ਕਿ ਅੱਜ ਮੈਂ 3 ਕੁਐਸਚਨ ਕਰਾਏ ਨੇ, ਅੱਗੇ ਕਲਾਸਾਂ ਦੇ ਵਿੱਚ ਤੁਹਾਨੂੰ ਹੋਰ ਜ਼ਿਆਦਾ ਕੁਐਸਚਨ ਕਰਾਏ ਜਾਣਗੇ। ਠੀਕ ਹੈ ਜੀ, ਹਾਂਜੀ, ਹੋਰ ਕੋਈ? बेसिकली शिवम जी देखो ਜਿਹੜੀਆਂ ਟੈਕਨੀਕਲ ਵੈਕੈਂਸੀਜ਼ ਨੇ ਸਾਡੀਆਂ, ਟੈਕਨੀਕਲ ਵੈਕੈਂਸੀਜ਼ ਜਸਟ ਲਾਈਕ ਜੇਈ ਵਗੈਰਾ ਦੀ ਵੈਕੈਂਸੀ ਆਂਦੀ ਹੈ ਤਾਂ ਜੇਈ ਦੇ ਵਿੱਚ ਜਿਹੜਾ ਟੈਕਨੀਕਲ ਪਾਰਟ ਆਂਦਾ ਉਹ ਕਵਰ ਨਹੀਂ ਅਸੀਂ ਕਰਾਂਗੇ। ਠੀਕ ਹੈ, ਜਿਵੇਂ ਤੁਸੀਂ ਕਹਿੰਦੇ ਹੋ ਕਿ ਸਰਕਾਰ ਅਗਰ ਕੋਈ ਨਵਾਂ ਸਬਜੈਕਟ ਐਡ ਕਰਦੀ ਹੈ, ਠੀਕ ਹੈ, ਉਹ ਨਵਾਂ ਸਬਜੈਕਟ ਜਸਟ ਲਾਈਕ ਅਕਾਊਂਟਸ ਐਡ ਕਰਤਾ, ਕਵਰ ਕਰਾਵਾਂਗੇ ਅਸੀਂ। ਠੀਕ ਹੈ ਜੀ, ਟੈਕਸੇਸ਼ਨ ਵਾਲਾ ਪਾर्ट, फाइनेंस वाला पार्ट ऐड करता, ਅਸੀਂ कवर करावांगे, कवर करावांगे, बिल्कुल कराया जाऊगा। कोर्स ड्यूरेशन इज 3 मंथ, दिलजीत कौर जी 3 मंथ्स 90 डेज। ठीक है, 90 डेज। यस रिया जी, ਜਦੋਂ ਤੁਸੀਂ ਰਿਵੀਜ਼ਨ ਕਰਦੇ ਹੋ, ਤੁਸੀਂ ਨੈਕਸਟ ਕਲਾਸ ਦੇ ਵਿੱਚ ਮੰਨ ਲਓ ਅੱਜ ਕਲਾਸ ਲਗਾਈ, ਪ੍ਰੈਕਟਿਸ ਸੈਸ਼ਨ ਲਗਾਇਆ, ਠੀਕ ਹੈ, ਤੁਸੀਂ ਉਸ ਤੋਂ ਬਾਅਦ ਪੜ੍ਹਾਈ ਕਰਦੇ ਹੋ, ਤੁਹਾਡੇ ਕੁਝ ਡਾਊਟਸ ਨਿਕਲ ਕੇ ਆਉਂਦੇ ਨੇ, ਤਾਂ ਨੈਕਸਟ ਕਲਾਸ ਜਦੋਂ ਹੋਏਗੀ ਉਸ ਕਲਾਸ ਦੇ ਵਿੱਚ ਤੁਸੀਂ ਟੀਚਰ ਜਿਹੜਾ ਹੈਗਾ ਤੁਹਾਨੂੰ ਆ ਕੇ ਪੁੱਛੇਗਾ ਕਿ ਪ੍ਰੀਵੀਅਸ ਕਲਾਸ ਦੇ ਵਿੱਚ ਕੋਈ ਡਾਊਟ ਹੈ ਤਾਂ ਤੁਸੀਂ ਆਪਣੇ ਡਾਊਟ ਪੁੱਛ ਸਕਦੇ ਹੋ। ਠੀਕ ਹੈ, ਡੋਂਟ ਵਰੀ।
डाउट बारे कोई चिंता नहीं, सारे डाउट क्लियर करूंगा। मैं पहला सवाल ही ये पूछदा हर क्लास दे विच अपने आंदे होए कि प्रीवियस क्लास दे विच कोई डाउट है तो पूछ सकते हो। मेरा पहला क्वेश्चन ये हुंदा, ठीक है जी। आर डेज डिसाइडेड ऑन बेसिस ऑफ सब्जेक्ट एज टू, यस यस बेसिकली देखो सब्जेक्ट कवर करांगे, पहले ਆਪਾਂ ਦੋ ਸਬਜੈਕਟਸ ਨੂੰ ਪੂਰਾ ਕੰਪਲੀਟ ਕਰਾਂਗੇ, ਉਸ ਤੋਂ ਬਾਅਦ ਅਗਲੇ ਦੋ ਸਬਜੈਕਟਸ ਨੂੰ ਪੂਰਾ ਕੰਪਲੀਟ ਕਰਾਂਗੇ ਸਬਜੈਕਟ ਵਾਈਜ਼। ਇਹ ਨਹੀਂ ਕਿ ਅੱਜ ਆਪਾਂ ਦੋ ਚੀਜ਼ਾਂ ਪੜ੍ਹ ਲੀਆਂ ਕੱਲ ਹੋਰ ਚੀਜ਼ਾਂ ਪੜਾਂਗੇ, ਇਦਾਂ ਨਹੀਂ ਚੱਲਾਂਗੇ। ਪਹਿਲਾਂ ਇੱਕ ਚੀਜ਼ ਨੂੰ ਪੂਰਾ ਕਲੀਅਰ ਕੀਤਾ ਜਾਊਗਾ, ਫਿਰ ਅਗਲੇ ਸਬਜੈਕਟ ਤੇ ਆਪਾਂ ਮੂਵ ਔਨ ਕਰਾਂਗੇ, ठीक है। यस यस वी विल कवर। बच्चे पीएसपीसीएल ਦਾ ਜਿਹੜਾ ਐਗਜ਼ਾਮ ਹੁੰਦਾ ਹੈਗਾ ਆਈ ਥਿੰਕ ਪੰਜਾਬੀ ਦੇ ਵਿੱਚ ਨਹੀਂ ਆਂਦਾ, ਉਹ ਪੂਰਾ ਦਾ ਪੂਰਾ ਪੇਪਰ ਇੰਗਲਿਸ਼ ਦੇ ਵਿੱਚ ਹੀ ਆਂਦਾ, ਠੀਕ ਹੈ। ਪੀਐਸਪੀਸੀਐਲ ਦਾ ਐਗਜ਼ਾਮ ਜਿਹੜਾ ਹੈਗਾ ਉਹ ਪੰਜਾਬੀ ਦੇ ਵਿੱਚ ਨਹੀਂ ਆਂਦਾ, ਉਹ ਇੰਗਲਿਸ਼ ਦੇ ਵਿੱਚ ਹੀ ਕੰਡਕਟ ਕੀਤਾ ਜਾਂਦਾ। ਕਲੀਅਰ? हाँ जी गुरप्रताप सिंह जी जी क्लास हैगी और जूम ऐप पे ही लगूगी, ठीक है। क्लासेस का टाइम 5 बजे तो लेके 8 बजे तक रहेगा, शामी 5 बजे तो 8 बजे तक, ठीक है जी। रीत कौर जी आज डेमो क्लास सीगी, आ वाली डेमो क्लास फ्री हैगी है, बट जेड़ा प्रॉपर बैच हैगा वो 2 तरीक तो स्टार्ट हो रहा है, वो पेड बैच हैगा, वो पेड बैच हैगा। अगर तुसी 31 मार्च तक यानी कि सिर्फ कल का दिन बचदा हैगा, आज या कल दे विच कोर्स ले लैंदे होगे हो तां इस दा जेड़ा टोटल कोर्स दा प्राइस महीने का नहीं है, पूरे कोर्स का प्राइस दस रहा इंक्लूडिंग ऑल थिंग दैट इज 2999, मतलब 3000 आप कह दें। ते अगर तुसी 31 मार्च तो बाद लेंदे हो तो इसका प्राइस हैगा 3999, ठीक है जी। 3999 31 मार्च तो बाद, 31 मार्च तक इसका प्राइस हैगा 2999। ये कुछ बच्चों को डाउट हो जाता कि महीने की फीस है, नहीं है महीने की फीस नहीं है, ये पूरे कोर्स की फीस है, पूरे कोर्स की फीस जिस दे विच क्लासेस लाइव क्लासेस रिकॉर्डेड क्लासेस नोट्स, ठीक है, पीडीएफ डाउट सैशन ते प्रैक्टिस सैशन मॉक टेस्ट सब कुछ इंक्लूडेड है, कुछ भी बाहर नहीं है, कुछ भी बाहर नहीं है, ठीक है। नहीं सारी जीएस मैं नहीं कराऊंगा बच्चे, मैं 3 सब्जेक्ट तुहानू पढ़ाऊंगा, बाकी होर टीचर तुहानू पढ़ाएंगे, ठीक है। वो टीचर बहुत वधिया ने, डोंट वरी, ठीक है। पूरा कोर्स किन्ने मंथ दा होएगा, देखो जेड़ा सिलेबस हैगा, ठीक है, ये 3 महीनों ਦੇ ਵਿੱਚ ਕਵਰ ਹੋ ਜਾਊਗਾ, 3 ਮਹੀਨਿਆਂ ਚ ਕਵਰ ਹੋ ਜਾਊਗਾ। ਤੇ ਕੋਰਸ ਦੀ ਜਿਹੜੀ ਵੈਲਿਡਿਟੀ ਹੈਗੀ ਹੈ, मतलब मान लो कि 3 ਮਹੀਨਿਆਂ ਚ ਪੇਪਰ ਨਹੀਂ ਹੁੰਦਾ, ਪੇਪਰ ਹੋਰ ਮਹੀਨੇ ਬਾਅਦ ਹੋ ਰਿਹਾ, ਤੁਸੀਂ ਕਹਿੰਦੇ ਹੋ ਕਿ ਅਸੀਂ ਫੇਰ ਕਲਾਸਿਸ ਦੇਖਣੀ ਹੈ, ਸਾਨੂੰ ਹਲੇ ਅਸੀਂ ਦੁਬਾਰਾ ਕਲਾਸਿਸ ਦੇਖਣੀ ਹੈ, ਤਾਂ ਜਿਹੜੀ ਕੋਰਸ ਦੀ ਵੈਲਿਡਿਟੀ ਹੈ ਉਹ 6 ਮਹੀਨੇ ਦੀ ਰਹੂਗੀ, 6 ਮਹੀਨੇ ਤੱਕ ਤੁਸੀਂ ਕਲਾਸਿਸ ਦੇਖ ਸਕਦੇ ਹੋ, 6 ਮਹੀਨੇ ਤੱਕ। 4000 ਵਾਲਾ ਤੁਸੀਂ ਜਦੋਂ ਮਰਜ਼ੀ ਲੈ ਲਓ, ਸੇਮ ਹੀ ਚੀਜ਼ ਹੈ, डिस्काउंट मिल रहा है 1000 रुपए का, ठीक है। इस चीज से आ प्राइस एक्चुअल प्राइस हैगा, एक्चुअल प्राइस है, ठीक है जी। इस दे उत्ते 1000 रुपए का डिस्काउंट दिता गया है सिर्फ 31 मार्च तक, वो आ प्राइस। ये जेड़ा लिंक हैगा कोर्स नु परचेज करन दा, ये तुहाडे ग्रुप्स दे विच WhatsApp ग्रुप दे विच शेयर हो जाऊगा थोड़ी देर तक, उथों तुसी ज्वाइन कर सकते हो, ठीक है। या तुसी ग्रुप्स नु देखोगे तो ऑलरेडी तुहाडे ग्रुप्स दे विच अवेलेबल भी होऊगा। बच्चे कमलजीत कौर जी बेसिकली जी क्लास की जी रिकॉर्डिंग हैगी है वो व्हाट्सएप या टैलीग्राम ते नहीं, वो तुहानू साडे पोर्टल ते साडी वैबसाइट ते अवेलेबल मिलूगी, साडी वैबसाइट ते, ठीक है, साडी वैबसाइट ते अवेलेबल मिलूगी, उत्थे तुसी जाके देख सकते हो, कदों मर्जी क्लास कदों मर्जी देख सकते हो। शिवम जी मैं पंजाब जीके पढ़ाऊंगा, करंट अफेयर पढ़ाऊंगा, ठीक है, ते पॉलिटी पढ़ाऊंगा। दिलजीत कौर जी जो वैकेंसीज का नोटिफिकेशन है वो तुहानू इसे अप्रैल के महीने देखने को मिलूगा, कुछ वैकेंसीज का, बट उन्होंने जो एग्जाम है वो जुलाई के आसपास जाके होगा, ठीक है, जुलाई के आसपास जाके एग्जाम होने की संभावना है। नोटिफिकेशन तुसी हुणे देखोगे अप्रैल दे विच ही कुछ वैकेंसीज नू लेके, ठीक है जी। नहीं जी सिमरनपाल कौर जी 2 तरीक तो तुसी बिना पे किते क्लासेस नहीं लगा सकते, सिर्फ कल दी क्लास एक और हैगी है डेमो दी, 2 क्लासेस ने डेमो दियां, कल दी क्लास तुसी बिना पे सॉरी 2 तरीक दी क्लास तुसी बिना पे किते नहीं लगा सकते। टाइमिंग की होएगा क्लासेस दा टाइमिंग 5 तो 8 मैं दस चुकिया हैगा। गुरप्रीत सिंह जी कादी क्लासेस, सारे सब्जेक्ट दी क्लासेस, जीके दे सारे पार्ट, जीएस दे सारे पार्ट, मैथ रीजनिंग इंग्लिश पंजाबी पंजाब जीके, ठीक है, कंप्यूटर सब कुछ कवर करांगे। यस यस मुस्कान गुप्ता जी डोंट वरी, आई विल ट्राई माय बेस्ट, ठीक है। आज भी मैं बहुत डिटेल दे नाल तुहानू समझाने की कोशिश की है,
ਨੈਕਸਟ ਵੀ ਮੈਂ ਹੋਰ ਜਿਹੜੀਆਂ ਚੀਜ਼ਾਂ ਯਾਦ ਕਰਨ ਵਾਲੀਆਂ ਹੁੰਦੀਆਂ ਨੇ, ਜਿਹੜੀਆਂ ਕਿ ਬਹੁਤ ਲੰਬੀਆਂ ਲੰਬੀਆਂ ਚੀਜ਼ਾਂ ਨੇ, ਯਾਦ ਨਹੀਂ ਹੁੰਦੀਆਂ, ਮੈਂ ਜ਼ਰੂਰ ਕੋਸ਼ਿਸ਼ ਕਰੂੰਗਾ ਐਕਰੋਨੀਮਸ ਪੜਾਉਣ ਦੀ, ਠੀਕ ਹੈ, ਇਦਾਂ ਦੀਆਂ ਟ੍ਰਿਕਸ ਬਣਾਉਣ ਦੀ ਕੋਸ਼ਿਸ਼ ਕਰੂੰਗਾ ਜਿਹੜੀਆਂ ਕਿ ਤੁਹਾਨੂੰ ਯਾਦ ਰਹਿ ਸਕਣ। ਮੇਰਾ ਮੇਨ ਮਕਸਦ ਇਹੀ ਹੈ, ਮੇਰਾ ਮੇਨ ਮਕਸਦ ਸਿਰਫ ਪੜਾਉਣਾ ਨਹੀਂ ਹੈ, ਤੁਹਾਨੂੰ ਇੰਪਲੀਮੈਂਟੇਸ਼ਨ ਕਰਾਉਣਾ ਵੀ ਹੈ, ਠੀਕ ਹੈ, ਤੁਹਾਡਾ ਰਿਜ਼ਲਟ ਵੀ ਲੈ ਕੇ ਆਣਾ ਹੈ, ਮੇਰਾ ਮੇਨ ਮਕਸਦ ਉਹ ਵੀ ਹੈ। ਆਕਾਸ਼ਦੀਪ ਜੀ ਤੁਸੀਂ ਰਿਕਾਰਡਡ ਕਲਾਸਿਸ ਦੇਖ ਸਕਦੇ ਹੋ, ਠੀਕ ਹੈ, ਰਿਕਾਰਡਡ ਕਲਾਸਿਸ, ਕਿਉਂਕਿ ਬਹੁਤ ਸਾਰੇ ਬੱਚੇ ਇਦਾਂ ਦੇ ਹੁੰਦੇ ਨੇ ਜਿਹੜੇ ਕਿ ਜੌਬ ਕਰਦੇ ਨੇ, ਉਹਨਾਂ ਨੂੰ ਵੀ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ 5 ਤੋਂ 8 ਦੀ ਟਾਈਮਿੰਗ ਰੱਖੀ ਆ, ਠੀਕ ਹੈ, ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ। ਯੈਸ ਦਲਜੀਤ ਕੌਰ ਜੀ 3 ਮਹੀਨੇ ਦੇ ਵਿੱਚ ਸਾਰਾ ਸਿਲੇਬਸ ਕੰਪਲੀਟ ਹੋ ਸਕਦਾ, ਠੀਕ ਹੈ, ਅਸੀਂ ਸ਼ਡਿਊਲ ਬਣਾਇਆ ਹੋਇਆ ਹੈ, ਵੀ ਵਿਲ ਸ਼ੋ ਯੂ ਦਾ ਸ਼ਡਿਊਲ ਇਨ ਦਾ ਬੈਚ। 2 ਤਰੀਕ ਨੂੰ ਜਦੋਂ ਆਪਾਂ ਕਲਾਸ ਸਟਾਰਟ ਕਰਾਂਗੇ, ਠੀਕ ਹੈ, ਤੁਹਾਨੂੰ ਸ਼ਡਿਊਲ ਪੂਰਾ ਸ਼ੋ ਕਰ ਦਿੱਤਾ ਜਾਊਗਾ, ਅਸੀਂ ਸ਼ਡਿਊਲ ਆਲਰੇਡੀ ਪ੍ਰੀਪੇਅਰ ਕੀਤਾ ਹੋਇਆ, ਠੀਕ ਹੈ, ਕਿ ਕਿਸ ਦਿਨ ਕਿਹੜੀ ਕਿਹੜੀ ਕਲਾਸ ਹੈ, ਕੀ ਚੀਜ਼ ਹੈਗੀ, ਪੂਰਾ ਸ਼ਡਿਊਲ ਬਣਿਆ ਹੋਇਆ ਆਲਰੇਡੀ, ਪੂਰਾ ਸ਼ਡਿਊਲਡ ਹੈ, ਸਭ ਕੁਝ ਸ਼ਡਿਊਲ ਹੈ, 3 ਮਹੀਨੇ ਦਾ ਪੂਰਾ ਸ਼ਡਿਊਲ ਬਣਾ ਚੁੱਕੇ ਹਾਂ ਅਸੀਂ, ਵੀ ਵਿਲ ਸ਼ੋ ਦਾ ਸ਼ਡਿਊਲ। YouTube ਚੈਨਲ ਦਾ ਨਾਮ ਹੈਗਾ ਗੁਰਪ੍ਰਤਾਪ ਸਿੰਘ ਜੀ ਸਕਸੈਸ ਟਰੀ ਪੰਜਾਬ, ਠੀਕ ਹੈ ਜੀ। ਨੋਟਸ ਤੁਹਾਨੂੰ WhatsApp ਗਰੁੱਪ ਦੇ ਵਿੱਚ ਪ੍ਰੋਵਾਈਡ ਕੀਤੇ ਜਾਣਗੇ। ਰੀਆ ਜੀ ਹਾਂਜੀ, ਹੋਰ ਕਿਸੇ ਨੂੰ ਕੋਈ ਡਾਊਟ ਪ੍ਰੋਬਲਮ ਜੋ ਵੀ ਹੈ, ਜੋ ਸਵਾਲ ਹੈ ਮਨ ਦੇ ਵਿੱਚ ਪੁੱਛ ਸਕਦੇ ਹੋ, ਕੋਰਸ ਨੂੰ ਪਰਚੇਸ ਕਰ ਸਕਦੇ ਹੋ, ਠੀਕ ਹੈ, ਜਲਦੀ ਤੋਂ ਜਲਦੀ ਪਰਚੇਸ ਕਰ ਲਓ, ਕਿਉਂਕਿ ਜਿਹੜਾ ਡਿਸਕਾਊਂਟ ਦਾ ਜਿਹੜਾ ਟਾਈਮ ਹੈਗਾ ਉਹ ਖਤਮ ਹੋ ਰਿਹਾ ਹੈਗਾ, ਠੀਕ ਹੈ, ਫਰਸਟ ਕਮ ਫਰਸਟ ਸਰਵ ਹੈਗੀ ਹੈ, ਇਹ ਨਾ ਹੋਵੇ ਕਿ ਸੀਟਾਂ ਖਤਮ ਹੋ ਜਾਣ, ਠੀਕ ਹੈ, ਇਹ ਨਾ ਹੋਵੇ ਕਿ ਬਹੁਤ ਸਾਰੇ ਬੱਚੇ ਹੋ ਜਾਣ, ਜਿਹੜਾ ਡਿਸਕਾਊਂਟ ਹੈਗਾ ਉਹ ਇੱਥੇ ਜਿਹੜੀ ਅਥਾਰਟੀ ਹੈਗੀ ਉਹ ਬੰਦ ਕਰ ਦੇਣ, ਇਸ ਕਰਕੇ ਪਹਿਲਾਂ ਤੋਂ ਪਹਿਲਾਂ ਲੈ ਲਓ। ਰਿਕਾਰਡਡ ਕਲਾਸਿਸ ਬੱਚੇ ਦੇਖੋ ਪਤਾ ਕੀ ਹੁੰਦਾ, ਮੈਂ ਤੁਹਾਨੂੰ ਇੱਕ ਸਿਸਟਮ ਸਮਝਾਉਂਦਾ, ਠੀਕ ਹੈ, ਜਿਹੜਾ ਕੋਰਸ ਹੈਗਾ ਨਾ ਤੁਹਾਨੂੰ ਸਾਡੀ ਵੈਬਸਾਈਟ ਤੇ ਅਵੇਲੇਬਲ ਹੋਊਗਾ, ਜਿਹੜਾ ਡੇਲੀ ਲਾਈਵ ਕਲਾਸ ਦਾ ਲਿੰਕ ਹੈਗਾ ਉਹ ਤੁਹਾਡੇ WhatsApp ਦੇ ਵਿੱਚ ਸ਼ੇਅਰ ਹੋਊਗਾ, ਜਿਵੇਂ ਕਿ ਅੱਜ ਸ਼ੇਅਰ ਹੋਇਆ, ਡੇਲੀ ਲਾਈਵ ਕਲਾਸ ਦਾ ਲਿੰਕ ਸ਼ੇਅਰ ਹੋਇਆ ਕਰੂਗਾ, ਠੀਕ ਹੈ, ਬਟ ਜਿਹੜੀਆਂ ਰਿਕਾਰਡਡ ਕਲਾਸਿਸ ਨੇ ਨਾ, ਠੀਕ ਹੈ, ਕਲਾਸ ਲਾਈਵ ਕਲਾਸ ਖਤਮ ਹੋਣ ਤੋਂ ਬਾਅਦ ਜਿਹੜੀ ਰਿਕਾਰਡਡ ਜਿਹੜੀ ਕਲਾਸ ਹੁੰਦੀ ਹੈ ਉਹਨੂੰ ਰਿਕਾਰਡ ਕਰਕੇ ਸਾਡੇ ਪੋਰਟਲ ਤੇ ਮਤਲਬ ਸਾਡੀ ਵੈਬਸਾਈਟ ਤੇ ਅਪਲੋਡ ਕਰ ਦਿੱਤਾ ਜਾਂਦਾ, ਠੀਕ ਹੈ, ਤਾਂ ਕਿ ਜਿਹੜਾ ਬੱਚਾ ਜਿਹਨੇ ਲਾਈਵ ਨਹੀਂ ਦੇਖੀ ਜਾਂ ਜਿਹੜਾ ਬੱਚਾ ਬਾਅਦ ਚ ਦੁਬਾਰਾ ਦੇਖਣਾ ਚਾਹੁੰਦਾ ਹੈ ਉਹ ਪੋਰਟਲ ਤੇ ਜਾ ਕੇ ਉੱਥੇ ਕਲਿੱਕ ਕਰਕੇ ਪਲੇ ਕਰਕੇ ਆਰਾਮ ਦੇ ਨਾਲ ਕਲਾਸ ਦੇਖ ਸਕਦਾ ਹੈ। ਉਸ ਕਲਾਸ ਦੇ ਨਾਲ ਉੱਥੇ ਨੋਟਸ ਵੀ ਲੱਗੇ ਹੋਏ ਮਿਲਣਗੇ, ਉੱਥੇ ਨੋਟਸ ਲੱਗੇ ਵੀ ਮਿਲ ਜਾਣਗੇ, ਠੀਕ ਹੈ, ਨੋਟਸ ਲੱਗੇ ਉੱਥੇ ਵੀ ਤੁਹਾਨੂੰ ਮਿਲ ਜਾਣਗੇ। ਕਲੀਅਰ ਹੋਇਆ ਜੀ? ਵੈਬਸਾਈਟ ਪੋਰਟਲ ਕੀ ਹੈਗਾ? successtree.in, successtree.in, ਠੀਕ ਹੈ, successtree.in, that is www.successtree.in, ठीक है जी, that is the website portal। क्लियर जी? पॉलिटी ਦੇ ਨਾਲ ਕਿਹੜਾ ਕਿਹੜਾ ਸਬਜੈਕਟ ਚੱਲੇਗਾ ਸਿਮਰਨਪਾਲ ਕੌਰ ਜੀ? ਮੈਥ ਚੱਲੇਗਾ, ਮੈਥ, ਕੁਆਂਟ, ਕਿਉਂਕਿ ਮੈਥ ਦਾ ਸਿਲੇਬਸ ਬਹੁਤ ਜ਼ਿਆਦਾ ਹੁੰਦਾ ਹੈਗਾ ਤਾਂ ਮੈਥ ਨਾਲ ਨਾਲ ਚੱਲੂਗਾ ਸ਼ੁਰੂਆਤੀ ਦਿਨਾਂ ਦੇ ਵਿੱਚ, ਠੀਕ ਹੈ, ਮੈਥ ਚੱਲੂਗਾ, ਠੀਕ ਹੈ। ਫ੍ਰੀ ਕਲਾਸਿਸ ਦੇਖੋ, ਇਹ ਜਿਹੜਾ ਕੋਰਸ ਹੈਗਾ ਇਹ ਪੇਡ ਸੀਗਾ, ਇਹ ਪੇਡ ਕੋਰਸ ਹੈਗਾ, ਪੂਰਾ ਡਿਟੇਲ ਸਿਲੇਬਸ ਦੇਖੋ। ਬੇਸਿਕਲੀ ਬੰਸਲ ਜੀ ਜਿਹੜੀਆਂ ਫ੍ਰੀ ਕਲਾਸਿਸ ਹੁੰਦੀਆਂ ਨੇ ਨਾ, ਕੋਈ ਵੀ ਇੰਸਟੀਚਿਊਟ ਜਿਹੜਾ ਹੈਗਾ, ਠੀਕ ਹੈ, ਕੋਈ ਵੀ ਇੰਸਟੀਚਿਊਟ ਹੈਗਾ, ਕਿਤੇ ਵੀ ਜਾਓਗੇ ਅਗਰ ਤੁਸੀਂ ਫ੍ਰੀ ਕਲਾਸਿਸ ਦੀ ਗੱਲ ਕਰਦੇ ਹੋ ਨਾ, ਫ੍ਰੀ ਕਲਾਸਿਸ ਦੇ ਵਿੱਚ ਕੋਈ ਵੀ ਇੰਸਟੀਚਿਊਟ ਤੁਹਾਨੂੰ ਪ੍ਰੋਪਰ ਡਿਟੇਲ ਦੇ ਵਿੱਚ, ਪ੍ਰੋਪਰ ਸਟਰੀਮ ਦੇ ਵਿੱਚ, ਠੀਕ ਹੈ, ਆਪਣਾ 100% ਨਹੀਂ ਦੇ ਸਕਦਾ, ਠੀਕ ਹੈ। ਤੁਸੀਂ ਉੱਤੇ ਬਲੇਮ ਨਹੀਂ ਕਰ ਸਕਦੇ, ਤੁਸੀਂ ਕੁਝ ਕਹਿ ਨਹੀਂ ਸਕਦੇ ਅਗਰ ਉਹਨਾਂ ਨੇ ਕੁਝ ਸਕਿਪ ਕਰਤਾ, ਕਿਉਂਕਿ ਫ੍ਰੀ ਹੈ, ਠੀਕ ਹੈ। ਇੱਥੇ ਮੈਂ ਸ਼ੋਰਿਟੀ ਦੇ ਰਿਹਾ ਕਿ ਸਾਰਾ ਕੁਝ ਤੁਹਾਨੂੰ ਮਿਲੂਗਾ। ਰੀਤ ਕੌਰ ਜੀ ਫੀ ਕਦੋਂ ਪੇ ਕਰਨੀ ਹੈ? ਤੁਸੀਂ ਹੁਣੇ ਫੀ ਪੇ ਕਰ ਸਕਦੇ ਹੋ, ਤੁਹਾਡੇ ਗਰੁੱਪ ਦੇ ਵਿੱਚ ਲਿੰਕ ਆ ਗਿਆ ਹੋਏਗਾ ਜਾਂ ਆਲਰੇਡੀ ਅਵੇਲੇਬਲ ਹੋਏਗਾ, ਲਿੰਕ ਤੇ ਕਲਿੱਕ ਕਰੋ, ਪੇ ਕਰ ਦਿਓ। ਐਂਡ ਉਸ ਪੇਮੈਂਟ ਦਾ ਅਗਰ ਕੋਈ ਵੀ ਬੱਚਾ ਕੋਰਸ ਪਰਚੇਸ ਕਰ ਰਿਹਾ ਹੈਗਾ, ਠੀਕ ਹੈ, ਕੋਰਸ ਨੂੰ ਪਰਚੇਸ ਕਰਕੇ ਜਿਹੜਾ ਪੇਮੈਂਟ ਦਾ ਤੁਹਾਡਾ ਸਕਰੀਨਸ਼ਾਟ ਹੋਏਗਾ ਉਹਨੂੰ ਲੈ ਕੇ ਇਸ ਨੰਬਰ ਤੇ ਤੁਸੀਂ WhatsApp ਕਰ ਦੇਣਾ, ਉਸ ਨੰਬਰ ਤੇ ਤੁਸੀਂ WhatsApp ਕਰ ਦੇਣਾ, ਠੀਕ ਹੈ, ਇਸ ਨੰਬਰ ਤੇ 9353000041, ਇਸ ਨੰਬਰ ਤੇ WhatsApp ਕਰ ਦਿਓ। ਮੈਥਸ ਕੌਣ ਕਰਾਏਗਾ? ਮੈਥਸ ਅੰਤਰਪ੍ਰੀਤ ਸਰ ਨੇ ਸਾਡੇ ਕੋਲ, ਜਸਕਰਨ ਸਰ ਨੇ ਸਾਡੇ ਕੋਲ, ਠੀਕ ਹੈ, ਤਾਂ ਕੱਲ ਤੁਹਾਡਾ ਮੈਥ ਦਾ ਡੈਮੋ ਕਲਾਸ ਵੀ ਹੋ ਜਾਏਗਾ। ਹਾਂਜੀ ਰੀਆ ਜੀ ਕੱਲ ਰਾਤ ਤੱਕ ਵੀ ਕਰ ਸਕਦੇ ਹੋ, ਡੋਂਟ ਵਰੀ, ਕੱਲ ਰਾਤ ਤੱਕ ਵੀ ਕਰ ਸਕਦੇ ਹੋ ਤੁਸੀਂ। ਨਹੀਂ ਨੇਹਾ ਸਲਾਰੀਆ ਜੀ, ਬੇਸਿਕਲੀ ਜਿਹੜਾ ਡਿਸਕਾਊਂਟਡ ਪ੍ਰਾਈਸ ਹੈਗਾ ਉਹ ਵਨ ਟਾਈਮ ਪੇਮੈਂਟ ਹੀ ਹੈਗੀ ਹੈ, ਤਾਂ ਤੁਹਾਨੂੰ ਵਨ ਟਾਈਮ ਪੇਮੈਂਟ ਹੀ ਕਰਨੀ ਪਊਗੀ। ਹਾਂਜੀ ਰੀਤ ਕੌਰ ਜੀ ਗੂਗਲ ਪੇ ਵੀ ਕਰ ਸਕਦੇ ਹੋ, ਗੂਗਲ ਪੇ ਕਰਨਾ ਹੋਵੇ ਇਸ ਨੰਬਰ ਤੇ ਇਸ ਕਾਲ ਨੰਬਰ ਤੇ ਕਾਲ ਜਾਂ WhatsApp ਕਰ ਲਿਓ, ਸਰ ਤੁਹਾਨੂੰ ਅਕਾਊਂਟ ਡਿਟੇਲਸ ਦੇ ਦੇਣਗੇ, ਠੀਕ ਹੈ, ਕਿ ਕਿੱਦਾਂ ਗੂਗਲ ਪੇ ਤੁਸੀਂ ਕਰਨਾ ਹੈ। 9353000041 ਤੇ ਕਾਲ ਜਾਂ WhatsApp ਕਰ ਲਿਓ। ਹਾਂਜੀ
हुण किसी होर दा कोई डाउट या क्वेरी कुछ है तो दसो, ठीक है। क्लास कोई औखी तो नहीं लगी, एक बार फिर दस दो, कुछ औखा किसी भी बच्चे को कुछ भी लग्या दस सकते हो, ठीक है, दस सकते हो, मैंने तुसी अपना कुछ भी शेयर कर सकते हो। हाँ जी दस दो कि किसी को कोई प्रॉब्लम डाउट, मैं सारे कमेंट्स देख रहा, ठीक है, अगर किसी को कोई प्रॉब्लम डाउट लग गया, ठीक है, क्लास चंगी नहीं लगी दस सकता है। हाँ जी चलो जी, आई थिंक सब ठीक रहा, ठीक है। यस यस दलजीत कौर जी, पंजाब सैक्शनल असिस्टेंस का कवर भी सिलेबस भी कवर होंदा है, यही सिलेबस है। निशा रानी जी क्लासेस का टाइमिंग 5 तो 8, 5 बजे तो लेके 8 बजे तक, शामी 5 तो 8। कोई क्वेरी होवे, कोई डाउट होवे क्लास तो बाद जस्ट इस नंबर पे कॉल या मैसेज कर सकते हो, इस नंबर पे। हाँ जी जशनप्रीत जी, जशनप्रीत सिंह जी, पंजाब के बहुत सारे एग्जाम ਜਿਹੜੇ ਹੁੰਦੇ ਨੇ ਜਿਨ੍ਹਾਂ ਨੂੰ ਅਟੈਂਪਟ ਕਰਨ ਦੀ ਜਿਹੜੀ ਏਜ ਲਿਮਿਟ ਹੁੰਦੀ ਹੈ ਉਹ 37 ਸਾਲ ਤੱਕ ਹੁੰਦੀ ਹੈ, 37 ਸਾਲ ਤੱਕ। ਤਾਂ ਤੁਸੀਂ 37 ਸਾਲ ਤੱਕ ਜਨਰਲ ਕੈਟਾਗਰੀ ਦੇ ਵਿੱਚ ਹੀ ਪੰਜਾਬ ਦੇ ਬਹੁਤ ਸਾਰੇ ਐਗਜ਼ਾਮ ਦੇ ਸਕਦੇ ਹੋ, ਠੀਕ ਹੈ। 29 ਸਾਲ ਹਾਲੇ ਤੁਹਾਡੀ ਕੋਈ ਏਜ ਨਹੀਂ ਹੈ, ਤੁਸੀਂ ਐਗਜ਼ਾਮ ਦੇ ਸਕਦੇ ਹੋ, ਤਿਆਰੀ ਕਰੋ ਬਸ, ਠੀਕ ਹੈ, ਆਪਣੀ ਮਿਹਨਤ ਕਰੋ, ਠੀਕ ਹੈ। ਮਿਹਨਤ ਨੂੰ ਆਪੇ ਰੰਗ ਲੱਗਦਾ, ਠੀਕ ਹੈ, ਕਿਉਂਕਿ ਜਿਹੜੇ ਮਿਹਨਤ ਕਰਦੇ ਨੇ ਉਹ ਮੰਜ਼ਿਲ ਨੂੰ ਪਾ ਹੀ ਲੈਂਦੇ ਨੇ। ਜਿਹੜਾ ਇਨਸਾਨ ਮਿਹਨਤ ਕਰਦਾ ਨਾ ਉਹ ਉੱਪਰ ਵਾਲਾ ਰੱਬ ਜਿਹੜਾ ਸਾਡਾ ਹੈਗਾ ਉਹ ਉਹਦਾ ਸਾਥ ਦਿੰਦਾ ਹੈਗਾ, ਤਾਂ ਉਹਦੇ ਨਾਲ ਉਹਦੀ ਮਿਹਨਤ ਦੇ ਨਾਲ ਉਹ ਵੀ ਸਪੋਰਟ ਕਰਦਾ, ਤਾਂ ਬੰਦਾ ਆਪੇ ਪਾਰ ਲੱਗ ਜਾਂਦਾ। ਬਸ ਮਿਹਨਤ ਦੀ ਲੋੜ ਹੁੰਦੀ ਆ, ਮਿਹਨਤ ਜ਼ਰੂਰ ਕਰੋ, ਚਾਹੇ ਘਰੇ ਬੈਠ ਕੇ ਕਰੋ, ਜਿੱਥੇ ਮਰਜ਼ੀ ਕਰੋ, ਬਟ ਮਿਹਨਤ ਜ਼ਰੂਰ ਕਰੋ, ਮਿਹਨਤ ਤੋਂ ਬਿਨਾ ਕੁਝ ਨਹੀਂ ਮਿਲਦਾ, ਠੀਕ ਹੈ। ਸੈਲਫ ਐਫੀਸ਼ੀਐਂਸੀ ਚਾਹੀਦੀ ਹੈਗੀ ਹੈ, ਸੈਲਫ ਐਫਰਟਸ ਚਾਹੀਦੇ ਹੈਗੇ ਨੇ, ਉਸ ਤੋਂ ਬਿਨਾ ਕੁਝ ਨਹੀਂ ਹੁੰਦਾ, ਠੀਕ ਹੈ। ਪੋਜ਼ਿਟਿਵ ਰਹਿ ਕੇ, ਪੋਜ਼ਿਟਿਵ ਮਾਈਂਡਸੈਟ ਦੇ ਨਾਲ, ਪੋਜ਼ਿਟਿਵ ਮਾਈਂਡਸੈਟ ਦੇ ਨਾਲ ਅੱਗੇ ਵਧੋ, ਮੰਜ਼ਿਲ ਤੁਹਾਨੂੰ ਜ਼ਰੂਰ ਮਿਲੂਗੀ, ਮੰਜ਼ਿਲ ਤੁਹਾਨੂੰ ਜ਼ਰੂਰ ਮਿਲੂਗੀ। ਕਿਸੇ ਵੀ ਪੁਆਇੰਟ ਤੇ, ਕਿਸੇ ਵੀ ਪੁਆਇੰਟ ਤੇ ਕਿਸੇ ਵੀ ਚੀਜ਼ ਨੂੰ ਲੈ ਕੇ ਨੈਗੇਟਿਵ ਨਹੀਂ ਹੋਣਾ, ਨੈਗੇਟਿਵ ਨਹੀਂ ਹੋਣਾ, ਨੈਗੇਟਿविटी ਬਿਲकुल नहीं चाहिए, पॉजिटिव माइंडसेट चाहिए, हर चीज ਨੂੰ ਲੈ ਕੇ पॉजिटिव रहना, चाहे पढ़ाई है सब्जेक्ट है, दिक्कत आ रही है ਅਸੀਂ ਤੁਹਾਡੇ ਨਾਲ ਆ, पूरी सपोर्ट करांगे, कितने भी दिक्कत आ रही है बस नेगेटिव नहीं होना, नेगेटिव नहीं होना, पॉजिटिव रहना हर चीज ਨੂੰ ਲੈ ਕੇ पॉजिटिव, क्योंकि पॉजिटिव इंसान कुछ भी कर सकता है, नेगेटिव इंसान ਜਿਹੜਾ ਹੋ ਜਾਂਦਾ ਬੰਦੇ ਦੇ ਵਿੱਚ ਜਦੋਂ नेगेटिविटी आ जाती है ना तो हमेशा नीचे ही जाता है, चाहे वो जिन्नी मर्जी कोशिश कर ले। बस पॉजिटिविटी ਦੇ ਨਾਲ ਅੱਗੇ ਵਧਣਾ, खुश रहना, ਅੱਗੇ ਜਾਣਾ, ठीक है जी, क्लियर जी। 12th बेस ਤੇ ਰਵੀਨਾ जी कांस्टेबल दी आंदी है ਤੇ ਹੋਰ ਵੀ ਵੈਕੈਂਸੀਜ਼ ਆਂਦੀਆਂ, ठीक है जी। हाँ जी हाँ जी नेहा सलारिया जी, कौन कौन से टेस्ट निकले, ਕਿਹੜੇ टेस्ट निकले ਇਹ ਅਸੀਂ ਜ਼ਰੂਰ ਦੱਸਾਂਗੇ, ठीक है। ਜ਼ਰੂਰ ਬੱਚਿਆਂ ਨੂੰ, ਸਾਡੇ ਜਿਹੜੇ ਸਟੂਡੈਂਟਸ ਹੁੰਦੇ ਨੇ ਅਸੀਂ ਜ਼ਰੂਰ ਦੱਸਦੇ ਆ, ਉਹਨਾਂ ਨੂੰ ਸ਼ੇਅਰ ਕਰਦੇ ਆ, क्लियर। चलो जी, ता नहीं बच्चे, निशा रानी जी जिवें असिस्टेंट सॉफ्टवेयर वाला आ गया, मैं पहले ही क्लियर किया सीगा, इत्थे लिखे कि जेड़ा टेक्निकल होगा, जस्ट लाइक जेई दी वैकेंसी आ गई, सॉफ्टवेयर हो गया, उन्हां चीज़ां नूं कवर नहीं करांगे, ठीक है, उन्हां चीज़ां नूं कवर नहीं करांगे, वो मैं पहले ही तुहानूं क्लियर कर दिता इत्थे। टेक्निकल जिवें मैकेनिकल दा सिलेबस आ गया, इलैक्ट्रिकल दा आ गया, कंप्यूटर साइंस दा प्रॉपर आ गया, सॉफ्टवेयर दा आ गया, वो चीज़ां नहीं कवर होणगियां, वो चीज़ां मैं पहले ही क्लियर कर रहा, वो चीज़ां नहीं कवर होणगियां। कोई गल नहीं जशनप्रीत सिंह जी, होप फॉर द बेस्ट, रब ते भरोसा रखो, फिर मेहनत करो, जरूर मिलेगा, ठीक है। पुलिस दी वैकेंसियां आणगियां, सब इंस्पैक्टर का पेपर दोबारा भी होगा, ठीक है। हालांकि वही पेपर सिर्फ उन्होंने वास्ते हुंदा है कि जिन्होंने पहले फॉर्म भरिया या भर्ती दोबारा ओपन हुंदी है पंजाब पुलिस सब इंस्पैक्टर दी, वो आपां हाले श्योरिटी नहीं दे सकते, बट एग्जाम जरूर होने ने, भर्ती जरूर होनी है, तो रब ते भरोसा रखो, मेहनत करते रहो, क्लियर। चलो जी, ਅੱਜ ਦੇ ਸੈਸ਼ਨ ਨੂੰ ਫਿਰ ਆਪਾਂ ਇੱਥੇ ਹੀ ਅੰਤ ਕਰਦੇ ਹਾਂ, ਖਤਮ ਕਰਦੇ ਹਾਂ। ਆਈ ਹੋਪ ਸਭ ਕੁਝ ਤੁਹਾਨੂੰ ਚੰਗਾ ਲੱਗਿਆ, ਕੋਈ ਪ੍ਰੋਬਲਮ, ਕੋਈ ਡਾਊਟ ਤਾਂ ਤੁਸੀਂ ਸ਼ੇਅਰ ਕਰ ਸਕਦੇ ਹੈਗੇ ਹੋ, ਐਂਡ ਕੋਰਸ ਨੂੰ ਜਲਦੀ ਤੋਂ ਜਲਦੀ ਅਵੇਲ ਕਰ ਸਕਦੇ ਹੈਗੇ ਹੋ, ਠੀਕ ਹੈ। 31 ਮਾਰਚ ਤੱਕ ਡਿਸਕਾਊਂਟ ਅਵੇਲੇਬਲ ਹੈਗਾ, ਐਂਡ ਕੋਰਸ ਨੂੰ ਪਰਚੇਸ ਕਰਕੇ ਇਸ ਨੰਬਰ ਤੇ ਸਕਰੀਨਸ਼ਾਟ ਭੇਜਣਾ ਨਹੀਂ ਭੁੱਲਣਾ, ਤਾਂ ਕਿ ਸਰ ਤੁਹਾਨੂੰ ਐਕਸੈਸ ਦੇ ਸਕਣ ਕੋਰਸ ਦਾ, ਠੀਕ ਹੈ ਜੀ। ਤਾਂ ਅੱਜ ਦੇ ਲਈ ਅਲਵਿਦਾ,
ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਕਲਾਸ ਦੇ ਵਿੱਚ ਆਉਣ ਵਾਸਤੇ। ਥੈਂਕ ਯੂ ਸੋ ਮਚ ਟੂ ਆਲ ਆਫ ਯੂ ਐਂਡ ਗੋਡ ਬlesਸ ਯੂ ਆਲ। ਟੇਕ ਕੇਅਰ।